ਬਣਾਈਦਾ ਏ ਲਾਲ ਉਹਨੂੰ, ਲਾਲ ਉਹਨੂੰ ਤੇਰਾ ਕੀ ਬਣਾਈਦਾ ਏ। ਚੰਬਾ ਏ ਪੋਸ਼ਾਕ ਲਈ ਸਾਬੂਨ ਸ਼ੀਸ਼ੇ ਜਈ, ਜੰਮੇ ਸੁਬਹ 4 ਵਜੇ 10 ਵਜੇ ਮਾਰੇ ਗਏ। ਇੱਕ ਧਾਗਾ ਖਿਸਕਿਆ ਪੈਰਾਂ ਵਿੱਚ ਉਲਝਿਆ, ਬੰਨੋ ਦੇ ਪਰਾਂਦੇ ਵਿੱਚ ਗੋਲ ਗੰਢ ਪੈ ਗਈ। ਲਾਲ ਉਨ, ਲਾਲ ਉਨ ਤੇਰਾ ਕੀ ਬਣਾਈਦਾ ਏ ਲਾਲ ਉਨ, ਲਾਲ ਉਨ ਤੇਰਾ ਕੀ ਬਣਾਈਦਾ ਏ। ਕੀ ਹੋਇਆ ਹੋਵੇਗਾ ਅੰਬਾਂ ਵਾਲੇ ਬਾਗ ਵਿੱਚ ਸੰਘਣੇ ਸ਼ਤੂਤ ਥੱਲੇ। ਕੀ ਹੋਇਆ ਹੋਵੇਗਾ, ਕੀ ਹੋਇਆ ਹੋਵੇਗਾ ਜੋ ਹਾਲੇ ਤੀਕ ਆਏ ਨਹੀਂ। ਲਾਲ ਉਨ, ਲਾਲ ਉਨ ਕਿਹੜਾ ਗੀਤ ਗਾਏਂਗੀ, ਲਾਲ ਉਨ, ਲਾਲ ਉਨ ਕਿਹੜਾ ਗੀਤ ਗਾਏਂਗੀ। ਹੌਲੀ ਹੌਲੀ ਵੱਡੇ ਹੋ ਗਏ ਉਹਨਾਂ ਦੇ ਜ਼ਖਮ, ਜ਼ਖਮਾਂ ਤੇ ਲਾ ਦਿਓ ਮਹਿੰਦੀ ਦੀ ਮਲਮ। ਸੁੱਤੇ ਪਰ ਬਾਤ ਨੂੰ ਪੈਰਾ ਦਿੱਤਾ ਰਾਤ ਨੂੰ, ਪੱਕੇ ਪੱਕੇ ਪੱਥਰਾਂ ਤੇ ਇੱਕ ਧਾਗਾ ਡਿੱਗ ਪਿਆ। ਨੀਲੇ ਨੀਲੇ ਪਰ ਪਤਾ ਨੇ ਰਾਹ ਦਿੱਤਾ ਉਸ ਨੂੰ, ਦੌੜਾਇਆ ਚਾਕੂ ਦੀ ਤਾਰ ਚ ਸਮਾਉਣ ਨੂੰ। ਲਾਲ ਉਨ, ਲਾਲ ਉਨ ਤੂੰ ਵੀ ਕੁਝ ਬੋਲੇਂਗੀ, ਲਾਲ ਉਨ, ਲਾਲ ਉਨ ਤੂੰ ਵੀ ਕੁਝ ਬੋਲੇਂਗੀ। ਯਾਰੀ ਉਹਦਾ ਚੁੱਪ ਸੀ, ਲਾੜਾ ਸੂਈ ਧੁੱਪ ਸੀ, ਚੁੱਪ ਚਾਪ ਕੰਡੇ ਉੱਤੇ ਦੋਵੇਂ ਡਿੱਗੇ ਹੋਏ ਸੀ। ਭਜਾਇਆ ਦੌੜਾਇਆ ਧਾਗਾ ਇੱਥੋਂ ਠੀਕ ਆਇਆ, ਮਿੱਟੀ ਵਿੱਚ ਲਿਬੜੇ ਕੋਲ ਇੱਕ ਦੂਜੇ ਦੇ ਖੁੰਬਾਂ ਵਾਂਗੂ ਚਿੱਟੀਆਂ ਚਾਦਰਾਂ ਚ ਟੰਗੇ ਹੋਏ ਆਕੜੇ ਬਦਨ। ਲਾਲ ਉਨ, ਲਾਲ ਉਨ ਤੇਰਾ ਕੀ ਬਣਾਈਦਾ ਏ ਲਾਲ ਉਨ, ਲਾਲ ਉਨ ਤੇਰਾ ਕੀ ਬਣਾਈਦਾ ਏ। ਦੀ ਲੈਕਚਰ ਸੀਰੀਜ਼ ਦੇ ਵਿੱਚ ਪੰਜਾਬ ਦਰਸ਼ਨ ਦੇ ਚਿੰਤਕ ਅਤੇ ਪੰਜਾਬ ਦੇ ਲਈ ਚਿੰਤਤ ਦਰਸ਼ਕਾਂ ਦਾ ਇੱਕ ਵਾਰ ਫੇਰ ਸਵਾਗਤ ਹੈ। ਅੱਜ ਦੇ ਇਸ ਲੈਕਚਰ ਦੇ ਵਿੱਚ ਜਿਹੜਾ ਅਸੀਂ ਵਿਸ਼ਾ ਲੈ ਕੇ ਆ ਰਹੇ ਹਾਂ, ਉਹ ਵਿਸ਼ਾ ਬੜਾ ਹੀ ਗੰਭੀਰ, ਕ੍ਰੂਸ਼ੀਅਲ, ਕਾਫੀ ਲੰਮੇ ਸਮੇਂ ਤੋਂ ਬਣਿਆ ਹੋਇਆ ਹੈ ਪੂਰੇ ਦੇਸ਼ ਦੇ ਵਿੱਚ ਵੀ ਅਤੇ ਪੰਜਾਬ ਦੇ ਵਿੱਚ। ਪਰ ਰਾਜਨੀਤਿਕ ਅਤੇ ਸਮਾਜਿਕ ਗਲਿਆਰਿਆਂ ਦੇ ਵਿੱਚ ਇਹਦੀ ਚਰਚਾ ਕਾਫੀ ਘੱਟ ਰਹਿੰਦੀ ਹੈ। ਕਾਰਨ ਬਹੁਤ ਸਾਰੇ ਨੇ ਉਹਦੇ, ਅਤੇ ਵਿਸ਼ਾ ਹੈ ਸਾਡਾ ਸਰਕਾਰੀ ਉਚੇਰੀ ਸਿੱਖਿਆ ਨੀਤੀ ਅਤੇ ਉਸ ਦੀ ਪੜਚੋਲ। ਅਤੇ ਇਸ ਦੇ ਲਈ ਅਸੀਂ ਗੁਜ਼ਾਰਿਸ਼ ਕੀਤੀ ਸੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪ੍ਰੋਫੈਸਰ ਆਫ ਐਜੂਕੇਸ਼ਨ ਪ੍ਰੋਫੈਸਰ ਕੁਲਦੀਪ ਪੁਰੀ ਹੋਣਾ ਨੂੰ, ਜਿਹੜੇ ਕਿ ਪੋਲੀਟੀਕਲ ਇਕੋਨਮੀ ਆਫ ਐਜੂਕੇਸ਼ਨ ਦੇ ਮਾਹਰ ਨੇ। ਉਹ ਵੱਖ-ਵੱਖ ਸਰਕਾਰੀ ਜਿਹੜੀਆਂ ਰਿਪੋਰਟਸ ਰਾਹੀਂ ਵੀ ਸਰਕਾਰ ਨੂੰ ਵੱਖ-ਵੱਖ ਸੁਝਾਅ ਸਿੱਖਿਆ ਦੇ ਸੁਧਾਰ ਦੇ ਲਈ ਦਿੰਦੇ ਰਹਿੰਦੇ ਨੇ। ਅਖਬਾਰਾਂ ਦੇ ਵਿੱਚ ਉਹ ਆਰਟੀਕਲਸ ਲਿਖਦੇ ਰਹਿੰਦੇ ਨੇ, ਉਹਨਾਂ ਦੀਆਂ ਕਿਤਾਬਾਂ ਨੇ, ਉਹਨਾਂ ਦੇ ਰਿਸਰਚ ਪੇਪਰਸ ਨੇ, ਉਨੀ ਰਿਸਰਚ ਪ੍ਰੋਜੈਕਟ ਕੀਤੇ ਹੋਏ ਨੇ। ਅਤੇ ਉਹ ਖਾਸ ਗੱਲ ਕਿ ਉਹ ਆਪਣੀ ਗੱਲ ਜਿਹੜੀ ਆ ਉਹ ਬੜੀ ਬੇਬਾਕੀ ਦੇ ਨਾਲ, ਬੜੇ ਸਲੀਕੇ ਦੇ ਨਾਲ ਆਰਟੀਕਲਸ ਰਾਹੀਂ ਜਾਂ TV ਡਿਸਕਸ਼ਨਸ ਰਾਹੀਂ ਉਹ ਸਾਡੇ ਸਨਮੁਖ ਰੱਖਦੇ ਰਹਿੰਦੇ ਨੇ। ਅਸੀਂ ਉਹਨਾਂ ਨੂੰ ਗੁਜ਼ਾਰਿਸ਼ ਕੀਤੀ ਸੀ ਕਿ ਤੁਸੀਂ ਅੱਜ ਦੇ ਇਸ ਲੈਕਚਰ ਦੇ ਲਈ ਸਾਨੂੰ ਟਾਈਮ ਦਿਓ, ਅਤੇ ਉਹਨੇ ਸਾਡੀ ਜਿਹੜੀ ਬੇਨਤੀ ਆ ਉਹ ਸਵੀਕਾਰ ਕੀਤੀ। ਜਿਹੜਾ ਅੱਜ ਦਾ ਇਹ ਵਿਸ਼ਾ ਹੈ, ਜੇ ਦੇਖਿਆ ਜਾਵੇ ਤਾਂ ਗੁਰਬਾਣੀ ਦਾ ਮਹਾਂਵਾਕ ਹੈ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਉਹਨਾਂ ਦਾ, ਕਿ ਸਿੱਖਿਆ ਵਿਚਾਰੀ ਅਤੇ ਪਰਉਪਕਾਰੀ। ਕਿ ਸਿੱਖਿਆ ਨੂੰ ਜਦੋਂ ਵਿਚਾਰ ਕਰਦੇ ਹਾਂ ਤਾਂ ਉਹਦੇ ਨਾਲ ਪਰਉਪਕਾਰ ਜਾਂ ਇਨਸਾਨ ਦਾ ਉਥਾਨ ਆਪਣੇ ਆਪ ਹੀ ਜੁੜਿਆ ਹੋਇਆ ਹੈ। ਪਰ ਜਦੋਂ ਅਸੀਂ ਇਹਨੂੰ ਪੰਜਾਬ ਦੇ ਕੰਟੈਕਸਟ ਵਿੱਚ ਦੇਖਦੇ ਹਾਂ,
ਐਵੇਂ ਲੱਗਦਾ ਜਿਵੇਂ ਸਕੂਲ ਤੋਂ ਬਾਅਦ ਵਿੱਦਿਆ ਦਾ ਜਿਹੜਾ ਉਥਾਨ ਵਿੱਦਿਆ ਨੇ ਕਰਨਾ ਹੈ ਉਹ ਕੈਨੇਡਾ ਜਾਂ ਆਸਟ੍ਰੇਲੀਆ ਜਾ ਕੇ ਹੀ ਹੁੰਦਾ ਹੈ। ਜਿਹੜਾ ਸਿੱਖਿਆ ਦਾ ਕਿਹਾ ਜਾਂਦਾ ਕਿ ਤੀਜਾ ਨੇਤਰ ਹੈ, ਉਹ ਵੀ ਸ਼ਾਇਦ ਬਾਹਰ ਆਸਟ੍ਰੇਲੀਆ ਜਾਂ ਕੈਨੇਡਾ ਜਾਂ ਫਾਰਨ ਕੰਟਰੀਜ਼ ਵਿੱਚ ਜਾ ਕੇ ਹੀ ਖੁੱਲ੍ਹਦਾ। ਭਾਵ ਕਿ ਲਗਾਤਾਰ ਜਿਹੜੀ ਮਾਈਗ੍ਰੇਸ਼ਨ ਸਟੱਡੀ ਬੇਸਿਸ ਦੇ ਉੱਤੇ ਪੰਜਾਬ ਦੇ ਵਿੱਚੋਂ ਹੋ ਰਹੀ ਹੈ। ਸਾਡੀ ਪੰਜਾਬ ਦਰਸ਼ਨ ਦੀ ਟੀਮ ਦੀ ਪਿੱਛੇ ਜਿਹੇ ਕਿਸੇ ਪੱਤਰਕਾਰ ਦੇ ਨਾਲ ਗੱਲਬਾਤ ਹੋਈ ਅਤੇ ਉਹਨੇ ਸਾਨੂੰ ਦੱਸਿਆ ਕਿ ਦੋਵਾਂ ਪੰਜਾਬਾਂ ਨੂੰ ਰਲਾ ਲਈਏ ਅਤੇ ਪੰਜਾਬ ਦੇ ਵਿੱਚ ਸਿਰਫ 400-500 ਹੀ ਅਜਿਹਾ ਸੰਜੀਦਾ ਅਜਿਹੇ ਇਨਸਾਨ ਨੇ ਜਿਹੜੇ ਆਨਲਾਈਨ ਲੈਕਚਰਾਂ ਰਾਹੀਂ ਜੁੜੇ ਹੋਏ ਨੇ, ਚਰਚਾਵਾਂ ਕਰਦੇ ਨੇ। ਭਾਵ ਕਰੋੜਾਂ ਦੀ ਜਨਸੰਖਿਆ ਵਿੱਚੋਂ ਸਿਰਫ 400-500 ਉਹੀ ਸੁਣੀ ਜਾਂਦੇ ਨੇ ਜਿਹੜੇ ਲੈਕਚਰਸ ਹੋ ਰਹੇ ਨੇ। ਹੁਣ ਉਹ ਬੰਦੇ ਵੀ ਕੌਣ ਨੇ? ਉਹ ਕਾਫੀ ਏਜਡ ਪਰਸਨ ਨੇ। ਉਹ ਭਾਵ ਕਿ ਜਿਹੜੇ ਸਾਡੀ ਯੰਗ ਜਨਰੇਸ਼ਨ ਹੈ, ਉਹਨਾਂ ਕੋਲ ਟਾਈਮ ਹੀ ਨਹੀਂ ਹੈਗਾ। ਉਹਨਾਂ ਕੋਲ ਟਾਈਮ ਹੀ ਨਹੀਂ ਹੈਗਾ ਕਿ ਕੋਈ ਪੰਜਾਬ ਦੇ ਉੱਤੇ ਕੋਈ ਕਿਸੇ ਗੰਭੀਰ ਮਸਲਿਆਂ ਨੂੰ ਖੰਗਾਲਿਆ ਜਾਵੇ, ਉਹਨਾਂ ਨੂੰ ਦੇਖਿਆ ਜਾਵੇ। ਹੁਣ ਵਿਸ਼ਾ ਕੀ ਹੈ ਕਿ ਪ੍ਰੋਫੈਸਰ ਸਾਹਿਬ ਹੁਣੀ, ਜਿਵੇਂ ਮੈਂ ਗੱਲ ਕਰਕੇ ਹਟਿਆ, ਕਿ ਪੋਲੀਟੀਕਲ ਇਕੋਨਮੀ ਆਫ ਐਜੂਕੇਸ਼ਨ ਦੇ ਐਕਸਪਰਟ ਨੇ, ਇਹ ਸਾਨੂੰ ਦੱਸਣਗੇ ਉਹਦੇ ਵਿੱਚ ਕੀ ਕਾਰਨ ਰਹੇ ਹੋਣਗੇ ਕਿ ਜਿਹੜੀ ਸਾਡੀ ਨੌਜਵਾਨ ਜਿਹੜੀ ਪੀੜ੍ਹੀ ਆ ਉਹ ਗੰਭੀਰ ਵਿਸ਼ਿਆਂ ਤੋਂ ਬਿਲਕੁਲ ਜਿਹੜੀ ਉਹਨੀ ਪਾਸਾ ਵੱਟਿਆ ਹੋਇਆ। ਇੱਕ ਤਾਂ ਬਿਲਕੁਲ ਹੀ ਦਿਖਦਾ ਹੈ ਕਿ ਪੰਜਾਬ ਦੀਆਂ ਯੂਨੀਵਰਸਿਟੀਆਂ ਪ੍ਰੋਫੈਸਰਾਂ ਤੋਂ ਖਾਲੀ ਹੀ ਚੱਲ ਰਹੀਆਂ। 50% ਪ੍ਰੋਫੈਸਰ ਜਿਹੜੇ ਹੈਗੇ ਨੇ ਯੂਨੀਵਰਸਿਟੀਆਂ ਵਿੱਚ ਨਹੀਂ ਹੈਗੇ। ਅਤੇ ਗਵਰਨਮੈਂਟ ਕਾਲਜਾਂ ਦਾ ਅੰਕੜਾ ਤਾਂ ਇਹ ਹੈ ਕਿ 1800 ਵੈਕੈਂਸੀਆਂ ਵਿੱਚੋਂ, ਟੋਟਲ ਵੈਕੈਂਸੀਜ਼ ਵਿੱਚੋਂ ਸਿਰਫ 300 ਪ੍ਰੋਫੈਸਰ ਹੀ ਜਿਹੜੇ ਹੈਗੇ ਨੇ ਹੁਣ ਰੈਗੂਲਰ ਰਹਿ ਗਏ ਨੇ। ਇਹੀ ਹਾਲ ਪੰਜਾਬ ਦੇ ਵਿੱਚ ਏਡਡ ਕਾਲਜਾਂ ਦਾ ਹੈ। ਇੱਥੋਂ ਤੱਕ ਕਿ ਸਾਡੀ ਸੈਂਟਰਲ ਗਵਰਨਮੈਂਟ ਜਿਹੜੀ ਕਿ ਉਚੇਰੀ ਸਿੱਖਿਆ ਨੀਤੀ ਵਿੱਚ ਇੱਕ ਪ੍ਰਮੁੱਖ ਭੂਮਿਕਾ ਨਿਭਾਉਂਦੀ ਹੈ, ਜਿਹੜੀਆਂ ਸੈਂਟਰਲ ਯੂਨੀਵਰਸਿਟੀਜ਼ ਹੈਗੀਆਂ ਉੱਥੇ ਅੱਧੀਆਂ ਤੋਂ ਵੱਧ ਜਿਹੜੀਆਂ ਪ੍ਰੋਫੈਸਰਸ ਦੀਆਂ ਪੋਸਟਾਂ ਹੈਗੀਆਂ ਨੇ ਉਹ ਖਾਲੀ ਚੱਲ ਰਹੀਆਂ। ਇਹ ਤਾਂ ਇੱਕ ਜਸਟ ਅੰਕੜਾ ਜਿਹੜਾ ਕਿ ਲਗਾਤਾਰ ਅਖਬਾਰਾਂ ਦੇ ਵਿੱਚ ਜਾਂ ਡਿਸਕਸ਼ਨਾਂ ਦੇ ਵਿੱਚ ਇਹ ਚੱਲਦਾ ਰਹਿੰਦਾ। ਅਤੇ ਪਰ ਸਾਡੇ ਜਿਹੜੇ ਪੋਲੀਟੀਸ਼ੀਅਨ ਆ ਜਾਂ ਸਾਡੇ ਆਪਾਂ ਕਹੀਏ ਵੀ ਲੋਕ ਆ, ਉਹਨਾਂ ਦੇ ਵਿੱਚ ਵੀ ਇਹ ਚਰਚਾ ਦਾ ਵਿਸ਼ਾ ਇਹ ਨਹੀਂ ਬਣਦਾ। ਸ਼ਾਇਦ ਪੰਜਾਬ ਦੀ ਗੱਲ ਕਰਾਂ ਤਾਂ ਪੰਜਾਬ ਦੇ ਲੋਕਾਂ ਨੇ ਇੱਕ ਐਸਕੇਪਿਜ਼ਮ ਜਿਹੜਾ ਹੈਗਾ ਉਹ ਲੱਭ ਲਿਆ ਕਿ ਉਹਨੇ ਮੰਨ ਲਿਆ ਕਿ ਹੁਣ ਜਿਹੜੀ ਉਚੇਰੀ ਸਿੱਖਿਆ ਇਹਦਾ ਹੁਣ ਉਥਾਨ ਸ਼ਾਇਦ ਸੰਭਵ ਨਹੀਂ ਆ, ਅਤੇ ਉਹ ਹੁਣ ਉਹਨੀ ਪਾਸਾ ਵੱਟ ਲਿਆ ਤੋਂ, ਅਤੇ ਉਹ ਇੱਥੋਂ ਹੁਣ ਮਾਈਗ੍ਰੇਟ ਕਰਨਾ, ਜਿਹੜੀ ਸਾਡੀ ਯੰਗ ਜਨਰੇਸ਼ਨ ਆ ਉਹ ਮਾਈਗ੍ਰੇਟ ਕਰਨਾ ਉਹਨੇ ਸਟਾਰਟ ਕਰ ਦਿੱਤਾ ਹੈ। ਅਤੇ ਅਸੀਂ ਜਿਹੜਾ ਇਹ ਅੱਜ ਦਾ ਲੈਕਚਰ ਆ ਅਸੀਂ ਇੱਕ ਰੀਤ ਬਣਾਈ ਹੋਈ ਆ ਕਿ ਅਸੀਂ ਜਿਹੜਾ ਇਹ ਲੈਕਚਰ ਹੁੰਦਾ ਉਹ ਅਸੀਂ ਡੈਡੀਕੇਟ ਕਰਦੇ ਹੁੰਦੇ ਆ। ਜਿਹੜਾ ਅੱਜ ਦਾ ਅਸੀਂ ਇਹ ਲੈਕਚਰ ਹੈ ਉਹ ਪੰਜਾਬ ਦੇ ਇੱਕ ਉੱਘੇ ਵਿਦਵਾਨ ਮੁਲਖ ਰਾਜ ਆਨੰਦ, ਉਹਨਾਂ ਦੀ ਕਿਤਾਬ ਹੈ ਔਨ ਐਜੂਕੇਸ਼ਨ, 1947 ਦੇ ਵਿੱਚ ਇਹ ਪਬਲਿਸ਼ ਹੋਈ ਸੀ। ਅਤੇ ਅਸੀਂ ਜਿਹੜੀ ਹੈਗੀ ਆ ਇਹ ਜਿਹੜਾ ਲੈਕਚਰ ਹੈ ਅਸੀਂ ਉਹਨਾਂ ਨੂੰ ਇਹ ਡੈਡੀਕੇਟ ਅਸੀਂ ਕਰ ਰਹੇ ਹਾਂ। ਅਤੇ ਹੁਣ ਮੈਂ ਪ੍ਰੋਫੈਸਰ ਸਾਹਿਬ ਉਹਨਾਂ ਨੂੰ ਗੁਜ਼ਾਰਿਸ਼ ਕਰੂੰਗਾ ਕਿ ਉਹ ਆਪਣਾ ਮਾਈਕ ਔਨ ਕਰ ਲੈਣ। ਅਤੇ ਮੈਂ ਉਹਨਾਂ ਨੂੰ ਬੇਨਤੀ ਕਰਨੀ ਆ, ਸਰ ਅਸੀਂ ਵੈਸੇ ਕੋਈ ਟਾਈਮ ਦੀ ਬੰਦਿਸ਼ ਨਹੀਂ ਰੱਖੀ ਹੋਈ, ਅਤੇ ਤੁਸੀਂ ਤੁਹਾਨੂੰ ਪਤਾ ਵੀ ਹੋਵੇਗਾ ਸ਼ਾਇਦ ਕਿ ਤੁਸੀਂ ਜਿੰਨਾ ਟਾਈਮ ਚਾਹੋਗੇ ਤੁਸੀਂ ਇਹਨੂੰ ਕੰਟੀਨਿਊ ਕਰ ਸਕਦੇ ਹੋ ਸਰ। ਜੇ ਸਾਡੇ ਦਰਸ਼ਕਾਂ ਦੇ ਕੋਈ ਸਵਾਲ ਆਉਣਗੇ ਅਸੀਂ ਤੁਹਾਡੇ ਸਾਹਮਣੇ ਰੱਖਾਂਗੇ ਉਹ। ਅਤੇ ਸਰ ਤੁਸੀਂ ਹੁਣ ਆਪਣਾ ਮਾਈਕ ਔਨ ਸਰ ਕਰ ਲਓ। ਧੰਨਵਾਦ। ਹਾਂਜੀ, ਥੈਂਕ ਯੂ। ਬਹੁਤ ਬਹੁਤ ਧੰਨਵਾਦ। ਰਿਕਾਰਡ ਕਰਨ ਲਈ ਹਾਂ ਪਲੀਜ਼ ਤੁਸੀਂ ਕਰ ਸਕਦੇ ਹੋ ਰਿਕਾਰਡ। ਇੱਕ ਰਿਕਾਰਡ ਕਰਨ ਲਈ ਇੱਕ ਰਿਕੁਐਸਟ ਆਇਆ ਸੀ, ਤੁਸੀਂ ਕਰ ਸਕਦੇ ਹੋ। ਠੀਕ, ਰਾਈਟ। ਬਹੁਤ ਬਹੁਤ ਧੰਨਵਾਦ ਜਿਸ ਕਰਨ, ਬਲਕਿ ਮੈਂ ਇਹ ਕਹਿਣਾ ਚਾਹੂੰਗਾ ਕਿ ਇਹ ਮੇਰੀ ਖੁਸ਼ਕਿਸਮਤੀ ਹੈ ਕਿ ਮੈਨੂੰ ਤੁਸੀਂ ਇਸ ਆਪਣੇ ਪੰਜਾਬ ਦਰਸ਼ਨ ਦੇ ਇਸ ਫੋਰਮ ਦੇ ਨਾਲ ਜੋੜਿਆ। ਅਸੀਂ ਕੁਝ ਗੱਲਾਂ ਇਹਦੇ ਬਾਰੇ ਕਰਾਂਗੇ, ਐਜੂਕੇਸ਼ਨ ਦੇ ਬਾਰੇ। ਅਸਲ ਵਿੱਚ ਮੈਂ ਇਹਨੂੰ ਪੰਜਾਬ ਦੇ ਕੰਟੈਕਸਟ ਵਿੱਚ ਮੈਂ ਸਾਰੀ ਗੱਲ ਨੂੰ ਕਰਨਾ ਚਾਹਾਂਗਾ। ਪੰਜਾਬ ਦੀ ਨਾ ਇੱਕ ਦਿਲਕਸ਼ ਔਰ ਇੱਕ ਪਰੰਪਰਾ ਹੈ, ਔਰ ਉਹ ਗੁਰੂ ਸਾਹਿਬਾਨ ਦੇ ਵੇਲੇ ਤੋਂ ਉਹ ਜ਼ਿਆਦਾ ਜ਼ੋਰ ਫੜਿਆ ਉਹ ਸੀ ਵਿਚਾਰ ਤੇ ਸੰਵਾਦ ਦੀ ਪਰੰਪਰਾ, ਗੱਲਬਾਤ ਦੀ ਪਰੰਪਰਾ। ਤੁਸੀਂ ਗੁਰੂ ਨਾਨਕ ਸਾਹਿਬ ਦਾ ਜ਼ਿਕਰ ਕੀਤਾ, ਉਹਨਾਂ ਦੀ ਇਹ ਲਾਈਨ ਬੜੀ ਮਹੱਤਵਪੂਰਨ
ਮੈਨੂੰ ਲੱਗਦੀ ਹੈ ਜਦੋਂ ਉਹ ਇਹ ਕਹਿੰਦੇ ਨੇ ਕਿ ਜਬ ਲਗ ਦੁਨੀਆ ਰਹੀਏ ਨਾਨਕ, ਕੁਝ ਸੁਣੀਏ ਕੁਝ ਕਹੀਏ। ਗੋਸ਼ਠੀ ਵਿਚਾਰ, ਬਿਲਕੁਲ ਉਲਟ ਵਿਚਾਰਾਂ ਦੇ ਵਿਅਕਤੀਆਂ ਦੇ ਨਾਲ ਵੀ ਬੈਠ ਕੇ ਗੱਲਬਾਤ ਕਰਨਾ, ਇਹ ਇੱਕ ਬਹੁਤ ਕੌਨਸ਼ੀਅਸ ਲੈਵਲ ਤੇ ਗੁਰੂ ਸਾਹਿਬਾਨ ਨੇ ਇਹ ਪਰੰਪਰਾ ਚਲਾਈ। ਔਰ ਪੰਜਾਬ ਦੇ ਵਾਸੀਆਂ ਨੇ, ਲੋਕਾਂ ਨੇ, ਉਹਨਾਂ ਦੇ ਫੋਲੋਅਰਸ ਨੇ, ਤੇ ਕੌਣ ਸੀ ਜਿਹੜਾ ਉਹਨਾਂ ਦਾ ਫੋਲੋਅਰ ਨਹੀਂ ਸੀ? ਐਸਾ ਤਾਂ ਕੋਈ ਲੱਭਦਾ ਨਹੀਂ ਸੀ। ਉਹਨਾਂ ਨੇ ਇਸ ਪਰੰਪਰਾ ਨੂੰ, ਇਸ ਗੱਲ ਨੂੰ ਸਵੀਕਾਰ ਕੀਤਾ। ਮੈਨੂੰ ਇੰਝ ਵੀ ਲੱਗਦਾ ਹੈ ਕਿ ਗੁਰੂ ਸਾਹਿਬ ਤੋਂ ਬਾਅਦ, ਗੁਰੂ ਨਾਨਕ ਦੇਵ ਜੀ ਤੋਂ ਬਾਅਦ ਜਿਹੜੇ ਅਗਲੇ ਗੁਰੂ ਸਾਹਿਬਾਨ ਹੋਏ ਨੇ, ਉਹਨਾਂ ਨੇ ਜਿਹੜੀ ਅੱਖਰ ਦਾ ਪਸਾਰ ਹੈ, ਉਸ ਨੂੰ, ਉਹਦੇ ਵੱਲ ਵੀ ਇੱਕ ਕੌਨਸ਼ੀਅਸ ਧਿਆਨ ਦਿੱਤਾ। ਲੈਟਰਸ ਦੇ ਪ੍ਰਤੀ ਇੱਕ ਮੋਹ ਔਰ ਲੈਟਰਸ ਦੇ ਪ੍ਰਤੀ ਇੱਕ ਖਿੱਚ ਵੀ ਦੇਖਣ ਵਿੱਚ ਆਈ। ਮੈਂ ਇਹ ਨਹੀਂ ਕਹਿੰਦਾ ਕਿ ਉਸ ਤੋਂ ਪਹਿਲੇ ਕੋਈ ਲੈਟਰਸ ਨਹੀਂ ਸਨ, ਜਾਂ ਸਾਹਿਤ ਨਹੀਂ ਰਚਿਆ ਜਾਂਦਾ ਸੀ, ਜਾਂ ਸਿੱਖਿਆ ਨਹੀਂ ਹੁੰਦੀ ਸੀ, ਪਰ ਫਿਰ ਹੁਣ ਕੀ ਖਾਸ ਗੱਲ ਸੀ? ਉਹ ਖਾਸ ਗੱਲ ਇਹ ਸੀ ਕਿ ਗੁਰੂ ਸਾਹਿਬਾਨ ਨੇ ਉਸ ਐਜੂਕੇਸ਼ਨ ਨੂੰ ਡੈਮੋਕ੍ਰੇਟਾਈਜ਼ ਕੀਤਾ। ਜੇ ਪਹਿਲੇ ਖਾਂਚਿਆਂ ਵਿੱਚ ਜਾਂ ਕੰਪਾਰਟਮੈਂਟਸ ਵਿੱਚ ਵੱਜੀ ਹੋਈ ਸੀ, ਜਾਂ ਕੁਝ ਲੋਕਾਂ ਨੂੰ ਸਿੱਖਿਆ ਲੈਣਾ ਅਲਾਉਡ ਸੀ ਤੇ ਕੁਝ ਲੋਕਾਂ ਦੇ ਵਾਸਤੇ ਵਰਜਿਤ ਸੀ, ਗੁਰੂ ਸਾਹਿਬਾਨ ਦੀ ਇਹ ਸੋਚ ਔਰ ਪਰੰਪਰਾ ਔਰ ਉਹਨਾਂ ਦੀ ਜਿਹੜੀ ਇਹ ਇੱਕ ਕੌਨਸ਼ੀਅਸ ਡਿਸੀਜਨ ਕਿ ਇਹ ਸਭ ਲਈ ਹੋਏਗੀ, ਔਰ ਉਸ ਐਜੂਕੇਸ਼ਨ ਦਾ, ਸਿੱਖਿਆ ਦਾ ਡੈਮੋਕ੍ਰੇਟਾਈਜ਼ ਹੋਣਾ, ਲੋਕਾਂ ਤੱਕ ਪਹੁੰਚਣਾ, ਤੇ ਬਿਲਾ ਇਮਤਿਆਜ਼ ਕਿ ਕੋਈ ਕਿਸ ਵਰਗ ਨੂੰ ਸੰਬੰਧਿਤ ਹੈ, ਕੌਣ ਕਿਸ ਕਲਾਸ ਦੇ ਨਾਲ ਸੰਬੰਧਿਤ ਹੈ, ਕਿਹੜੀ ਜਾਤ ਨਾਲ ਸੰਬੰਧਿਤ ਹੈ, ਕਿਹੜੇ ਖੇਤਰ ਨਾਲ ਸੰਬੰਧਿਤ ਹੈ। ਮੈਨੂੰ ਇੰਝ ਲੱਗਦਾ ਹੈ ਕਿ ਇਹ ਇੱਕ ਬਹੁਤ ਵੱਡਾ ਯੋਗਦਾਨ ਸੀ ਜਿਸ ਨੇ ਪੰਜਾਬ ਦੀ ਧਰਤੀ ਦੇ ਵਿੱਚ ਇਸ ਐਜੂਕੇਸ਼ਨ ਦੀਆਂ ਕੁਝ ਇਸ ਤਰ੍ਹਾਂ ਦੀਆਂ ਜੜ੍ਹਾਂ ਲਗਾਈਆਂ ਨੇ, ਜਿਹੜੀਆਂ ਅੱਜ ਵੀ ਫਲ ਫੁੱਲ ਰਹੀਆਂ ਨੇ। ਤੇ ਜੇ ਤੁਸੀਂ ਉਹਦੀ ਅੱਜ ਵੀ ਕੋਈ ਚੀਜ਼ ਦੇਖਦੇ ਹੋ ਤਾਂ ਸ਼ਾਇਦ ਇਸ ਕਰਕੇ ਹੀ ਮੈਨੂੰ ਇਹ ਲੱਗਦਾ ਕਿ ਉਹਦਾ ਬਹੁਤ ਵੱਡਾ ਯੋਗਦਾਨ ਹੈ। ਇਹ ਗੱਲ ਵੀ ਸਾਨੂੰ ਯਾਦ ਰੱਖਣੀ ਪਏਗੀ ਕਿ ਪੰਜਾਬ ਦੀ ਜਿਹੜੀ ਜੀਓਗ੍ਰਾਫਿਕ ਭੂਗੋਲਿਕ ਸਥਿਤੀ ਹੈ, ਉਹ ਕੁਝ ਇਸ ਤਰ੍ਹਾਂ ਦੀ ਰਹੀ ਹੈ ਕਿ ਹਮੇਸ਼ਾ ਸਟ੍ਰੈਸਿਸ ਔਰ ਜਿਹੜੇ ਹਮਲੇ ਨੇ, ਔਰ ਜਿਹੜੇ ਹੱਲੇ ਨੇ, ਜਿਹੜੀਆਂ ਮੁਹਿੰਮਾਂ ਨੇ, ਉਹਨਾਂ ਦੇ ਨਾਲ ਦੋ ਚਾਰ ਹੋਣਾ ਪਿਆ। ਔਰ ਇਹ ਜ਼ਾਹਿਰ ਹੈ ਕਿ ਜਦੋਂ ਤੁਸੀਂ ਇਸ ਤਰ੍ਹਾਂ ਦੇ ਮੁਸ਼ਕਲਾਂ ਦੇ ਵਿੱਚ ਫਸਦੇ ਹੋ ਤੇ ਉਦੋਂ ਫਿਰ ਤੁਸੀਂ ਜਿਹੜੇ ਬੜੇ ਮਹੀਨ, ਬਰੀਕ ਸਾਹਿਤਕ ਔਰ ਸਿੱਖਿਆ ਦੇ ਕਾਰਜ ਨੇ, ਉਹ ਥੋੜੇ ਪਿੱਛੇ ਪੈ ਜਾਂਦੇ ਨੇ। ਪਰ ਉਹ ਸਾਰੇ ਦੇ ਵਿੱਚ, ਉਸ ਸਾਰੀ ਬਣਤਰ ਦੇ ਵਿੱਚ, ਉਸ ਐਜੂਕੇਸ਼ਨ ਦਾ, ਉਸ ਸਿੱਖਿਆ ਦਾ, ਉਸ ਤਰਬੀਅਤ ਦਾ ਕੀ ਅਸਰ ਹੁੰਦਾ ਹੈ, ਉਹ ਵੀ ਦੇਖਣ ਵਿੱਚ ਆਉਂਦਾ ਹੈ। ਸੰਵਾਦ, ਵਿਚਾਰ, ਖੁੱਲਾਪਨ, ਦਲੇਰੀ ਤੇ ਨਿਡਰਤਾ, ਇਹ ਵੀ ਇੱਕ ਖਾਸੇ ਸਾਨੂੰ ਉਹਦੇ ਵਿੱਚ ਮਿਲਦੇ ਨੇ। ਮੈਂ ਯਾਦ ਕਰਨਾ ਚਾਹੁੰਦਾ ਕਿ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਇੱਕ ਜਗ੍ਹਾ ਲਿਖਦੇ ਨੇ, ਔਰ ਉਹ ਮੈਨੂੰ ਇਹ ਲੱਗਦਾ ਹੈ ਕਿ ਸਾਡੇ ਪੂਰੀ ਇਸ ਖਿੱਤੇ ਦਾ, ਇਸ ਏਰੀਏ ਦਾ ਇੱਕੋ ਸੁਭਾਅ ਵੀ ਬਿਆਨ ਕਰਦੇ ਨੇ, ਤੇ ਸੁਭਾਅ ਦੇ ਨਾਲ ਨਾਲ ਉਹ ਇੱਕ ਸੁਜੈਸ਼ਨ ਵੀ ਦਿੰਦੇ ਨੇ ਕਿ ਜੇ ਬੰਦਾ ਹੋਵੇ ਤੇ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ। ਨਿਡਰਤਾ ਦੇ ਸੰਬੰਧ ਵਿੱਚ ਉਹ ਕਹਿੰਦੇ ਨੇ ਕਿ ਪੈ ਕਾਹੂ ਕੋ ਦੇਤ ਨਹੀਂ ਪੈ ਮਾਨਤ ਆਨ। ਮਤਲਬ ਕਿੰਨੀ ਖੂਬਸੂਰਤ ਗੱਲ ਹੈ। ਔਰ ਇਹ ਜਿਹੜਾ ਪੈ ਹੈ, ਨਾ ਮੈਂ ਡਰਦਾ, ਮੈਂ ਨਾ ਡਰਾਉਣਾ, ਇਹ ਸਿਰਫ ਜੰਗ ਨਾਲ ਸੰਬੰਧਿਤ ਗੱਲਾਂ ਨਹੀਂ ਹੈਗੀਆਂ ਨੇ, ਇਹ ਵਿਚਾਰਾਂ ਨਾਲ ਸੰਬੰਧਿਤ ਵੀ ਨੇ, ਇਹ ਡਾਇਲੌਗ ਨਾਲ ਸੰਬੰਧਿਤ ਵੀ ਨੇ, ਔਰ ਇਹ ਸੱਚਾਈ ਦੇ ਨਾਲ ਵੀ ਸੰਬੰਧਿਤ ਨੇ ਕਿ ਮੈਂ ਸੱਚ ਨੂੰ
ਪ੍ਰਨਾਉਣਾ ਹਾਂ, ਮੈਂ ਸੱਚ ਨੂੰ ਐਕਸੈਪਟ ਕਰਦਾ ਹਾਂ, ਤੇ ਫਿਰ ਮੈਂ ਉਸ ਸੰਦਰਭ ਦੇ ਵਿੱਚ ਮੈਂ ਬਿਲਕੁਲ ਭੈ ਮੁਕਤ ਹਾਂ, ਪਰ ਮੈਂ ਕਿਸੇ ਨੂੰ ਡਰਾਉਂਦਾ ਵੀ ਨਹੀਂ ਹਾਂ। ਇਹ ਜਿਹੜੀ ਬਰੀਕ ਔਰ ਮਹੀਨ ਇੱਕ ਨੁਆਂਸਡ ਮੈਸੇਜ ਹੈ, ਮੈਨੂੰ ਇੰਝ ਲੱਗਦਾ ਹੈ ਕਿ ਉਹ ਪੰਜਾਬੀਆਂ ਦੇ ਵਿੱਚ ਸੁਤੇ ਸਿੱਧ ਤੇ ਆਇਆ ਹੀ ਆਇਆ ਹੈ, ਔਰ ਉਹ ਸੰਸਥਾਵਾਂ ਨੇ ਵੀ ਉਸ ਨੂੰ ਅੱਗੇ ਕੀਤਾ ਹੈ। ਮੈਂ ਇਸ ਗੱਲ ਨੂੰ ਇੱਥੇ ਛੱਡਦਾ ਹੋਇਆ ਮੈਂ ਹੁਣ ਅੱਗੇ ਤੁਰਨਾ ਚਾਹੁੰਦਾ ਕਿ ਇਹ ਸਾਡਾ ਅਤੀਤ ਹੈ, ਸਾਡਾ ਪਿਛੋਕੜ ਹੈ, ਇਹ ਸਾਡਾ ਸੱਭਿਆਚਾਰ ਹੈ, ਇਹ ਸਾਡੇ ਅੰਦਰ ਵਸਦਾ ਹੈ। ਪ੍ਰੋਫੈਸਰ ਪੂਰਨ ਸਿੰਘ ਨੇ ਬਿਲਕੁਲ ਠੀਕ ਕਿਹਾ ਸੀ ਕਿ ਪੰਜਾਬ ਜਿਉਂਦਾ ਗੁਰੂਆਂ ਦੇ ਨਾਂ ਤੇ। ਹੁਣ ਅਸੀਂ ਥੋੜਾ ਅੱਗੇ ਜਦੋਂ ਆਉਂਦੇ ਹਾਂ, ਅਸੀਂ ਹੁਣ ਕਲੋਨੀਅਲ ਪੀਰੀਅਡ ਦੇ ਨੇੜੇ ਜਦੋਂ ਪਹੁੰਚਦੇ ਹਾਂ, ਉਸ ਤੋਂ ਪਹਿਲੇ ਪੰਜਾਬ ਦਾ ਇੱਕ ਇਹੋ ਜਿਹਾ ਖਿੱਤਾ ਹੈ ਜਿੱਥੇ ਮਹਾਰਾਜਾ ਰਣਜੀਤ ਸਿੰਘ ਰਾਜ ਕਰ ਰਹੇ ਨੇ, ਔਰ ਅੰਗਰੇਜ਼ ਬਸਤੀਵਾਦੀ ਰੁਚੀਆਂ ਦੇ ਅਧੀਨ ਆਲਮੋਸਟ 1700 ਦੇ ਵਿੱਚ ਔਰ 1600 ਦੇ ਅੰਤ ਦੇ ਵਿੱਚ ਔਰ ਉਹਨਾਂ ਨੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਨੇ। ਲੇਕਿਨ ਕਾਫੀ ਸਮਾਂ, ਇੱਕ ਸਦੀ ਦਾ ਹੀ ਸਮਾਂ ਲਗਭਗ, ਉਹ ਪੰਜਾਬ ਦੇ ਵੱਲ ਨਹੀਂ ਆ ਸਕਦੇ ਨੇ, ਨਹੀਂ ਆ ਸਕੇ। ਤੇ ਜੇ ਹਿੰਦੁਸਤਾਨ ਨੇ ਗੁਲਾਮੀ 200 ਜਾਂ 250 ਸਾਲ ਦੇਖੀ ਹੈ, ਤੇ ਪੰਜਾਬ ਨੇ 90 ਸਾਲ ਦੇਖੀ ਹੈ। ਜਦੋਂ ਕਲੋਨੀਅਲ ਪੀਰੀਅਡ, ਜਦੋਂ ਅੰਗਰੇਜ਼ ਪੰਜਾਬ ਦੇ ਉੱਪਰ ਵੀ ਕਾਬਜ਼ ਹੁੰਦੇ ਨੇ, ਉਸ ਵੇਲੇ ਐਜੂਕੇਸ਼ਨ ਦੀ ਜਿਹੜੀ ਸਥਿਤੀ ਹੈ, ਉਸ ਦੇ ਉੱਪਰ ਕਾਫੀ ਰਿਸਰਚ ਹੋਇਆ ਵੀ ਹੈ, ਲੇਕਿਨ ਉਹ ਕਾਫੀ ਨਹੀਂ। ਉਹਦੇ ਵਿੱਚ ਕਾਫੀ ਗੱਲਾਂ ਉਹਦੇ ਬਾਰੇ ਨਿਕਲ ਕੇ ਵੀ ਆਈਆਂ, ਔਰ ਹੁਣ ਤੱਕ ਜਿਹੜੀ ਇੱਕ ਕਿਤਾਬ ਜਿਸ ਦਾ ਬਹੁਤ ਜ਼ਿਕਰ ਕੀਤਾ ਜਾਂਦਾ ਹੈ, ਉਹ G.W. ਲਿਟਨਰ ਦੀ ਕਿਤਾਬ ਹੈ, ਹਿਸਟਰੀ ਆਫ ਇੰਡੀਜੀਨਸ ਐਜੂਕੇਸ਼ਨ ਇਨ ਪੰਜਾਬ। ਉਹ ਇਹ ਗੱਲ ਨੂੰ ਲਿਖਦੇ ਨੇ ਕਿ ਪੰਜਾਬ ਇੱਕ ਅਜਿਹਾ ਖਿੱਤਾ ਸੀ ਜਿਹਦੇ ਵਿੱਚ ਕੋਈ ਵੀ ਪਿੰਡ ਅਜਿਹਾ ਨਹੀਂ ਸੀ ਜਿੱਥੇ ਸਿੱਖਿਆ ਦਾ ਅਦਾਰਾ ਕੰਮ ਨਹੀਂ ਕਰਦਾ ਸੀ। ਇਹ ਗੱਲ ਅਲੱਗ ਹੈ ਕਿ ਉਹ ਧਰਮਾਂ ਦੇ ਨਾਲ ਜੁੜਿਆ ਹੋਇਆ ਸੀ, ਕਿ ਮੰਦਰ ਨੇ, ਮਸਜਿਦ ਨੇ, ਉਦੋਂ ਅਸੀਂ ਠਾਕਰ ਦੁਆਰੇ ਕਹਿੰਦੇ ਸਾਂ ਗੁਰਦੁਆਰਿਆਂ ਨੂੰ। ਮਤਲਬ ਇਹ ਜਿੰਨੇ ਵੀ ਸੰਸਥਾਵਾਂ ਸਨ, ਉਹਨਾਂ ਦੇ ਨਾਲ ਇਹ ਜ਼ਰੂਰੀ ਸੀ ਕਿ ਸਿੱਖਿਆ ਦੇਣ ਦਾ ਵੀ ਕੰਮ ਹੋਏਗਾ, ਔਰ ਉਹ ਕਈ ਐਫਰਟਸ, ਇੱਕ ਸਾਰਿਆਂ ਨੂੰ ਲਿਟਰੇਟ ਕਰਨ ਦੇ ਲਈ ਇੱਕ ਕਾਇਦਾ ਸਾਂਝਾ ਬਣਾਉਣਾ, ਫਿਰ ਇੱਕ ਫਰੀडम ਦੇਣਾ ਕਿ ਕਿਸੇ ਨੇ ਕਿਹੜੀ ਵੀ ਭਾਸ਼ਾ ਸਿੱਖਣੀ ਹੈ, ਉਹਨੇ ਉਰਦੂ ਸਿੱਖਣੀ ਹੈ ਕਿ ਗੁਰਮੁਖੀ ਸਿੱਖਣੀ ਹੈ ਕਿ ਨਾਗਰੀ ਸਿੱਖਣੀ ਹੈ ਕਿ ਲੰਡੇ ਸਿੱਖਣੀ ਹੈ ਕਿ ਕਿਹੜੀ ਸਿੱਖਣੀ ਹੈ। ਸੋ ਇਸ ਤਰ੍ਹਾਂ ਦਾ ਇੱਕ ਉਹ ਚਿੱਤਰ ਪੇਸ਼ ਕਰਦੇ ਨੇ ਕਿ ਜਿਹਦੇ ਵਿੱਚ ਇਹ ਦੱਸਿਆ ਉਹਨਾਂ ਨੇ ਦੱਸਿਆ ਕਿ ਉਸ ਵੇਲੇ ਦੇ ਹਿਸਾਬ ਦੇ ਨਾਲ ਪੰਜਾਬ ਇੱਕ ਲਿਟਰੇਟ, ਹਾਈਲੀ ਲਿਟਰੇਟ ਸਟੇਟ ਸੀ। ਔਰ ਬਹੁਤ ਹੀ ਖੂਬਸੂਰਤੀ ਦੀ ਗੱਲ, ਫਿਰ ਮੈਨੂੰ ਗੁਰੂ ਸਾਹਿਬਾਨ ਦੀ ਉਸ ਪਰੰਪਰਾ ਨੂੰ ਯਾਦ ਮੈਨੂੰ ਇੱਥੇ ਕਰਨਾ ਬਣਦਾ ਹੈ ਕਿ ਉਹ ਔਰਤਾਂ ਦੀ ਜਿਹੜੀ ਸ਼ਮੂਲੀਅਤ ਸਿੱਖਿਆ ਵਿੱਚ ਸੀ, ਉਹ ਵੀ ਕਮਾਲ ਸੀ। ਮਤਲਬ ਕਿ ਔਰਤਾਂ ਦੇ ਵਿੱਚ ਵੀ ਲਿਟਰੇਸੀ ਰੇਟ ਬਿਲਕੁਲ ਓਨਾ ਹੀ ਸੀ ਜਿੰਨਾ ਮਰਦਾਂ ਦਾ ਲਿਟਰੇਸੀ ਰੇਟ ਸੀ। ਇਸ ਦੇ ਬਾਰੇ ਅਜੇ ਹੋਰ ਗਹਿਰਾਈ ਨਾਲ, ਬਿਲਕੁਲ ਡਿਸਪੈਸ਼ਨੇਟ ਹੋ ਕੇ ਰਿਸਰਚ ਕਰਨ ਦੀਆਂ ਸੰਭਾਵਨਾਵਾਂ ਅਜੇ ਵੀ ਬਚੀਆਂ ਹੋਈਆਂ ਨੇ, ਕਿਉਂਕਿ ਲਿਟਨਰ ਦਾ ਜਿਹੜਾ ਬਿਆਨ ਹੈ, ਲਿਟਨਰ ਦਾ ਬਿਆਨ ਇਸ ਵੇਲੇ ਆਥੈਂਟਿਕ ਉਹੀ ਮੰਨਿਆ ਜਾ ਰਿਹਾ ਹੈ। ਪਰ ਇਹ ਵੀ ਗੱਲ ਦੇਖਣ ਵਾਲੀ ਹੈ ਕਿ ਲਿਟਨਰ ਬ੍ਰਿਟਿਸ਼ ਹੁਕੂਮਤ ਦੇ ਨੁਮਾਇੰਦੇ ਸਨ,
ਬ੍ਰਿਟਿਸ਼ ਹਕੂਮਤ ਦੇ ਨਾਲ ਉਹ ਜੁੜੇ ਹੋਏ ਸਨ। ਉਹਨਾਂ ਨੇ ਬਹੁਤ ਆਬਜੈਕਟਿਵ ਹੋ ਕੇ ਗੱਲ ਕੀਤੀ ਵੀ ਹੋਏਗੀ, ਲੇਕਿਨ ਫਿਰ ਵੀ ਕਿਤੇ ਹੋ ਸਕਦਾ ਹੈ ਕਿ ਅਸੀਂ ਉਹ ਪੂਰੀਆਂ ਸੰਭਾਵਨਾਵਾਂ ਨੂੰ ਖਤਮ ਕਰ ਦੇਣਾ ਚਾਹੁੰਦੇ ਹਾਂ ਜਿਹੜੀਆਂ ਕਿਸੇ ਵੀ ਕਿਸਮ ਦੇ ਸ਼ੱਕ ਜਾਂ ਸ਼ੁਬੇ ਨੂੰ ਖੜਾ ਕਰਦੀਆਂ ਹੋਣ ਕਿ ਕੀ ਇਹ ਜਿਹੜਾ ਬਿਆਨ ਹੈ ਇਹ ਟਿਊਟਰਡ ਡਾਕਟਰਡ ਬਿਆਨ ਤਾਂ ਨਹੀਂ ਸੀ। ਮੈਨੂੰ ਇਹ ਲੱਗਦਾ ਹੈ ਕਿ ਇਹ ਜਾਇਜ਼ ਗੱਲ ਵੀ ਹੈ ਕਿ ਜੇ ਰਿਸਰਚ ਓਰੀਐਂਟੇਸ਼ਨ ਵਾਲੇ ਲੋਕ ਇਸ ਗੱਲ ਨੂੰ ਵੈਲਕਮ ਤਾਂ ਕਰਨਗੇ। ਦੋਸਤੋ, ਲਿਟਨਰ, ਫਿਰ ਉਹਦਾ ਜ਼ਿਕਰ ਮੈਂ ਕਰਾਂ ਕਿ ਉਹ ਆਪਣੀ ਕਿਤਾਬ, ਉਸ ਕਿਤਾਬ ਦੇ ਵਿੱਚ ਲਿਖਦੇ ਨੇ ਕਿ ਅਸੀਂ ਕਿਵੇਂ ਬ੍ਰਿਟਿਸ਼ ਗਵਰਨਮੈਂਟ ਨੇ ਕਿਵੇਂ ਉਸ ਇੰਡੀਜਨਸ ਐਜੂਕੇਸ਼ਨ ਸਿਸਟਮ ਨੂੰ ਤਬਾਹ ਕੀਤਾ ਔਰ ਇੱਕ ਗਵਰਨਮੈਂਟ ਸਿਸਟਮ ਨੂੰ ਖੜਾ ਕੀਤਾ। ਔਰ ਉਹ ਇਸ ਗੱਲ ਨੂੰ ਬਹੁਤ ਵਿਸਤਾਰ ਦੇ ਨਾਲ ਆਪਣੇ ਡਿਸਪੈਚਸ ਦੇ ਨਾਲ ਕੋਟ ਕਰਕੇ ਉਹ ਦੱਸਦੇ ਨੇ ਕਿ ਅਸੀਂ ਇੱਕ ਉਹਦੇ ਬਿਲਕੁਲ ਪੈਰਲਲ ਸਰਕਾਰੀ ਤੰਤਰ ਖੜਾ ਕੀਤਾ ਜਿਹੜਾ ਪਹਿਲੇ ਇੰਡੀਜਨਸ ਐਜੂਕੇਸ਼ਨ ਵਾਲੇ ਤੰਤਰ ਤੋਂ ਬਿਲਕੁਲ ਫਰਕ ਸੀ। ਉਹ ਕਮਿਊਨਿਟੀ ਓਨਡ ਵਿਵਸਥਾ ਸੀ ਔਰ ਇਹ ਜਿਹੜੀ ਗਵਰਨਮੈਂਟ ਸਿਸਟਮ ਹੈ ਇਹ ਗਵਰਨਮੈਂਟ ਇੰਪੋਜ਼ਡ ਵਿਵਸਥਾ ਸੀ। ਔਰ ਕਮਿਊਨਿਟੀ ਓਨਡ ਵਿਵਸਥਾ ਗਵਰਨਮੈਂਟ ਸਪਾਂਸਰਡ ਵਿਵਸਥਾ ਦੇ ਸਾਹਮਣੇ ਬਹੁਤੀ ਦੇਰ ਟਿਕ ਨਹੀਂ ਪਾਉਂਦੀ, ਉਹ ਹੌਲੀ ਹੌਲੀ ਖਤਮ ਹੋ ਜਾਂਦੀ ਹੈ ਤੇ ਸਰਕਾਰੀ ਸਿਸਟਮ ਆ ਜਾਂਦਾ ਹੈ। ਬਹਿਰਹਾਲ ਉਹਦੀਆਂ ਆਪਣੀਆਂ ਕੁਝ ਖੂਬੀਆਂ ਔਰ ਕਮਜ਼ੋਰੀਆਂ ਹਨ ਸੀਗੀਆਂ ਤੇ ਕਮਿਊਨਿਟੀ ਓਨਡ ਜਿਹੜੇ ਪਹਿਲੇ ਇੰਡੀਜਨਸ ਸਿਸਟਮ ਨੇ ਉਹਨਾਂ ਦੀਆਂ ਵੀ ਕੁਝ ਆਪਣੀਆਂ ਕਮਜ਼ੋਰੀਆਂ ਔਰ ਸਟਰੈਂਥ ਸਨ, ਜਿਵੇਂ ਕਰਿਕੂਲਮ ਔਰ ਚੋਇਸ ਆਫ ਸਬਜੈਕਟਸ ਦੇ ਬਾਰੇ ਜਾਂ ਨੇਚਰ ਆਫ ਐਜੂਕੇਸ਼ਨ ਦੇ ਬਾਰੇ ਕਈ ਸਵਾਲ ਉਹਦੇ ਨੇ ਜਿਨ੍ਹਾਂ ਦੇ ਅਜੇ ਹੱਲ ਕੱਢਣੇ ਸਾਡੇ ਕੋਲ ਅਜੇ ਬਾਕੀ ਨੇ। ਕਲੋਨੀਅਲ ਪੀਰੀਅਡ ਦਾ ਜਿਹੜਾ ਸਮਾਂ ਉਹ ਇੱਕ ਕਿਤਾਬ ਪ੍ਰੋਫੈਸਰ ਕ੍ਰਿਸ਼ਨ ਕੁਮਾਰ ਐਜੂਕੇਸ਼ਨਲ ਥਿਓਰਿਸਟ ਨੇ ਉਹ ਆਪਣੀ ਕਿਤਾਬ ਜਿਹੜੀ ਹਿਸਟਰੀ ਆਫ ਕਲੋਨੀਅਲ ਐਜੂਕੇਸ਼ਨ ਦੇ ਉੱਪਰ ਉਹ ਉਹਨਾਂ ਦੀ ਕਿਤਾਬ ਹੈ, ਮੈਂ ਉਹਦਾ ਨਾਮ ਪਲੀਜ਼ ਤੁਹਾਨੂੰ ਦੱਸ ਦਿਆਂਗਾ। ਉਹਦੇ ਵਿੱਚ ਉਹ ਲਿਖਦੇ ਨੇ ਕਿ ਜਿਹੜਾ ਬ੍ਰਿਟਿਸ਼ ਰਜੀਮ ਹੈ ਔਰ ਜਿਹੜੇ ਕਲੋਨੀਅਲ ਮਾਸਟਰਸ ਸੀਗੇ ਉਹ ਆਪਣੀ ਰਿਆਇਆ ਨੂੰ, ਮਤਲਬ ਰਿਆਇਆ ਹੀ ਤਾਂ ਮੰਨਦੇ ਸੀ, ਪ੍ਰਜਾ ਹੀ ਤਾਂ ਮੰਨਦੇ ਸੀ, ਉਹ ਐਡਲਟ ਚਾਈਲਡ ਰਿਲੇਸ਼ਨਸ਼ਿਪ ਦੇ ਨੁਕਤਾ ਨਿਗਾਹ ਨਾਲ ਵੇਖਦੇ ਸੀ। ਜਿਵੇਂ ਐਡਲਟ ਨੂੰ ਇਹ ਵਹਿਮ ਹੋ ਜਾਂਦਾ ਹੈ ਕਿ ਸਭ ਕੁਝ ਉਹਨੂੰ ਪਤਾ ਹੈ ਤੇ ਬੱਚੇ ਨੂੰ ਕੁਝ ਨਹੀਂ ਪਤਾ। ਸਾਡੇ ਸਕੂਲ ਟੀਚਰ ਔਰ ਸਟੂਡੈਂਟ ਦਾ ਰਿਲੇਸ਼ਨਸ਼ਿਪ ਵੀ ਕਈ ਵਾਰ ਇਸ ਤਰ੍ਹਾਂ ਹੀ ਡਿਫਾਈਨ ਹੁੰਦਾ ਹੈ ਕਿ ਐਡਲਟ ਟੀਚਰ ਹੈ, ਟੀਚਰ ਨੂੰ ਸਭ ਕੁਝ ਪਤਾ ਹੈ ਤੇ ਸਟੂਡੈਂਟ ਨੂੰ ਬਿਲਕੁਲ ਵੀ ਉਹ ਖਾਲੀ, ਉਹਨੂੰ ਕੁਝ ਨਹੀਂ ਪਤਾ। ਹਾਲਾਂਕਿ ਇਹ ਬਿਲਕੁਲ ਇਤਰਾਜ਼ਯੋਗ ਔਰ ਪ੍ਰੋਬਲਮੈਟਿਕ ਪ੍ਰੈਪੋਜੀਸ਼ਨ ਹੈ, ਇੰਜ ਤਾਂ ਨਹੀਂ ਹੁੰਦਾ, ਰਾਈਟ। ਲੇਕਿਨ ਉਹ ਜਿਹਨੂੰ ਪੈਟਰੋਨਾਈਜ਼ਿੰਗ ਐਟੀਟਿਊਡ ਦੇ ਨਾਲ ਜਿਹੜਾ ਐਡਲਟ ਹੈ ਉਹ ਬੱਚੇ ਨੂੰ ਵੇਖਦਾ ਹੈ ਕਿ ਤੈਨੂੰ ਕੁਝ ਨਹੀਂ ਪਤਾ, ਤੈਨੂੰ ਮੈਂ ਦੱਸਾਂਗਾ ਕੀ ਠੀਕ ਹੈ, ਤੂੰ ਕਿਵੇਂ ਚੱਲਣਾ ਮੈਂ ਦੱਸਾਂਗਾ। ਤੇ ਬ੍ਰਿਟਿਸ਼ ਰਜੀਮ ਆਪਣੇ ਆਪ ਨੂੰ ਐਡਲਟ ਵਾਂਗ ਬਿਹੇਵ ਕਰਦਾ ਸੀ ਔਰ ਜਿਹੜੀ ਹਿੰਦੁਸਤਾਨ ਦੀ ਜਨਤਾ ਹੈ ਉਸ ਨੂੰ ਉਹ ਬੱਚਿਆਂ ਦੇ ਤੁਲ ਮੰਨਦਾ ਸੀ। ਉਹਨੂੰ ਜੇ ਆਪਾਂ ਹੋਰ ਵਿਸਤਾਰ ਵਿੱਚ ਸਮਝਣਾ ਚਾਹੀਏ ਤਾਂ ਉਹ ਇਸ ਤਰ੍ਹਾਂ ਕਿ ਉਹ ਇਹ ਮੰਨਦਾ ਸੀ ਕਿ ਤੁਸੀਂ ਕੁਝ ਨਹੀਂ ਹੋ, ਤੁਹਾਨੂੰ ਕੁਝ ਨਹੀਂ ਪਤਾ, ਤੁਹਾਨੂੰ ਸਾਰਾ ਕੁਝ ਅਸੀਂ ਦੱਸਾਂਗੇ, ਤੁਹਾਨੂੰ ਪੜ੍ਹਨਾ ਕੀ ਹੈ ਇਹ ਵੀ ਅਸੀਂ ਦੱਸਾਂਗੇ, ਸਾਹਿਤ ਕੀ ਚੰਗਾ ਹੁੰਦਾ ਅਸੀਂ ਦੱਸਾਂਗੇ, ਜੀਵਨ ਜਾਂਚ ਕੀ ਹੁੰਦੀ ਹੈ ਅਸੀਂ ਦੱਸਾਂਗੇ। ਤੇ ਉਹ ਕੁਝ ਇਸ ਤਰ੍ਹਾਂ ਦਾ ਬਿਹੇਵੀਅਰ ਉਹ ਕਰਦੇ ਸੀਗੇ। ਔਰ ਉਹ ਸਾਰੀ ਐਜੂਕੇਸ਼ਨ ਸਿਸਟਮ ਜਿਹੜਾ ਉਹਨਾਂ ਨੇ ਬਣਾਇਆ ਔਰ ਜਿਸ ਤਰ੍ਹਾਂ ਉਹਨਾਂ ਨੇ ਬਿਹੇਵ ਕੀਤਾ ਪੋਲੀਟੀਕਲ ਐਰੀਨਾ ਵਿੱਚ ਵੀ, ਲਿਟਰੇਚਰ ਦੇ ਐਰੀਨਾ ਵਿੱਚ ਵੀ, ਐਜੂਕੇਸ਼ਨ ਦੇ ਖੇਤਰ ਵਿੱਚ ਵੀ ਉਹਨਾਂ ਦਾ ਇੱਕ ਜਿਹਾ ਪੈਟਰੋਨਾਈਜ਼ਿੰਗ ਐਟੀਟਿਊਡ ਸੀਗਾ, ਉਹ ਦਿਸਦਾ ਰਿਹਾ।
ਪਰ ਦੋਸਤੋ ਕਮਾਲ ਦੀ ਗੱਲ ਇਹ ਹੈ ਕਿ 1849 ਦੇ ਵਿੱਚ ਅੰਗਰੇਜ਼ ਪੰਜਾਬ ਉੱਪਰ ਕਾਬਜ਼ ਹੋ ਜਾਂਦੇ ਨੇ। ਆਲਮੋਸਟ ਰਣਜੀਤ ਸਿੰਘ ਦੇ ਚਲੇ ਜਾਣ ਤੇ 10 ਸਾਲ ਤੋਂ ਬਾਅਦ ਪੰਜਾਬ ਦੇ ਵਿੱਚ ਇੱਕ ਮੁਹਿੰਮ ਚੱਲਦੀ ਹੈ, ਔਰ ਉਹ ਮੁਹਿੰਮ ਇਹ ਚੱਲਦੀ ਹੈ ਕਿ ਤੁਸੀਂ 3 ਯੂਨੀਵਰਸਿਟੀਆਂ ਦੇ ਨਾਲ ਸਾਰੇ ਹਿੰਦੁਸਤਾਨ ਦੀ ਐਜੂਕੇਸ਼ਨ ਨੂੰ ਕੰਟਰੋਲ ਕਰ ਰਹੇ ਹੋ। ਇੱਕ ਕੈਲਕਟਾ, ਇੱਕ ਮਦਰਾਸ ਤੇ ਇੱਕ ਬੰਬੇ। ਇਹ ਪ੍ਰੈਜ਼ੀਡੈਂਸੀਜ਼ ਸੀਗੀਆਂ ਤੇ ਉੱਥੇ ਇਹਨਾਂ ਨੇ ਯੂਨੀਵਰਸਿਟੀਆਂ ਬਣਾਈਆਂ ਸੀ ਤੇ ਸਾਰੇ ਹਿੰਦੁਸਤਾਨ ਦਾ ਜਿਹੜਾ ਐਜੂਕੇਸ਼ਨ, ਹਾਇਰ ਐਜੂਕੇਸ਼ਨ ਹੈ, ਉਹ ਇਹਨਾਂ ਯੂਨੀਵਰਸਿਟੀਆਂ ਦੇ ਵਿੱਚ ਦੇ ਥਰੂ ਚੱਲਦਾ ਸੀ। ਤੇ ਇਹ ਯੂਨੀਵਰਸਿਟੀਆਂ ਐਗਜ਼ਾਮਿਨਿੰਗ ਯੂਨੀਵਰਸਿਟੀਆਂ ਸੀਗੀਆਂ। ਇਹ ਇੱਕ ਔਨ ਕੈਂਪਸ ਟੀਚਿੰਗ ਯੂਨੀਵਰਸਿਟੀਜ਼ ਨਹੀਂ ਸੀ ਹੈਗੀਆਂ। ਪੰਜਾਬ ਦੇ ਲੋਕ ਇਹ ਮੁਹਿੰਮ ਚਲਾਉਂਦੇ ਨੇ, ਇਹ ਅਪੀਲਸ ਕਰਦੇ ਨੇ ਕਿ ਤੁਸੀਂ ਇਸ ਖਿੱਤੇ ਵਿੱਚ ਯੂਨੀਵਰਸਿਟੀ ਬਣਾਓ। ਤੁਸੀਂ ਕਿਉਂ ਯੂਨੀਵਰਸਿਟੀ ਨਹੀਂ ਬਣਾਓਗੇ? ਦੋਸਤੋ, ਪੂਰਾ ਇੱਕ ਇਤਿਹਾਸ ਹੈ ਕਿ ਜਿਹਦੇ ਵਿੱਚ ਇਹ ਦਰਜ ਹੈ ਕਿ ਪੰਜਾਬ ਦੇ ਲੋਕ ਬਾਰ-ਬਾਰ ਅਪੀਲ ਕਰਦੇ ਨੇ ਬ੍ਰਿਟਿਸ਼ ਗਵਰਨਮੈਂਟ ਨੂੰ ਕਿ ਤੁਸੀਂ ਸਾਡੇ ਲਈ ਇੱਥੇ ਯੂਨੀਵਰਸਿਟੀ ਬਣਾਓ, ਇਸ ਰੀਜਨ ਲਈ ਬਣਾਓ, ਪੰਜਾਬ ਦੇ ਏਰੀਆ ਲਈ ਯੂਨੀਵਰਸਿਟੀ ਬਣਾਓ। ਔਰ ਲਗਾਤਾਰ ਸਟਰਗਲ ਜਿਹੜੀ ਹੈ ਉਹ ਚੱਲਦੀ ਹੈ, ਔਰ ਸਟਰਗਲ ਇਸ ਕਰਕੇ ਚੱਲਦੀ ਹੈ ਕਿ ਬ੍ਰਿਟਿਸ਼ ਗਵਰਨਮੈਂਟ ਐਡਮੈਂਟ ਹੈ ਕਿ ਅਸੀਂ ਇੱਥੇ ਯੂਨੀਵਰਸਿਟੀ ਨਹੀਂ ਬਣਾਵਾਂਗੇ। ਔਰ ਉਹ ਰੀਜ਼ਨ ਖੈਰ ਕਈ ਉਹ ਦਿੰਦੇ ਨੇ ਕਿ ਜੀ ਸਟੈਂਡਰਡ ਕਮਜ਼ੋਰ ਹੋ ਜਾਣਗੇ, ਇਹ ਤਾਂ ਫਿਰ ਬਿਖਰ ਜਾਏਗਾ, ਇੱਥੇ ਤਾਂ ਅਸੀਂ ਕਿਵੇਂ ਅਸੀਂ ਤੁਹਾਨੂੰ ਦੇ ਸਕਦੇ ਹਾਂ ਇਹ ਸਾਰਾ ਕੁਝ। ਪਰ ਸਾਨੂੰ ਇਸ ਗੱਲ ਦੇ ਉੱਪਰ ਮਾਣ ਵੀ ਕਰ ਸਕਦੇ ਹਾਂ ਤੇ ਇਸ ਗੱਲ ਦੇ ਉੱਪਰ ਆਪਾਂ ਨੂੰ ਇੱਕ ਤਸੱਲੀ ਵੀ ਆਪਾਂ ਕਰ ਸਕਦੇ ਹਾਂ ਕਿ ਇਸ ਖਿੱਤੇ ਦੇ ਲੋਕਾਂ ਨੇ ਆਪਣੀ ਉਸ ਮੁਹਿੰਮ ਨੂੰ ਔਰ ਆਪਣੀ ਉਸ ਮੂਵ ਨੂੰ ਉਨੀ ਦੇਰ ਤੱਕ ਨਹੀਂ ਛੱਡਿਆ ਜਿੰਨੀ ਦੇਰ ਤੱਕ ਇੱਥੇ ਯੂਨੀਵਰਸਿਟੀ ਬਣ ਨਹੀਂ ਗਈ। ਔਰ ਉਹ ਯੂਨੀਵਰਸਿਟੀ ਬਣਨ ਦੇ ਵਿੱਚ ਕਿੱਥੇ ਬਹਿਸਾਂ ਹੋਈਆਂ, ਗਵਰਨਰ ਦੇ ਕੋਲ, ਗਵਰਨਰ ਜਨਰਲ ਦੇ ਕੋਲ, ਵਾਇਸਰਾਏ ਦੇ ਕੋਲ, ਇੰਗਲੈਂਡ ਦੀ ਪਾਰਲੀਮੈਂਟ ਤੱਕ ਜਾ ਕੇ ਉਹ ਪੂਰੀਆਂ ਬਹਿਸਾਂ ਹੁੰਦੀਆਂ ਨੇ, ਪ੍ਰੈਜ਼ੈਂਟੇਸ਼ਨਸ ਹੁੰਦੀਆਂ ਨੇ, ਉਹਨਾਂ ਨੂੰ ਰਿਜੈਕਟ ਕੀਤਾ ਜਾਂਦਾ ਹੈ। ਔਰ ਅਖੀਰ ਤੇ ਇਹ ਕਿਹਾ ਜਾਂਦਾ ਹੈ ਕਿ ਅਸੀਂ ਯੂਨੀਵਰਸਿਟੀ ਤਾਂ ਨਹੀਂ ਬਣਾਵਾਂਗੇ, ਇੱਕ ਯੂਨੀਵਰਸਿਟੀ ਕਾਲਜ ਜ਼ਰੂਰ ਬਣਾ ਦੇਵਾਂਗੇ। ਗਵਰਨਮੈਂਟ ਕਾਲਜ ਲਾਹੌਰ ਜਿਹੜਾ 1862 ਜਾਂ 64 ਦੇ ਵਿੱਚ ਬਣਦਾ ਹੈ, ਤੇ ਉਸ ਨੂੰ ਉਹ ਕਹਿੰਦੇ ਨੇ ਕਿ ਵੀ ਠੀਕ ਹੈ ਕਿ ਤੁਸੀਂ ਕਿਉਂਕਿ ਇੰਨਾ ਇਨਸਿਸਟ ਕਰ ਰਹੇ ਹੋ ਔਰ ਡਿਮਾਂਡ ਇੰਨਾ ਜ਼ਬਰਦਸਤ ਔਰ ਇੰਨਾ ਤੇਜ਼ ਹੈ, ਔਰ ਹਰ ਤਰ੍ਹਾਂ ਦੀ ਕਮਿਊਨਿਟੀ, ਹਰ ਵਰਗ ਦੇ ਲੋਕ ਉਸ ਦੇ ਵਿੱਚ ਸ਼ਾਮਿਲ ਨੇ, ਔਰ ਅਸੀਂ ਇਸ ਨੂੰ ਯੂਨੀਵਰਸਿਟੀ ਕਾਲਜ ਬਣਾ ਦਿੰਦੇ ਹਾਂ। ਇਹ ਪਹਿਲੀ ਇਹ 1869 ਵਿੱਚ ਹੁੰਦਾ। ਮੈਨੂੰ ਇੰਝ ਲੱਗਦਾ ਹੈ ਕਿ ਇਹ ਜਿਹੜਾ ਮੂਵ ਹੈ, ਇਹ ਜਿਹੜੀ ਮੁਹਿੰਮ ਹੈ, ਇਸ ਦੇ ਵਿੱਚ ਉਹ ਜਿਹੜੀ ਮੈਂ ਪਰੰਪਰਾ ਦੀ, ਸੰਵਾਦ ਦੀ ਪਰੰਪਰਾ ਦੀ, ਐਜੂਕੇਸ਼ਨ ਦੇ ਡੈਮੋਕ੍ਰੇਟਾਈਜੇਸ਼ਨ ਦੀ ਪਰੰਪਰਾ ਦੀ ਜਿਹੜੀ ਗੁਰੂ ਸਾਹਿਬਾਨ ਤੋਂ ਅੱਗੇ ਤੁਰੀ ਆਉਂਦੀ ਹੈ, ਇਹ ਉਸ ਦੀ ਦੇਣ ਮੈਨੂੰ ਲੱਗਦੀ ਹੈ। ਔਰ ਬਿਲਕੁਲ ਲੱਗਦੀ ਕੀ ਹੈ, ਮੈਂ ਕਈ ਵਾਰ ਬਿਲਕੁਲ ਵਿਸ਼ਵਾਸ ਨਾਲ ਇਹ ਕਹਿਣਾ ਕਿ ਇਹ ਉਸ ਕਰਕੇ ਹੀ ਤਾਂ ਹੋਏਗਾ ਕਿਉਂਕਿ ਬੜਾ ਯੂਨੀਕ ਸੀ। ਉਸ ਤੋਂ ਬਾਅਦ ਤੁਸੀਂ ਇਹ ਦੇਖੋਗੇ 1869 ਵਿੱਚ ਜਦੋਂ ਯੂਨੀਵਰਸਿਟੀ ਕਾਲਜ ਬਣਦਾ ਹੈ ਤੇ ਯੂਨੀਵਰਸਿਟੀ ਬਣਾਉਣ ਦੇ ਵਾਸਤੇ ਮੁਹਿੰਮ ਦੇਣ ਵਾਲੇ ਜਿਹੜੇ ਲੋਕ ਨੇ, ਉਹ ਆਪਣੀ ਮੁਹਿੰਮ ਨੂੰ, ਆਪਣੇ ਉਸ ਯਤਨਾਂ ਨੂੰ ਛੱਡਦੇ ਨਹੀਂ। ਬ੍ਰਿਟਿਸ਼ ਗਵਰਨਮੈਂਟ ਫਿਰ ਇਹ ਕਹਿੰਦੀ ਹੈ ਕਿ ਸਾਡੇ ਕੋਲ ਇੰਨਾ ਪੈਸਾ ਹੀ ਨਹੀਂ, ਔਰ ਇਹ ਜਿਹੜਾ ਸਾਡੇ ਕੋਲ ਇੰਨਾ ਪੈਸਾ ਨਹੀਂ, ਇਹ ਇੱਕ ਸਟੈਂਡਰਡਾਈਜ਼ਡ ਯੂਨੀਵਰਸਲ
since time immemorial एक स्टेटमेंट है ਜਿਹੜੀ एजुकेशन ਦੇ ਵਾਸਤੇ ਹਰ ਸਰਕਾਰ ਹਰ ਤਰ੍ਹਾਂ ਦੀ ਸਰਕਾਰ ਦਿੰਦੀ ਹੀ ਦਿੰਦੀ ਹੈ। ਔਰ ਮੈਂ ਕਈ ਵਾਰ ਹੈਰਾਨ ਹੁੰਨਾ ਕਿ ਇੰਨੇ ਸਮੇਂ ਤੋਂ ਐਜੂਕੇਸ਼ਨ ਦੀ ਜੇ ਡਿਮਾਂਡ ਜਦੋਂ ਹੁੰਦੀ ਹੈ ਤੇ ਹਰ ਵਾਰ ਹਰ ਵੇਲੇ ਹਰ ਸਰਕਾਰ ਨੂੰ ਐਜੂਕੇਸ਼ਨ ਤੇ ਪੈਸਾ ਖਰਚਣ ਦੀ ਕਮੀ ਹੀ ਕਿਉਂ ਦਿਖਦੀ ਹੁੰਦੀ ਹੈ। ਤਾਂ ਇਹ ਇੱਕ ਵੱਖਰਾ ਵਿਸ਼ਾ ਨੂੰ ਆਪਾਂ ਫਿਰ ਇਹਦੇ ਬਾਰੇ ਗੱਲ ਕਰਾਂਗੇ। ਜਦੋਂ ਪੈਸੇ ਦੀ ਗੱਲ ਆਉਂਦੀ ਹੈ, ਪਰ ਇੱਕ ਬੜੀ ਖੂਬਸੂਰਤ ਗੱਲ ਪੰਜਾਬ ਦੇ ਵਿੱਚ ਹੁੰਦੀ ਹੈ। ਪੰਜਾਬ ਦੇ ਲੋਕ ਪੈਸਾ ਇਕੱਠਾ ਕਰਦੇ ਨੇ, ਕਹਿੰਦੇ ਨੇ ਕਿ ਤੁਸੀਂ ਦੱਸੋ ਕਿ ਯੂਨੀਵਰਸਿਟੀ ਚਲਾਉਣ ਲਈ ਕਿੰਨੇ ਪੈਸੇ ਚਾਹੀਦੇ, ਤੇ ਤੁਹਾਡੇ ਕੋਲ ਪੈਸੇ ਨਹੀਂ ਹੈਗੇ ਨਾ, ਅਸੀਂ ਪੈਸੇ ਇਕੱਠੇ ਕਰਦੇ ਹਾਂ। ਔਰ ਉਹ ਪੈਸੇ ਇਕੱਠੇ ਕਰਦੇ ਨੇ, ਔਰ ਉਹ ਇੱਕ ਪੈਸੇ ਇਕੱਠੇ ਕਰਦੇ ਨੇ, ਔਰ ਉਹ ਦੱਸਦੇ ਨੇ ਕਿ ਸਾਡੇ ਕੋਲ ਇੰਨਾ ਕਾਰਪਸ ਇਕੱਠਾ ਹੋ ਗਿਆ, ਤੇ ਜੇ ਕਿਤੇ ਵੀ ਕੋਈ ਕਮੀ ਆਏਗੀ ਪੰਜਾਬ ਦੇ ਲੋਕ ਉਹਦੇ ਵਾਸਤੇ ਖੁੱਲ ਕੇ ਹੋਰ ਪੈਸਾ ਦੇਣਗੇ, ਪਰ ਯੂਨੀਵਰਸਿਟੀ ਤਾਂ ਸਾਨੂੰ ਚਾਹੀਦੀ ਹੈ। ਔਰ ਇੰਨੇ ਯਤਨਾਂ ਤੋਂ ਬਾਅਦ, ਇੰਨੀ ਲਾਮਬੰਦੀ ਤੋਂ ਬਾਅਦ, ਇੰਨੀ ਪੋਜੀਸ਼ਨਿੰਗ ਤੋਂ ਬਾਅਦ 1882 ਵਿੱਚ ਪੰਜਾਬ ਯੂਨੀਵਰਸਿਟੀ ਲਾਹੌਰ ਵਿੱਚ ਐਸਟੈਬਲਿਸ਼ ਹੁੰਦੀ ਹੈ। ਅਸੀਂ ਦੁਖਦਾਈ ਵੰਡ ਦੇ ਅਸਰਾਂ ਹੇਠ ਉਹ ਉੱਥੇ ਨੇ, ਅਸੀਂ ਇੱਥੇ ਹਾਂ, ਪਰ ਸਾਡੀ ਉਹ ਜਿਹੜੀ ਅੰਬਲੀਕਲ ਕਾਰਡ ਹੈ, ਜਿਹੜੀ ਸਾਡੀ ਉਹ ਸੂਤਰ ਹੈ ਜਿਹੜਾ ਜਿੱਥੋਂ ਨਿਕਲਦੀ ਹੈ ਚੀਜ਼, ਉਹ ਤਾਂ ਉੱਥੇ ਹੀ ਹੈ। ਔਰ ਮੈਨੂੰ ਇੰਝ ਲੱਗਦਾ ਹੈ ਕਿ ਹਿੰਦੁਸਤਾਨ ਦੇ ਇਤਿਹਾਸ ਦੇ ਵਿੱਚ ਪਹਿਲੀ ਯੂਨੀਵਰਸਿਟੀ ਜਿਹੜੀ ਲੋਕਾਂ ਦੇ ਪੈਸੇ ਦੇ ਨਾਲ ਇਕੱਠੇ ਕਰਕੇ ਲੋਕਾਂ ਦੀ ਫਾਈਨੈਂਸ਼ੀਅਲ ਕਮਿਟਮੈਂਟ ਦੇ ਆਧਾਰ ਤੇ ਜਿਹੜੀ ਯੂਨੀਵਰਸਿਟੀ ਬਣਦੀ ਹੈ, ਔਰ ਜਿਹੜੀ ਲੋਕਾਂ ਦੀ ਜ਼ਬਰਦਸਤ ਮੰਗ ਤੋਂ ਬਾਅਦ ਬਣਦੀ ਹੈ, ਉਹ ਪੰਜਾਬ ਯੂਨੀਵਰਸਿਟੀ ਹੈ। ਬਾਕੀ ਯੂਨੀਵਰਸਿਟੀਆਂ ਬ੍ਰਿਟਿਸ਼ ਗਵਰਨਮੈਂਟ ਆਪ ਖੋਲਦੀ ਹੈ, ਪੰਜਾਬ ਯੂਨੀਵਰਸਿਟੀ ਲੋਕ ਖੋਲਦੇ ਨੇ। ਇਹ ਪੰਜਾਬ ਦਾ ਵਿਰਸਾ ਹੈ। ਇਹ ਪੰਜਾਬ ਦੇ ਲੋਕਾਂ ਦੀ ਐਜੂਕੇਸ਼ਨ ਦੇ ਪ੍ਰਤੀ ਸੰਵੇਦਨਸ਼ੀਲਤਾ, ਉਸ ਦੀ ਲੋੜ ਦੇ ਪ੍ਰਤੀ ਗੰਭੀਰਤਾ, ਔਰ ਉਹਦੇ ਵਾਸਤੇ ਉਹਨੂੰ ਪ੍ਰਾਪਤ ਕਰਨ ਲਈ ਜਿਹੜਾ ਸਿਰੜ ਹੈ, ਇਹ ਉਸ ਦੀ ਇੱਕ ਮਿਸਾਲ ਹੈ ਜਿਹੜੀ ਪੰਜਾਬ ਯੂਨੀਵਰਸਿਟੀ ਦੀ ਇਸਟੈਬਲਿਸ਼ਮੈਂਟ ਹੁੰਦੀ ਹੈ। ਔਰ ਪੰਜਾਬ ਯੂਨੀਵਰਸਿਟੀ ਇੱਕ ਪਹਿਲੀ ਯੂਨੀਵਰਸਿਟੀ ਬਣਦੀ ਹੈ ਜਿਹਦੇ ਵਿੱਚ ਟੀਚਿੰਗ ਵੀ ਹੁੰਦੀ ਹੈ ਤੇ ਐਗਜ਼ਾਮੀਨੇਸ਼ਨ ਵੀ ਹੁੰਦਾ ਹੈ। ਟੀਚਿੰਗ ਯੂਨੀਵਰਸਿਟੀ ਕੈਂਪਸ ਵਿੱਚ ਯੂਨੀਵਰਸਿਟੀ ਟੀਚ ਕਰੇਗੀ, ਉਹਦੇ ਅਲੱਗ-ਅਲੱਗ ਡਿਪਾਰਟਮੈਂਟਸ ਹੋਣਗੇ। ਇਹ ਪਹਿਲੇ ਉਹਨਾਂ ਯੂਨੀਵਰਸਿਟੀਆਂ ਵਿੱਚ ਜਿਹੜੀ ਮਦਰਾਸ, ਬੰਬੇ, ਕੈਲਕਟਾ ਵਿੱਚ ਇਹ ਨਹੀਂ ਸੀ। ਇਹ ਪਹਿਲੀ ਜਿਹੜੀ ਸ਼ੁਰੂਆਤ ਹੁੰਦੀ ਹੈ, ਇਹ ਪੰਜਾਬ ਯੂਨੀਵਰਸਿਟੀ ਤੋਂ ਹੁੰਦੀ ਹੈ। ਪਿੱਛੇ ਨੂੰ ਚਲੇ ਜਾਣਾ ਕਈ ਇਨਸਾਈਟਸ ਵੀ ਦਿੰਦਾ, ਕਈ ਤਰ੍ਹਾਂ ਦੀਆਂ ਤਸੱਲੀਆਂ ਵੀ ਦਿੰਦਾ, ਤੇ ਕਈ ਤਰ੍ਹਾਂ ਦੀਆਂ ਤਕਲੀਫਾਂ ਵੀ ਸਾਡੇ ਸਾਹਮਣੇ ਪੈਦਾ ਕਰਦਾ ਹੈ। ਮੈਂ ਇੱਕ ਅਗਲੇ ਦੌਰ ਦੇ ਵੱਲ ਦੋਸਤੋ ਤੁਹਾਡਾ ਧਿਆਨ ਕਰਵਾਉਣਾ ਚਾਹੁੰਦਾ, ਕਿ ਜਿਹਦੇ ਵਿੱਚ ਪੰਜਾਬ ਯੂਨੀਵਰਸਿਟੀ ਚੱਲ ਨਿਕਲਦੀ ਹੈ, ਫਿਰ ਕਾਲਜਸ ਬਣਦੇ ਨੇ, ਇਸ ਤਰ੍ਹਾਂ ਵਿਸਤਾਰ ਹੁੰਦਾ ਹੈ, ਪਸਾਰ ਹੁੰਦਾ ਹੈ। ਉਧਰ ਕਲੋਨੀਅਲ ਰੂਲ ਵੀ ਜਿਹੜਾ ਆਪਣੇ ਪੂਰੇ ਯੌਵਨ ਤੇ ਆ ਜਾਂਦਾ 1905-6, ਉਹਦੇ ਵਿੱਚ ਇੱਕ ਪਾਲਿਸੀ ਲਾਰਡ ਕਰਜ਼ਨ ਦੀ ਪਾਲਿਸੀ ਬਣਦੀ ਹੈ, ਐਫੀਲੀਏਸ਼ਨ ਦੇ ਕੰਮ ਦੌਰ ਚੱਲਦੇ ਨੇ, ਉਹਦੇ ਬਰਾਬਰ ਇੱਕ ਨੈਸ਼ਨਲ ਮੂਵਮੈਂਟ ਚੱਲ ਰਹੀ ਹੈ ਜਿਹੜੀ ਅੰਗਰੇਜ਼ ਰਾਜ ਤੋਂ ਮੁਕਤੀ ਚਾਹੁੰਦੀ ਹੈ, ਤੇ ਪੰਜਾਬ ਤੇ ਉਹਦੇ ਵਿੱਚ ਬਿਲਕੁਲ ਪਹਿਲੀਆਂ ਸਫਾਂ ਦੇ ਵਿੱਚ ਹੈ। ਅੰਗਰੇਜ਼ ਆਪਣੀ ਇੰਸਟੀਟਿਊਸ਼ਨਸ ਬਣਾਉਂਦੇ ਨੇ, ਕਾਲਜਸ ਖੋਲਦੇ ਨੇ, ਉਹਨਾਂ ਦਾ ਇੱਕ ਆਪਣਾ ਵਿਜ਼ਨ ਹੈ, ਆਪਣਾ ਇੱਕ ਕਰਿਕੂਲਮ ਹੈ, ਆਪਣੀ ਇੱਕ ਸੋਚ ਹੈ। ਉਹ ਉਸ ਤਰ੍ਹਾਂ ਦੀ ਜਿਹੜੀ ਜਨਰੇਸ਼ਨ ਹੈ ਉਹਨੂੰ ਪੈਦਾ ਕਰਨਾ ਚਾਹੁੰਦੇ ਨੇ, ਤੇ ਉਹਦੇ ਬਿਲਕੁਲ ਮੁਕਾਬਲੇ ਤੇ ਇੱਕ ਨੈਸ਼ਨਲ ਮੂਵਮੈਂਟ ਚੱਲਦੀ ਹੈ, ਔਰ ਜਿਹੜੀ ਇਹ ਕਹਿੰਦੀ ਹੈ ਕਿ ਅਸੀਂ ਆਪਣੇ ਕਾਲਜਸ, ਆਪਣੇ ਇੰਸਟੀਟਿਊਸ਼ਨਸ ਖੋਲਾਂਗੇ,
ਜਿਹਦੇ ਵਿੱਚ ਅਸੀਂ ਨੈਸ਼ਨਲ ਐਜੂਕੇਸ਼ਨ ਸਿਸਟਮ ਚਲਾਵਾਂਗੇ, ਦਿਆਂਗੇ, ਤੇ ਫਿਰ ਕਾਲਜਸ ਖੁੱਲ੍ਹਦੇ ਨੇ। ਕਈ ਸੰਸਥਾਵਾਂ ਜਿਵੇਂ DAVs ਨੇ, ਖਾਲਸਾ ਕਾਲਜ ਬਣਦਾ ਹੈ, ਉਹਦੇ ਨਾਲ ਹੋਰ ਕਈ ਸੰਸਥਾਵਾਂ ਬਣਦੀਆਂ ਨੇ। ਇਸ ਤਰ੍ਹਾਂ ਕਾਫੀ ਇੰਸਟੀਟਿਊਸ਼ਨਸ ਬਣਦੇ ਨੇ। ਤੇ ਪੰਜਾਬ ਦੇ ਵਿੱਚ ਇੱਕ ਜਿਹੜੀ ਵਿਸ਼ੇਸ਼ ਗੱਲ ਹੁੰਦੀ ਹੈ, ਪੰਜਾਬ ਦੇ ਵਿੱਚ ਗਵਰਨਮੈਂਟ ਇੰਸਟੀਟਿਊਸ਼ਨਸ ਬਹੁਤ ਘੱਟ ਖੁੱਲ੍ਹਦੇ ਨੇ। ਔਰ ਪੰਜਾਬ ਦੇ ਵਿੱਚ ਉਹੀ ਜਿਹੜੀ ਪਰੰਪਰਾ ਹੈ ਕਿ ਲੋਕ, ਸੰਸਥਾਵਾਂ ਆਪ ਅੱਗੇ ਆ ਕੇ ਹਿੰਮਤ ਕਰਕੇ ਉਹ ਇੰਸਟੀਟਿਊਸ਼ਨਸ ਖੋਲ੍ਹਦੇ ਨੇ। ਤੁਸੀਂ ਇਹ ਦੇਖੋਗੇ ਕਿ ਤੁਸੀਂ ਬਾਕੀ ਸਟੇਟਾਂ ਵਿੱਚ ਚਲੇ ਜਾਓ ਤੇ ਉੱਥੇ ਗਵਰਨਮੈਂਟ ਇੰਸਟੀਟਿਊਸ਼ਨਸ ਦੀ ਗਿਣਤੀ ਜ਼ਿਆਦਾ ਹੋ ਸਕਦੀ ਹੈ। ਕਿ ਸਾਡੇ ਇੱਥੇ ਗਵਰਨਮੈਂਟ ਦੀ ਇੰਸਟੀਟਿਊਸ਼ਨਸ ਦੀ ਪਹਿਲੀ ਗਿਣਤੀ ਬਹੁਤ ਘੱਟ ਸੀਗੀ, ਲੇਕਿਨ ਜ਼ਿਆਦਾ ਪ੍ਰਾਈਵੇਟ ਇੰਸਟੀਟਿਊਸ਼ਨਸ ਤੇ ਪ੍ਰਾਈਵੇਟ ਇੰਸਟੀਟਿਊਸ਼ਨਸ ਉਹ ਜਿਹੜੇ ਲੋਕ ਸੇਵਾ ਨੂੰ ਪ੍ਰਣਾਏ ਹੋਏ ਇੰਸਟੀਟਿਊਸ਼ਨ ਸੀਗੇ, ਜਿਨ੍ਹਾਂ ਨੂੰ ਇਹ ਪਤਾ ਸੀ ਕਿ ਉਹ ਕਮਾਈ ਨਹੀਂ ਕਰਨਗੇ, ਉਹ ਲੋਕਾਂ ਤੱਕ ਐਜੂਕੇਸ਼ਨ ਨੂੰ ਸਪਰੈਡ ਕਰਨਗੇ। ਔਰ ਘਾਟੇ ਵਿੱਚ ਵੀ ਉਹ ਚੱਲਦੇ ਰਹੇ ਨੇ, ਫਿਰ ਵੀ ਕਾਲਜ ਚਲਾਉਂਦੇ ਰਹੇ ਨੇ, ਔਰ ਸਰਕਾਰੀ ਜਬਰ ਦਾ ਵੀ ਮੁਕਾਬਲਾ ਕਰਦੇ ਰਹੇ। ਸੋ ਇਹ ਦੌਰ ਚੱਲਦਾ ਹੈ। ਇਹਦੇ ਵਿੱਚ ਮੈਂ ਇਹ ਵੀ ਨਹੀਂ ਆਪਣਾ ਇਹਨੂੰ ਮੈਂ ਨਹੀਂ ਇਸ਼ਾਰਾ ਕਰਨਾ ਨਹੀਂ ਭੁੱਲ ਸਕਦਾ ਕਿ ਸਿੰਘ ਸਭਾ ਮੂਵਮੈਂਟ ਔਰ ਆਰਿਆ ਸਮਾਜ ਮੂਵਮੈਂਟ ਔਰ ਇਹ ਜਿਹੜੀਆਂ ਮੂਵਮੈਂਟ ਚੱਲਦੀਆਂ ਨੇ, ਇਹ ਵੀ ਐਜੂਕੇਸ਼ਨਲ ਇੰਸਟੀਟਿਊਸ਼ਨਸ ਨੂੰ ਬਣਾਉਂਦੀਆਂ ਨੇ, ਔਰ ਉਹਦੇ ਵਿੱਚ ਆਪਣੀ ਇੱਕ ਵਿਸ਼ੇਸ਼ ਸਮਝ ਦੇ ਮੁਤਾਬਿਕ ਅੰਗਰੇਜ਼ੀ ਐਜੂਕੇਸ਼ਨ ਵੀ ਔਰ ਜਿਹੜੀ ਇੰਡੀਜੀਨਸ ਐਜੂਕੇਸ਼ਨ ਹੈ ਉਹ ਚੱਲਦੀ ਹੈ। ਖੈਰ, ਇਹ ਇੱਕ ਇਤਿਹਾਸ ਦਾ ਵਿਸ਼ਾ ਹੈ। ਤੇ ਫਿਰ ਅਸੀਂ 1947 ਵਿੱਚ ਆ ਜਾਂਦੇ ਹਾਂ, ਜਿਹਦੇ ਵਿੱਚ ਅਸੀਂ ਆਜ਼ਾਦ ਹੋ ਜਾਂਦੇ ਹਾਂ। ਆਜ਼ਾਦੀ ਤੋਂ ਬਾਅਦ ਜਿਹੜੇ ਪਹਿਲੇ 20 ਸਾਲ ਨੇ, ਉਹਦੇ ਵਿੱਚ ਜਿਹੜੀ ਗਵਰਨਮੈਂਟ ਐਫਰਟ ਨੇ ਉਹ ਕੌਨਸ਼ੀਅਸ ਲੈਵਲ ਤੇ, ਸੁਚੇਤ ਤੌਰ ਤੇ ਕੀਤੇ ਜਾਂਦੇ ਨੇ ਕਿ ਐਜੂਕੇਸ਼ਨ ਨੂੰ ਡੈਮੋਕ੍ਰੇਟਾਈਜ਼ ਕੀਤਾ ਜਾਏ ਤੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਇਸ ਨੂੰ ਪਹੁੰਚਾਇਆ ਜਾਏ। ਲੇਕਿਨ 20 ਸਾਲ ਤੋਂ ਬਾਅਦ, ਮਤਲਬ ਜੇ ਅਸੀਂ ਇਹ ਕਹੀਏ ਕਿ 66-68 ਦੇ ਵਿੱਚ ਇੱਕ ਪਾਲਿਸੀ ਬਣਦੀ ਹੈ, ਔਰ ਉਸ ਤੋਂ ਬਾਅਦ 70s ਤੱਕ ਆਪਾਂ ਇਹ ਕਹੀਏ ਕਿ ਇਹ 75-76 ਤੱਕ ਇਹ ਐਕਸਪੈਂਸ਼ਨ ਦਾ ਦੌਰ ਚੱਲਦਾ ਹੈ। ਤੇ 80s ਦਾ ਦਹਾਕਾ ਇਹੋ ਜਿਹਾ ਹੁੰਦਾ ਹੈ ਜਿਹਦੇ ਵਿੱਚ ਜਿਹੜੀ ਐਕਸਪੈਂਸ਼ਨ ਹੈ ਗਵਰਨਮੈਂਟ ਸੈਕਟਰ ਦੇ ਵਿੱਚ, ਉਹਦੀ ਰਫ਼ਤਾਰ ਘਟ ਜਾਂਦੀ ਹੈ। 90ਵਿਆਂ ਦੇ ਵਿੱਚ ਆ ਕੇ ਉਹਦੀ ਰਫ਼ਤਾਰ ਹੋਰ ਜ਼ਿਆਦਾ ਘਟ ਜਾਂਦੀ ਹੈ, ਤੇ 2000 ਦੇ ਵਿੱਚ ਆ ਕੇ ਇੱਕ ਪੁੱਠਾ ਗੇੜ ਚੱਲ ਪੈਂਦਾ ਹੈ, ਜਿਹਦਾ ਅਸੀਂ ਥੋੜਾ ਅੱਗੇ ਜਾ ਕੇ ਮੈਂ ਤੁਹਾਡੇ ਨਾਲ ਜ਼ਿਕਰ ਕਰਾਂਗਾ। ਇਹਦੇ ਵਿੱਚ ਇੱਕ ਹੋਰ ਪਹਿਲਿਆਂ ਸਾਲਾਂ ਵਿੱਚ ਇੱਕ ਜਿਹੜੀ ਖੂਬਸੂਰਤ ਗੱਲ ਇਹ ਹੁੰਦੀ ਹੈ, ਉਹ ਇਹ ਹੁੰਦੀ ਹੈ ਕਿ ਗਵਰਨਮੈਂਟ ਇਹ ਫੀਲ ਕਰਦੀ ਹੈ, ਹਿੰਦੁਸਤਾਨ ਆਜ਼ਾਦ ਗਵਰਨਮੈਂਟ, ਆਜ਼ਾਦ ਹਿੰਦੁਸਤਾਨ ਦੀ ਸਰਕਾਰ, ਮਤਲਬ ਉਹ ਇਹ ਕਰਦੀ ਹੈ ਕਿ ਵੀ ਕੰਮ ਤਾਂ ਇਹ ਸੀ ਸਾਡਾ ਐਜੂਕੇਸ਼ਨ ਨੂੰ ਸਪਰੈਡ ਕਰਨਾ, ਸਾਡੇ ਕੋਲ ਫਾਈਨੈਂਸਿਸ ਦੀ ਘਾਟ ਕਰਕੇ ਅਸੀਂ ਉਹ ਉੱਥੇ ਤੱਕ ਨਹੀਂ ਪਹੁੰਚ ਪਾ ਰਹੇ ਹਾਂ, ਤਾਂ ਅਸੀਂ ਕਿਉਂ ਨਾ ਇੰਜ ਕਰੀਏ ਕਿ ਜਿਹੜੇ ਪ੍ਰਾਈਵੇਟ ਇੰਸਟੀਟਿਊਸ਼ਨਸ ਕਾਲਜ ਔਰ ਸਕੂਲ ਚਲਾ ਰਹੇ ਨੇ, ਉਹ ਸਾਡਾ ਹੀ ਤੇ ਕੰਮ ਕਰ ਰਹੇ ਨੇ ਜਿਹੜਾ ਅਸੀਂ ਕੰਮ ਕਰਨਾ ਸੀ। ਤੇ ਕਿਉਂ ਨਾ ਇੰਜ ਹੋਵੇ ਕਿ ਜਿਹੜੇ ਇੰਸਟੀਟਿਊਸ਼ਨਸ ਬਹੁਤ ਉਮਦਾ ਕੰਮ ਕਰ ਰਹੇ ਨੇ, ਅਸੀਂ ਉਹਨਾਂ ਨੂੰ ਆਪਣੇ ਵੱਲੋਂ ਕੋਈ ਮਦਦ ਦਈਏ। ਤਾਂ ਇਹ ਗ੍ਰਾਂਟ ਇਨ ਏਡ ਸਿਸਟਮ ਜਿਹੜਾ ਵੁਡਸ ਡਿਸਪੈਚ ਤੋਂ ਸ਼ੁਰੂ ਤਾਂ ਹੋ ਗਿਆ ਸੀ, ਪਰ ਉਹਦੀ ਨੌਈਅਤ, ਉਹਦੀ ਨੇਚਰ ਬੜੀ ਡਿਫਰੈਂਟ ਸੀ। ਤੇ ਇਹ ਗ੍ਰਾਂਟ ਇਨ ਏਡ ਸਿਸਟਮ ਨੂੰ ਹੋਰ ਸਟਰੈਂਥਨ ਕਰਦੇ ਨੇ, ਤਾਕਤ ਦਿੰਦੇ ਨੇ ਕਿ ਜਿਹੜੇ ਇੰਸਟੀਟਿਊਸ਼ਨਸ, ਬਹੁਤ ਕਾਲਜਸ ਨੇ, ਬਹੁਤ ਇੰਸਟੀਟਿਊਸ਼ਨਸ ਨੇ, ਸਕੂਲ ਨੇ, ਜਿਨ੍ਹਾਂ ਨੂੰ ਇਹ ਸਰਕਾਰਾਂ ਮਦਦ ਦਿੰਦੀਆਂ ਨੇ,
ਤੇ ਉਹ ਬਲਕਿ ਇਸ ਤਰ੍ਹਾਂ ਸੀ ਕਿ 95% ਜਿਹੜੀ ਮਦਦ ਹੈ ਉਹ ਗਵਰਨਮੈਂਟ ਦਿੰਦੀ ਸੀ ਤੇ 5% ਜਿਹੜਾ ਉਹ ਇੰਸਟੀਟਿਊਸ਼ਨਸ ਆਪਣੇ ਵੱਲੋਂ ਉਸ ਨੂੰ ਕਰਦੇ ਸੀ। ਔਰ ਇਹ ਇੱਕ ਪ੍ਰਾਈਵੇਟ ਪਬਲਿਕ ਪਾਰਟਿਸਿਪੇਸ਼ਨ ਦਾ ਇੱਕ ਬਹੁਤ ਅੱਛਾ ਮਾਡਲ ਸੀ ਜਿਹੜਾ ਚੱਲਦਾ ਰਿਹਾ। ਤੇ ਹੁਣ ਉਸ ਮਾਡਲ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਨੇ, ਬਲਕਿ ਹੁਣ ਤਾਂ ਹੋਰ ਤੇਜ਼ ਹੁੰਦੀਆਂ ਜਾ ਰਹੀਆਂ ਨੇ। ਮੈਂ ਇਸ ਬੈਕਡ੍ਰੌਪ ਦੇ ਵਿੱਚ ਇੱਕ ਜ਼ਿਕਰ ਇਸ ਗੱਲ ਦਾ ਮੈਂ ਕਰਨਾ ਚਾਹੁੰਦਾ ਕਿ ਇਹ ਤਬਦੀਲੀ ਕਿਉਂ ਹੁੰਦੀ ਹੈ, ਇਹ ਸੋਚ ਕਿਉਂ ਬਦਲਦੀ ਹੈ। ਇਹ ਸੋਚ ਇਸ ਕਰਕੇ ਬਦਲਦੀ ਹੈ ਕਿ ਆਲਮੀ ਪੱਧਰ ਤੇ ਜਿਹੜੀਆਂ ਇਕਨੋਮਿਕ ਨੀਤੀਆਂ ਨੇ, ਜਿਹੜੀਆਂ ਨਿਓਲਿਬਰਲ ਇਕਨੋਮਿਕ ਪਾਲਿਸੀਜ਼ ਨੇ, ਜਿਹਨੂੰ ਅਸੀਂ ਨਵ ਉਦਾਰਵਾਦੀ ਆਰਥਿਕ ਨੀਤੀਆਂ ਕਹਿੰਦੇ ਆ, ਉਹ ਸ਼ੁਰੂ ਹੋ ਜਾਂਦੀਆਂ ਨੇ। ਉਹ ਵਰਲਡ ਬੈਂਕ, ਇੰਟਰਨੈਸ਼ਨਲ ਮੋਨਿਟਰੀ ਫੰਡ ਤੇ ਉਸ ਤੋਂ ਬਾਅਦ ਜਿਹੜਾ ਉਹਦਾ ਅਗਲਾ ਰੂਪ ਹੈ ਵਰਲਡ ਟ੍ਰੇਡ ਆਰਗੇਨਾਈਜੇਸ਼ਨ, ਜਿਹਨੂੰ ਅਸੀਂ WTO ਕਹਿੰਦੇ ਆ, ਉਸ ਦੇ ਪ੍ਰਭਾਵ ਹੇਠ ਇਹ ਜਿਹੜੀਆਂ ਨੀਤੀਆਂ ਨੇ ਇਹ ਬਣਦੀਆਂ ਨੇ। ਮੋਟੇ ਤੌਰ ਤੇ ਉਹਨਾਂ ਨੀਤੀਆਂ ਦਾ ਜਿਹੜਾ ਕਿਉਂਕਿ ਇੱਕ ਬਿਲਕੁਲ ਇੱਕ ਅਲੱਗ ਵਿਸ਼ਾ ਹੈ ਕਿ ਵੀ ਜਿਹਦੇ ਬਾਰੇ ਅਸੀਂ ਗੱਲ ਅਲੱਗ ਤੌਰ ਤੇ ਕਰਨੀ ਬਣਦੀ ਹੈ, ਉਹਦੀ ਜਿਹੜੀ ਮੋਟੀ ਜਿਹੜੀ ਬੇਸ ਲਾਈਨ, ਪੰਚ ਲਾਈਨ ਜਿਹੜੀ ਸੀ ਉਹ ਇਹ ਸੀ ਕਿ ਸਰਕਾਰਾਂ ਦਾ ਜਿਹੜਾ ਰੋਲ ਹੈ ਉਸ ਨੂੰ ਰੀਇਨਵੈਂਟ ਕੀਤਾ ਜਾਵੇ, ਉਸ ਨੂੰ ਨਵੇਂ ਸਿਰੋਂ ਪਰਿਭਾਸ਼ਿਤ ਕੀਤਾ ਜਾਵੇ। ਨਵੇਂ ਸਿਰੋਂ ਪਰਿਭਾਸ਼ਿਤ ਕੀਤਾ ਗਿਆ ਉਹ ਇਹ ਹੋਇਆ ਕਿ ਅੱਛਾ ਇਹ ਗੱਲ ਬਿਲਕੁਲ ਭੁੱਲ ਗਏ, ਭੁਲਾ ਦਿੱਤੀ ਗਈ ਰਾਦਰ, ਕਿ ਸਰਕਾਰਾਂ ਵੀ ਜਿਹੜੀਆਂ ਡੈਮੋਕ੍ਰੈਟਿਕ ਤਰੀਕੇ ਨਾਲ ਚੁਣੀਆਂ ਹੋਈਆਂ ਸਰਕਾਰਾਂ ਨੇ, ਜਿਹੜੀਆਂ ਲੋਕਤੰਤਰੀ ਸਰਕਾਰਾਂ ਨੇ, ਉਹਨਾਂ ਸਰਕਾਰਾਂ ਦਾ ਉਹ ਲੋਕਾਂ ਦੀਆਂ ਬਣੀਆਂ ਹੋਈਆਂ ਨੇ, ਲੋਕਾਂ ਦੇ ਵਾਸਤੇ ਨੇ ਤੇ ਲੋਕਾਂ ਨੂੰ ਜਵਾਬ ਦੇ ਨੇ। ਤੁਸੀਂ ਜਿਹੜੀ ਟੋਟੈਲੀਟੇਰੀਅਨ ਸਿਸਟਮ ਆਫ ਗਵਰਨੈਂਸ ਹੈ, ਉੱਥੇ ਕੁਝ ਵੀ ਕਰਨਾ ਚਾਹੋ ਤੇ ਕਰ ਸਕੋ, ਲੇਕਿਨ ਤੁਸੀਂ ਡੈਮੋਕ੍ਰੈਟਿਕਲੀ ਇਲੈਕਟਿਡ ਗਵਰਨਮੈਂਟਸ ਦੇ ਰੋਲ ਨੂੰ ਕਿਵੇਂ ਬਦਲ ਸਕਦੇ ਹੋ। ਬਹਰਹਾਲ ਇਹ ਵੀ ਕੋਸ਼ਿਸ਼ ਕੀਤੀ ਗਈ ਔਰ ਜਿਹੜਾ ਇਕਨੋਮਿਕ ਮਾਡਲਸ ਨੇ ਉਹਦੇ ਵਿੱਚ ਕੁਝ ਜਿਹੜੀਆਂ ਮੇਜਰ ਸ਼ਰਤਾਂ ਸੀ, ਉਹ ਜਿਹੜਾ ਰੀਇਨਵੈਂਸ਼ਨ ਆਫ ਰੋਲ ਹੈ ਉਹਦੇ ਵਿੱਚ ਇਹ ਸੀ ਕਿ ਤੁਸੀਂ ਕੁਝ ਖੇਤਰਾਂ ਦੇ ਵਿੱਚ ਤੁਸੀਂ ਕੰਮ ਕਰੋਗੇ ਤੇ ਕੁਝ ਖੇਤਰਾਂ ਵਿੱਚ ਤੁਹਾਡਾ ਕੰਮ ਨਹੀਂ ਬਣਦਾ, ਤੁਸੀਂ ਉਸ ਨੂੰ ਪ੍ਰਾਈਵੇਟ ਖੇਤਰਾਂ ਦੇ ਵਿੱਚ ਛੱਡ ਦਿਓ। ਉਹਦੇ ਵਿੱਚ ਦੋ ਜਿਹੜੇ ਖੇਤਰ ਨੇ ਉਹ ਬੜੇ ਮੁੱਖ ਤੌਰ ਤੇ ਸਾਹਮਣੇ ਆਏ, ਉਹ ਸੀ ਇੱਕ ਹੈਲਥ, ਦੂਸਰਾ ਐਜੂਕੇਸ਼ਨ। ਉਹਨਾਂ ਦਾ ਇਹ ਕਹਿਣਾ ਸੀ ਕਿ ਇਹ ਦੋ ਜਿਹੜੇ ਖਿੱਤੇ ਨੇ, ਹੈਲਥ ਐਂਡ ਐਜੂਕੇਸ਼ਨ, ਇਹਦੇ ਵਿੱਚ ਸਰਕਾਰਾਂ ਦਾ ਨਹੀਂ ਕੰਮ ਹੁੰਦਾ ਹਸਪਤਾਲ ਚਲਾਉਣਾ, ਸਰਕਾਰਾਂ ਦਾ ਨਹੀਂ ਕੰਮ ਹੁੰਦਾ ਸਕੂਲ ਤੇ ਕਾਲਜ ਤੇ ਯੂਨੀਵਰਸਿਟੀਆਂ ਚਲਾਉਣਾ। ਇਹ ਤਾਂ ਤੁਸੀਂ ਮਦਦ ਕਰ ਦਿਆ ਕਰੋ ਜਿੰਨੀ ਵੀ ਕਰਨੀ ਹੈ। ਤੁਸੀਂ ਇਸ ਤਰ੍ਹਾਂ ਦੇ ਕਾਨੂੰਨ, ਇਸ ਤਰ੍ਹਾਂ ਦੇ ਸਥਿਤੀਆਂ, ਇਸ ਤਰ੍ਹਾਂ ਦੇ ਹਾਲਾਤ, ਇਸ ਤਰ੍ਹਾਂ ਦੀਆਂ ਸ਼ਰਤਾਂ ਦੀ ਨਰਮਾਈ ਕਰੋ ਜਿਹਦੇ ਵਿੱਚ ਜਿਹੜਾ ਪ੍ਰਾਈਵੇਟ ਇਨਵੈਸਟਰ ਹੈ ਉਹ ਆਵੇ, ਉਹ ਸ਼ਾਮਿਲ ਹੋਵੇ ਔਰ ਉਹ ਇਹਨਾਂ ਕੰਮਾਂ ਨੂੰ ਚਲਾਵੇ। ਤੁਸੀਂ ਹਾਂ ਉੱਪਰ ਸੁਪਰਵਿਜ਼ਨ ਕਰੋ, ਬਾਕੀ ਤੁਸੀਂ ਨਾ ਇਹ ਕੰਮ ਕਰੋ। ਜਿੱਦਾਂ ਕੋਈ ਲੋਨ ਜਾਂ ਮਦਦ ਇਹਨਾਂ ਬੈਂਕਾਂ ਤੋਂ ਮਿਲਣੀ ਸੀ ਆਲਮੀ ਤੌਰ ਤੇ, ਉਹ ਇਹਨਾਂ ਸ਼ਰਤਾਂ ਨਾਲ ਮਿਲਦੀ ਸੀ ਔਰ ਇਹਨੂੰ ਇਹ ਕਿਹਾ ਜਾਂਦਾ ਸੀ ਸਟਰਕਚਰਲ ਐਡਜਸਟਮੈਂਟ ਪ੍ਰੋਗਰਾਮਸ। ਜਿਹੜੇ ਸਟਰਕਚਰਲ ਐਡਜਸਟਮੈਂਟ ਦਾ ਮਤਲਬ ਇਹ ਸੀ ਕਿ ਤੁਸੀਂ ਆਪਣੇ ਰੋਲ ਨੂੰ ਬਦਲੋਗੇ, ਤੁਸੀਂ ਆਪਣੇ ਰੋਲ ਨੂੰ ਰੀਇਨਵੈਂਟ ਕਰੋਗੇ, ਰੀਡਿਫਾਈਨ ਕਰੋਗੇ, ਤੁਸੀਂ ਆਪਣੀਆਂ ਨੀਤੀਆਂ ਨੂੰ ਲਿਬਰਲਾਈਜ਼ ਕਰੋਗੇ, ਨਰਮ ਕਰੋਗੇ, ਖੁੱਲਾ ਕਰੋਗੇ। ਤੁਸੀਂ ਜਿਹੜੀਆਂ ਜਕੜਨਾਂ ਨੇ, ਜਿਹੜੇ ਤੁਸੀਂ ਸ਼ਰਤ ਤੇ ਨਿਯਮ ਬਣਾਏ ਹੋਏ ਨੇ, ਉਹਨਾਂ ਨੂੰ ਨਰਮ ਕਰ ਦਿਓਗੇ ਪ੍ਰਾਈਵੇਟ ਇਨਵੈਸਟਰ ਦੇ ਵਾਸਤੇ,
ਤਾਂ ਕਿ ਉਸ ਨੂੰ ਆਸਾਨੀ ਹੋ ਜਾਏ ਇਸ ਸਾਰੇ ਕੰਮਕਾਰ ਨੂੰ ਚਲਾਉਣ ਦੇ ਵਿੱਚ। ਠੀਕ ਹੈ। ਔਰ ਉਸ ਨੂੰ ਉਹਨਾਂ ਨੇ ਮੰਨਣਾ ਸ਼ੁਰੂ ਕਰ ਦਿੱਤਾ। ਮੈਂ ਇੱਥੇ ਇੱਕ ਬਿਲਕੁਲ ਪਿੱਛੇ ਜਾ ਕੇ ਫਿਰ ਵਿਰਸੇ ਤੋਂ ਔਰ ਆਪਣੀ ਤਰਬੀਅਤ ਦੀ ਗੱਲ ਜੇ ਆਪਾਂ ਕਰੀਏ ਤਾਂ ਅਸੀਂ ਇਹ ਸੁਣਦੇ ਆਏ ਸੀ ਕਿ ਵਿਦਿਆ ਇੱਕ ਦਾਨ ਦਾ ਕੰਮ ਹੈ, ਤੇ ਜੇ ਵਿਦਿਆ ਇੱਕ ਇਹੋ ਜਿਹਾ ਦਾਨ ਹੈ ਕਿ ਜਦੋਂ ਤੁਸੀਂ ਦਿੰਦੇ ਹੋ ਤੇ ਤੁਹਾਡਾ ਕੁਝ ਨਹੀਂ ਘਟਦਾ, ਤੁਸੀਂ ਜਿੰਨਾ ਦਿੰਦੇ ਹੋ ਤੁਹਾਡਾ ਓਨਾ ਹੀ ਵੱਧਦਾ। ਅਸੀਂ ਇਸ ਸੋਚ ਮਾਨਸਿਕਤਾ ਦੇ ਵਿੱਚ ਫਲੇ ਵੱਡੇ ਹੋਏ, ਲੇਕਿਨ ਹੁਣ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਜਿਹੜੀ 1995 ਵਿੱਚ ਬਣੀ ਤੇ ਸਾਰੇ ਜਿਹੜੇ ਮੁਲਕ ਨੇ ਉਹਦੇ ਹਿੱਸਾ ਨੇ, ਔਰ ਉਹਨਾਂ ਨੇ ਸਹਿਮਤੀ ਦੇ ਨਾਲ ਉਸ ਦੇ ਮੈਂਬਰ ਬਣੇ, ਔਰ ਸਾਰੇ ਜਿਹੜੇ ਫੈਸਲੇ ਨੇ ਉਹ ਸਰਬਸੰਮਤੀ ਨਾਲ ਹੁੰਦੇ ਨੇ। ਉਹਦੇ ਵਿੱਚ ਉਹਨਾਂ ਨੇ 12 ਸਰਵਿਸਿਜ਼ ਨੂੰ ਤੈਅ ਕੀਤਾ, ਨਿਸ਼ਚਿਤ ਕੀਤਾ ਕਿ ਇਹ 12 ਖੇਤਰ ਨੇ ਜਿਨ੍ਹਾਂ ਦੇ ਬਾਰੇ ਅਸੀਂ ਕੁਝ ਸ਼ਰਤਾਂ, ਕੁਝ ਨਿਯਮ ਬਣਾਵਾਂਗੇ। ਉਹ ਉਹਨਾਂ ਨੇ ਬਣਾਏ ਜਨਰਲ ਐਗਰੀਮੈਂਟ ਔਨ ਟ੍ਰੇਡ ਇਨ ਸਰਵਿਸਿਜ਼, ਗੈਟਸ। ਉਹ ਜਿਹੜਾ ਜਨਰਲ ਐਗਰੀਮੈਂਟ ਇਨ ਟ੍ਰੇਡ ਇਨ ਸਰਵਿਸਿਜ਼ ਸੀਗਾ, ਉਹ ਇੱਕ ਸ਼ਰਤਾਂ ਦਾ ਮੁਜੱਸਮਾ ਸੀ, ਜੋ ਵੀ ਮਤਲਬ ਉਹਦਾ ਇੱਕ ਕਲੈਕਸ਼ਨ ਸੀ ਕਿ ਇੰਜ ਕਰੋਗੇ, ਇੰਜ ਨਹੀਂ ਕਰੋਗੇ, ਇੰਜ ਕਰੋਗੇ, ਇੰਜ ਨਹੀਂ ਕਰੋਗੇ, ਵਗੈਰਾ ਵਗੈਰਾ। ਉਹ ਜਿਹੜੀਆਂ 12 ਸਰਵਿਸਿਜ਼ ਨੇ ਟ੍ਰੇਡ, ਜਿਨ੍ਹਾਂ ਵਿੱਚ ਵਪਾਰ ਹੋਏਗਾ, ਐਜੂਕੇਸ਼ਨ ਉਹਨਾਂ ਵਿੱਚੋਂ ਇੱਕ ਸੀ। ਮੈਂ ਅੰਡਰਲਾਈਨ ਇਹ ਕਰਨਾ ਚਾਹੁੰਦਾ ਕਿ ਜਦੋਂ ਤੁਹਾਡੇ ਰੈਫਰੈਂਸ ਪੁਆਇੰਟ ਬਦਲ ਜਾਣ, ਤੁਹਾਡੀਆਂ ਨੀਤੀਆਂ ਬਦਲ ਜਾਂਦੀਆਂ। ਤੁਸੀਂ ਐਜੂਕੇਸ਼ਨ ਨੂੰ ਜਦੋਂ ਵਿਦਿਆ ਤੇ ਦਾਨ ਦੀ ਵਸਤੂ ਤੇ ਵੰਡਣ ਦੀ ਚੀਜ਼ ਮੰਨਦੇ ਸੀ, ਸ਼ੇਅਰਿੰਗ ਦੀ ਚੀਜ਼ ਮੰਨਦੇ ਸੀ, ਉਹਨੂੰ ਜ਼ਿਆਦਾ ਤੋਂ ਜ਼ਿਆਦਾ ਡੈਮੋਕ੍ਰੇਟਾਈਜ਼ ਕਰਨ ਦੀ ਗੱਲ ਮੰਨਦੇ ਸੀ, ਜਦੋਂ ਉਹ ਵਿਦਿਆ ਵਿਚਾਰੀ ਤੇ ਪਰਉਪਕਾਰੀ ਵਾਲੀ ਗੱਲ ਨੂੰ ਮੰਨਦੇ ਸੀ, ਉਦੋਂ ਅਸੀਂ ਸਿੱਖਿਆ ਨੂੰ ਇੱਕ ਹੋਰ ਤਰ੍ਹਾਂ, ਇੱਕ ਹੋਰ ਨਜ਼ਰ 'ਚ ਦੇਖਦੇ ਸੀ। ਤੇ ਜਦੋਂ ਸਾਡਾ ਰੈਫਰੈਂਸ ਪੁਆਇੰਟ ਬਦਲ ਗਿਆ ਕਿ ਐਜੂਕੇਸ਼ਨ ਟ੍ਰੇਡ ਹੈ, ਤੇ ਸਾਡਾ ਨਜ਼ਰੀਆ ਹੀ ਬਦਲ ਗਿਆ। ਜਦੋਂ ਵਪਾਰ ਹੀ ਹੋ ਗਿਆ ਦੋਸਤੋ, ਤੇ ਵਪਾਰ ਤੇ ਮੰਡੀ ਵਿੱਚ ਹੁੰਦਾ। ਵਪਾਰ ਦੇ ਵਿੱਚ ਤੇ ਚੀਜ਼ ਖਰੀਦੀ ਜਾਂਦੀ ਹੈ ਤੇ ਵੇਚੀ ਜਾਂਦੀ ਹੈ। ਵੇਚਣ ਵਾਲਾ ਜਿਹੜਾ ਸੈਲਰ ਹੁੰਦਾ ਤੇ ਖਰੀਦਣ ਵਾਲਾ ਬਾਇਰ ਹੁੰਦਾ। ਜਿਹੜਾ ਵੇਚਣ ਵਾਲਾ ਉਹ ਸਰਵਿਸ ਪ੍ਰੋਵਾਈਡਰ ਹੁੰਦਾ, ਤੇ ਜਿਹੜਾ ਖਰੀਦਣ ਵਾਲਾ ਉਹ ਕੰਜ਼ਿਊਮਰ ਹੁੰਦਾ। ਦੋਸਤ, ਦਰਅਸਲ 90 ਤੇ 2090 ਵਾਲੇ ਦਹਾਕੇ ਔਰ 2000 ਦੇ ਦਹਾਕੇ ਦੇ ਵਿੱਚ ਐਜੂਕੇਸ਼ਨ ਦਾ ਜਿਹੜਾ ਸਭ ਤੋਂ ਵੱਡਾ ਤਬਦੀਲੀਆਂ ਖੇਤਰ ਵਿੱਚ ਆਉਂਦੀਆਂ ਨੇ, ਉਹ ਇਸ ਰੈਫਰੈਂਸ ਪੁਆਇੰਟ ਦੇ ਬਦਲ ਜਾਣ ਕਰਕੇ ਆਉਂਦੀਆਂ ਨੇ। ਅਸੀਂ ਸਿੱਖਿਆ ਨੂੰ ਵਪਾਰ ਦੀ ਵਸਤੂ ਮੰਨ ਲੈਂਦੇ ਹਾਂ, ਇਸ ਨੂੰ ਆਥੈਂਟਿਕ ਮੰਨ ਲੈਂਦੇ ਹਾਂ, ਤੇ ਫਿਰ ਤੇ ਜੋ ਨੀਤੀਆਂ ਦਾ ਔਰ ਜੋ ਸਾਡੇ ਵਿਵਹਾਰ ਦਾ ਹਾਲ ਹੋਣਾ ਹੁੰਦਾ ਹੈ, ਉਹ ਤੁਸੀਂ ਜਾਣ ਹੀ ਸਕਦੇ ਹੋ ਕਿ ਕੀ ਹੋਏਗਾ। ਮੰਡੀ ਦਾ ਇੱਕ ਨਿਯਮ ਹੁੰਦਾ ਹੈ ਕਿ ਤੁਸੀਂ ਆਓ, ਤੁਹਾਡੀ ਜੇਬ ਵਿੱਚ ਸਰਮਾਇਆ, ਤੁਹਾਡਾ ਸਵਾਗਤ ਹੈ। ਜਿਹੜੀ ਚੀਜ਼ ਨੂੰ ਹੱਥ ਲਾਓ, ਖਰੀਦੋ, ਜਿੱਦਾਂ ਦੀ ਵੀ ਚਾਹੀਦੀ ਹੈ ਲੈ ਜਾਓ। ਤੁਹਾਡੀ ਜੇਬ ਵਿੱਚ ਪੈਸਾ ਨਹੀਂ, ਮੰਡੀ ਵਾਲਾ ਤੁਹਾਨੂੰ ਆਪਣੀ ਦਿਉੜੀ ਤੇ ਚੜਨ ਨਹੀਂ ਦੇਗਾ। ਜੇ ਸਰਮਾਇਆ ਹੈ, ਖਰੀਦ ਲਓ, ਜੇ ਨਹੀਂ ਹੈ ਤਾਂ ਫਿਰ ਅਸੀਂ ਕੁਝ ਨਹੀਂ ਕਰ ਸਕਦੇ। ਮੰਡੀ ਦਾ ਇਸ ਤਰ੍ਹਾਂ ਚੱਲਦੀ ਹੈ। ਮੰਡੀ ਭਾਵਨਾਵਾਂ ਨੂੰ, ਤੁਹਾਡੀਆਂ ਮਜਬੂਰੀਆਂ ਨੂੰ, ਤੁਹਾਡੇ ਹਾਲਾਤ ਨੂੰ ਉਹ ਨਹੀਂ ਦੇਖਦੀ, ਕਿਉਂਕਿ ਮੰਡੀ ਦੇ ਕੋਲ ਸਿਰਫ ਇੱਕ ਚੀਜ਼ ਹੁੰਦੀ ਹੈ, ਉਹ ਮੁਨਾਫਾ ਹੁੰਦਾ ਹੈ।
ਤੇ ਮੁਨਾਫਾ, ਜੇ ਮੁਨਾਫਾ ਲੈਣ ਵਾਲਾ ਸੰਵੇਦਨਾ ਵਿੱਚ ਫਸ ਜਾਏ ਤੇ ਫਿਰ ਉਹ ਇਹ ਕਹਿੰਦਾ ਹੈ ਕਿ ਵੀ ਮੈਂ ਮੁਨਾਫਾ ਕਮਾਵਾਂ, ਕਿ ਮੈਂ ਤੁਹਾਡੀ ਸੰਵੇਦਨਾ ਵਿੱਚ ਆ ਕੇ ਮੈਂ ਤੁਹਾਡਾ ਕੁਝ ਕਰਾਂ। ਸੋ ਮੈਨੂੰ ਇਹ ਲੱਗਦਾ ਹੈ ਕਿ ਸਾਡਾ ਇਹ ਰੈਫਰੈਂਸ ਪੁਆਇੰਟ ਬਦਲ ਗਿਆ। ਜਿੰਨੇ ਪ੍ਰਾਈਵੇਟ ਇੰਸਟੀਟਿਊਸ਼ਨਸ ਪਹਿਲੇ ਖੁੱਲੇ, ਜਿਨ੍ਹਾਂ ਦਾ ਮੈਂ ਹੁਣ ਤੱਕ ਜ਼ਿਕਰ ਕਰਦਾ ਆਇਆ, ਉਹ ਲੋਕ ਭਲਾਈ ਦੀ ਭਾਵਨਾ ਨਾਲ ਖੁੱਲੇ ਸੀ। ਉਹ ਉਹਨਾਂ ਥਾਵਾਂ ਤੇ ਖੁੱਲੇ ਸੀ ਜਿਨ੍ਹਾਂ ਥਾਵਾਂ ਤੇ ਅੱਜ ਵੀ ਕਿਸੇ ਨੇ ਜਾਣਾ ਹੋਵੇ ਤੇ ਕੋਈ ਜਾਵੇ ਨਾ, ਕਿ ਜੀ ਇਹ ਕਿਵੇਂ ਜਾਵਾਂਗੇ ਜੀ, ਬੜਾ ਜੀ ਛੋਟੀਆਂ ਸੜਕਾਂ ਨੇ ਜੀ, ਉੱਥੇ ਗੱਡੀ ਨਹੀਂ ਜਾਂਦੀ ਜੀ, ਉਹ ਬਹੁਤ ਰਿਮੋਟ ਏਰੀਆ ਜੀ, ਉਹ ਤਾਂ ਬਹੁਤ ਪਿਛੜਿਆ ਹੋਇਆ ਇਲਾਕਾ ਹੈ ਜੀ। ਉਹ ਇੰਸਟੀਟਿਊਸ਼ਨਸ ਉਹਨਾਂ ਇਲਾਕਿਆਂ ਵਿੱਚ ਖੁੱਲੇ ਸੀ। ਉਹ ਇੰਸਟੀਟਿਊਸ਼ਨਸ ਸਾਡੀਆਂ ਬੱਚੀਆਂ ਨੂੰ ਐਜੂਕੇਸ਼ਨ ਦੇਣ ਵਾਸਤੇ ਖੁੱਲੇ ਸੀ, ਔਰ ਉਹਨਾਂ ਦਿਨਾਂ 'ਚ ਖੁੱਲੇ ਸੀ ਜਦੋਂ ਬੱਚੀਆਂ ਨੂੰ ਐਜੂਕੇਸ਼ਨ ਦੇਣ ਦੇ ਵਾਸਤੇ ਲੋਕਾਂ ਦੇ ਮਨਾਂ ਦੇ ਵਿੱਚ ਕਈ ਤਰ੍ਹਾਂ ਦੇ ਡਰ ਔਰ ਕਈ ਤਰ੍ਹਾਂ ਦੀਆਂ ਜਿਹੜੀਆਂ ਸੋਸ਼ਲ ਰਿਸਟ੍ਰਿਕਸ਼ਨਸ ਔਰ ਐਪਰੀਹੈਂਸ਼ਨਸ ਔਰ ਕਲਚਰਲ ਇਨਹਿਬਿਸ਼ਨਸ ਸੀਗੀਆਂ, ਤੇ ਉਦੋਂ ਉਹ ਰਸਤਾ ਹਮਵਾਰ ਕਰਨ ਦੇ ਲਈ ਇੰਸਟੀਟਿਊਸ਼ਨਸ ਖੁੱਲੀਆਂ ਸੀਗੀਆਂ। ਤਾਂ ਉਹ ਇੰਸਟੀਟਿਊਸ਼ਨਸ ਤੇ ਜਿਹੜੀਆਂ ਉਸ ਤੋਂ ਬਾਅਦ ਬਾਜ਼ਾਰ ਔਰ ਬਾਜ਼ਾਰ ਦੇ ਵਿੱਚ ਮੁਨਾਫਾ ਔਰ ਮੁਨਾਫੇ ਦੇ ਨਾਲ ਜੁੜੀਆਂ ਹੋਈਆਂ, ਜਿਹੜੀਆਂ ਟ੍ਰੇਡ ਨਾਲ ਜੁੜੀਆਂ ਹੋਈਆਂ ਇੰਸਟੀਟਿਊਸ਼ਨਸ ਸੀ, ਉਹਨਾਂ ਤੋਂ ਆਪਾਂ ਉਹ ਆਸ ਹੀ ਕਿਵੇਂ ਕਰ ਸਕਦੇ ਸੀ। ਔਰ ਫਿਰ ਆਸ ਬਚਦੀ ਸੀ ਸਰਕਾਰੀ ਇੰਟਰਵੈਂਸ਼ਨ ਦੇ ਨਾਲ। ਤੇ ਸਰਕਾਰਾਂ ਜਦੋਂ ਇਹ ਇੰਟਰਵੈਂਸ਼ਨ ਕਰਨ ਦੇ ਲਈ ਪਹਿਲੇ ਹੀ ਆਪਣੇ ਹੱਥ ਬੰਨ ਕੇ ਰੱਖ ਚੁੱਕੀਆਂ ਸੀ, ਕਿ ਉਹ ਡੀਲ ਸਾਈਨ ਕਰ ਚੁੱਕੀਆਂ ਨੇ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦੇ ਵਿੱਚ, ਉਹ ਜਿੰਨੇ ਐਗਰੀਮੈਂਟਸ ਨੇ ਉਹਦੇ ਵਿੱਚ ਉਹ ਸਾਈਨ ਕਰ ਚੁੱਕੀਆਂ ਨੇ, ਤੇ ਫਿਰ ਤੇ ਉਹ ਤੋਂ ਬਾਹਰ ਜਾ ਹੀ ਨਹੀਂ ਸਕਦੀਆਂ ਸੀਗੀਆਂ। ਇੱਕ ਬੜਾ ਇੱਕ ਹਿਸਟੋਰੀਅਨ ਹੋਏ ਨੇ, ਹੈਗੇ ਨੇ ਆਪਣਾ JNU ਤੋਂ, ਉਹਨਾਂ ਦਾ ਇੱਕ ਪਾਨਿਕਰ, KN ਪਾਨਿਕਰ, JNU 'ਚ ਪ੍ਰੋਫੈਸਰ ਰਹੇ ਨੇ, ਉਹ ਹੈਗੇ ਨੇ, ਤੇ ਉਹਨਾਂ ਨੇ ਇੱਕ ਆਰਟੀਕਲ EPW 'ਚ ਬਹੁਤ ਪਹਿਲੇ ਲਿਖਿਆ ਸੀ ਕਿ ਸਰਕਾਰੀ ਨੀਤੀਆਂ ਐਜੂਕੇਸ਼ਨ ਦੀ ਨੀਤੀ ਬਾਰੇ, ਤੇ ਉਹਨਾਂ ਨੇ ਇੱਕ ਬਹੁਤ ਸੋਹਣਾ ਉਹਦਾ ਟਾਈਟਲ ਬਣਾਇਆ ਸੀ, ਫਰਮ ਨੈਸ਼ਨਲ ਟੂ ਕਮਰਸ਼ੀਅਲ ਪਾਲਿਸੀਜ਼, ਕਿ ਅਸੀਂ ਰਾਸ਼ਟਰ ਨਿਰਮਾਣ ਜਾਂ ਹੁਣ ਰਾਸ਼ਟਰ ਨਿਰਮਾਣ ਦੇ ਬਾਰੇ ਵੀ ਗੱਲ ਜਿਹੜੀ ਆ ਉਹ 4 ਰਾਈਡਰਸ ਦੇ ਨਾਲ ਹੀ ਕਰਨੀ ਬਣਦੀ ਹੈ, ਕਿਉਂਕਿ ਹੁਣ ਨੈਸ਼ਨਲਿਜ਼ਮ ਵੀ ਕੋਈ ਕਲਚਰਲ ਨੈਸ਼ਨਲਿਜ਼ਮ ਬਣ ਗਿਆ ਹੋਇਆ। ਮੈਂ ਉਸ ਦਾ ਜ਼ਿਕਰ ਨਹੀਂ ਕਰ ਰਿਹਾ ਵਾਂ, ਮੈਂ ਉਸ ਦਾ ਜ਼ਿਕਰ ਕਰ ਰਿਹਾ ਕਿ ਜਿਹੜੀ ਨੈਸ਼ਨਲ ਰੀਕਨਸਟਰਕਸ਼ਨ, ਜਿਹੜੇ ਲੋਕਾਂ ਨੂੰ ਬਿਲਡ ਕਰਨ ਦਾ ਜਿਹੜਾ ਇੱਕ ਮੁਹਿੰਮ ਚਲਾਈ ਸੀ, ਉਹ ਜਿਹੜੀਆਂ ਨੀਤੀਆਂ ਉਹਨਾਂ ਨੂੰ ਲੈ ਕੇ ਬਣਦੀਆਂ ਸੀ, ਉਹ ਹੁਣ ਵਪਾਰ ਦੀਆਂ ਨੀਤੀਆਂ ਬਣ ਗਈਆਂ, ਕਮਰਸ਼ੀਅਲ ਨੀਤੀਆਂ ਬਣ ਗਈਆਂ। ਉਹਦੇ ਵਿੱਚ ਉਹ ਬਹੁਤ ਸੋਹਣਾ ਜ਼ਿਕਰ ਕਰਦੇ ਨੇ। ਇਸ ਦਾ ਅਸਰ ਇਹ ਹੋਇਆ ਕਿ ਵੱਧ ਤੋਂ ਵੱਧ ਐਕਸਪੈਂਸ਼ਨ ਪ੍ਰਾਈਵੇਟ ਸੈਕਟਰ ਵਿੱਚ ਹੋਈ ਪੰਜਾਬ ਦੇ ਵਿੱਚ। ਉਹ ਪਹਿਲੇ ਵੀ ਪ੍ਰਾਈਵੇਟ ਸੈਕਟਰ ਪੰਜਾਬ ਦੇ ਵਿੱਚ ਇਨਵੈਸਟ ਕਰ ਰਿਹਾ ਸੀ, ਪਰ ਉਹ ਲੋਕ ਸੇਵਾ ਦੀ ਭਾਵਨਾ ਦੇ ਨਾਲ ਕਰ ਰਿਹਾ ਸੀ। ਲੇਕਿਨ 90 ਤੋਂ 91 ਤੋਂ ਬਾਅਦ ਜਿੰਨੀ ਵੀ ਐਕਸਪੈਂਸ਼ਨ ਹੁੰਦੀ ਹੈ, ਉਹ ਉਸ ਭਾਵਨਾ ਨਾਲ ਨਹੀਂ ਹੁੰਦੀ। ਉਹ ਸੈਲਫ ਫਾਈਨੈਂਸਡ ਇੰਸਟੀਟਿਊਸ਼ਨਸ ਬਣਦੇ ਨੇ, ਜਿਹਦੇ ਵਿੱਚ ਸਰਕਾਰੀ ਮਦਦ ਨਹੀਂ ਮਿਲਦੀ। ਜਿਹੜੀ ਗ੍ਰਾਂਟ ਐਂਡ ਏਡ ਜਿਨ੍ਹਾਂ ਕਾਲਜਾਂ ਨੂੰ ਮਿਲ ਵੀ ਰਹੀ ਸੀ, ਉਹ ਵੀ ਹੌਲੀ ਹੌਲੀ ਘਟਦੀ ਜਾ ਰਹੀ ਹੈ। ਔਰ ਹੁਣ ਇੱਕ ਅੰਦਾਜ਼ੇ ਮੁਤਾਬਿਕ ਉਹ 70% ਰਹਿ ਗਈ ਹੈ, ਤੇ ਕਿਤੇ ਕਿਤੇ ਉਹ 60 ਹੋ ਗਈ ਹੈ। ਤੇ ਉਹ ਜਿਹੜਾ ਡਿਕਲਾਈਨ ਦਾ ਪ੍ਰੋਸੈਸ ਹੈ, ਉਹ ਐਜ਼ ਅ ਮੈਟਰ ਆਫ ਪੋਲਿਸੀ ਤਾਂ ਉਹ ਹੈ ਹੀ। ਹੁਣ ਇਹ ਬੈਕਡ੍ਰੌਪ ਹੈ ਦੋਸਤੋ, ਜਿਸ ਬੈਕਡ੍ਰੌਪ ਦੇ ਵਿੱਚ ਸਿੱਖਿਆ ਦੀਆਂ ਨੀਤੀਆਂ ਬਣਦੀਆਂ ਨੇ। ਮੈਂ ਪੰਜਾਬ ਦੇ ਕੰਟੈਕਸਟ ਵਿੱਚ ਕੁਝ ਇੱਕ ਅੰਕੜੇ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ।
ਤੇ ਮੈਂ ਫਿਰ ਉਸ ਤੋਂ ਬਾਅਦ ਜਿਹੜੀ ਨੈਸ਼ਨਲ ਐਜੂਕੇਸ਼ਨ ਪਾਲਿਸੀ 2020 ਹੈ, ਜਿਹੜੀ ਹੁਣੇ ਰੀਸੈਂਟਲੀ ਆਈ ਹੈ, ਫਿਰ ਮੈਂ ਉਹਦੇ ਸੰਦਰਭ ਦੇ ਵਿੱਚ ਕੁਝ ਗੱਲਾਂ ਤੁਹਾਡੇ ਨਾਲ ਕਰਾਂਗਾ। 2020 ਦੇ ਦਸੰਬਰ ਵਿੱਚ ਇੱਕ ਸਰਵੇ ਆਉਂਦਾ ਹੈ, ਜਿਹੜਾ ਹਰ ਸਾਲ ਹੁੰਦਾ ਹੈ, ਆਲ ਇੰਡੀਆ ਸਰਵੇ ਆਫ ਹਾਇਰ ਐਜੂਕੇਸ਼ਨ, ਇਹ ਗਵਰਨਮੈਂਟ ਆਫ ਇੰਡੀਆ ਬਣਾਉਂਦੀ ਹੈ। ਇਸ ਗੱਲ ਨੂੰ ਧਿਆਨ ਮੈਂ ਤੁਹਾਡਾ ਜ਼ਿਆਦਾ ਧਿਆਨ ਚਾਹਾਂਗਾ ਕਿ ਉਹ ਇਹ ਕਹਿੰਦੇ ਨੇ 2020 ਦੀ ਰਿਪੋਰਟ ਦੇ ਮੁਤਾਬਕ ਪੰਜਾਬ ਦੇ ਵਿੱਚ ਇਸ ਵੇਲੇ ਕਰੀਬ 1500 ਦੇ ਕਰੀਬ ਉਚੇਰੀ ਸਿੱਖਿਆ ਸੰਸਥਾਵਾਂ ਨੇ, ਜਿਨ੍ਹਾਂ ਵਿੱਚੋਂ 1400 ਦੇ ਕਰੀਬ ਨੇ ਆਪਣਾ ਰਿਪੋਰਟ ਕੀਤਾ ਡਾਟਾ, ਲੇਕਿਨ 1500 ਦੇ ਕਰੀਬ ਨੇ ਜਿਹੜੇ 32 ਯੂਨੀਵਰਸਿਟੀਆਂ, ਡੀਮਡ ਯੂਨੀਵਰਸਿਟੀਆਂ ਤੇ ਇੰਸਟੀਟਿਊਸ਼ਨਸ ਆਫ ਨੈਸ਼ਨਲ ਇੰਪੋਰਟੈਂਸ ਨੇ। ਕਰੀਬ 1006 ਦੇ ਕਰੀਬ ਕਾਲਜ ਨੇ। ਉਹਦੇ ਵਿੱਚ ਕੁਝ ਕਾਲਜ ਇਹੋ ਜਿਹੇ ਨੇ ਜਿਹੜੇ ਮਤਲਬ ਬਿਲਕੁਲ ਸਟੈਂਡ ਅਲੋਨ ਕਾਲਜ ਨੇ, ਜਿਹੜੇ ਇੱਕੋ ਵਿਸ਼ੇ ਦੀ ਪੜ੍ਹਾਈ ਕਰਾਉਣ ਵਾਲੇ ਕਾਲਜ ਨੇ। ਉਹ ਕਰੀਬ 350 ਦੇ ਕਰੀਬ ਨੇ, 344 ਦੇ ਕਰੀਬ ਉਹ ਕਾਲਜ ਨੇ। 1 ਲੱਖ ਪੋਪੂਲੇਸ਼ਨ ਦੇ ਪਿੱਛੇ 35 ਕਾਲਜ ਚੱਲ ਰਹੇ ਨੇ। 35 ਕਾਲਜ ਨੇ 1 ਲੱਖ ਦੀ ਪੋਪੂਲੇਸ਼ਨ ਨੂੰ ਪਿੱਛੇ 35 ਕਾਲਜ ਹੈਗੇ ਨੇ। ਤੇ ਇਹ ਜਿਹੜੇ ਕਾਲਜ ਨੇ, ਇਹਨਾਂ ਦੀ ਜਿਹੜੀ ਔਸਤ ਐਨਰੋਲਮੈਂਟ ਹੈ ਉਹ 521 ਹੈ। ਇਹ ਔਸਤ ਐਨਰੋਲਮੈਂਟ ਹੈ, ਕਿਤੇ 500 ਤੋਂ ਥੱਲੇ ਵੀ ਹੋਏਗੀ ਜੀ, ਤੇ ਕਿਤੇ ਉਹ ਹਜ਼ਾਰਾਂ ਵਿੱਚ ਵੀ ਹੋਏਗੀ। ਜਿਹੜੇ ਸ਼ਹਿਰੀ ਇਲਾਕੇ ਨੇ, ਜਿਹੜੇ ਮੈਟਰੋਪੋਲੀਟਨ ਦੇ ਨੇੜੇ ਵਾਲੇ ਸ਼ਹਿਰ ਨੇ, ਜਿਵੇਂ ਲੁਧਿਆਣਾ, ਪਟਿਆਲਾ, ਅੰਮ੍ਰਿਤਸਰ, ਜਲੰਧਰ, ਇੱਥੇ ਦੇ ਜਿਹੜੇ ਕਾਲਜ ਨੇ, ਉਹਨਾਂ ਦੀ ਐਨਰੋਲਮੈਂਟ ਥੋੜੀ ਜ਼ਿਆਦਾ ਹੋ ਸਕਦੀ ਹੈ, ਉਹ ਹਜ਼ਾਰਾਂ ਵਿੱਚ ਹੋ ਸਕਦੀ ਹੈ। ਤੇ ਬਿਲਕੁਲ ਰਿਮੋਟ ਪਿੰਡਾਂ ਦੇ ਜਿਹੜੇ ਨੇ, ਉਹਨਾਂ ਦੇ ਵਿੱਚ 500 ਤੋਂ 521 ਤੋਂ ਘੱਟ ਵੀ ਹੋ ਸਕਦੀ ਹੈ। ਇਹ ਔਸਤ ਜਿਹੜੀ ਆਪਣੀ ਸਾਡੀ ਐਨਰੋਲਮੈਂਟ ਹੈ ਉਹ 521 ਹੈ। ਜਿਹੜੇ ਇੰਸਟੀਟਿਊਸ਼ਨਸ ਦੀ ਜੇ ਮੈਂ ਨੇਚਰ ਦੀ ਗੱਲ ਕਰਾਂ, ਉਹ ਫਿਰ ਉਹੀ ਸਾਡਾ ਜਿਹੜਾ ਥੀਸਿਸ ਹੈ, ਜੋ ਅਸੀਂ ਸਾਡੀ ਸਮਝ ਬਣਦੀ ਹੈ, ਉਹ ਹੋਰ ਉਹਨੂੰ ਕੀ ਕਹਿੰਦੇ ਆ ਕਿ ਸਟਰੈਂਥਨ ਹੁੰਦੀ ਹੈ। ਕਿ ਆਲਮੋਸਟ ਸਾਡੇ ਕੋਲ ਜਿਹੜੇ 80% ਦੇ ਜਿਹੜੇ ਕਾਲਜ ਨੇ ਉਹ ਪ੍ਰਾਈਵੇਟ ਸੈਕਟਰ ਵਿੱਚ ਚੱਲ ਰਹੇ ਨੇ, ਤੇ 20% ਦੇ ਨੇੜੇ ਜਿਹੜੇ ਕਾਲਜ ਨੇ ਉਹ ਸਰਕਾਰੀ ਖੇਤਰ ਵਿੱਚ ਚੱਲ ਰਹੇ ਨੇ। ਉਹਦੇ ਵਿੱਚ ਵੀ ਜਿਹੜੇ ਉਹ 80% ਜਿਹੜੇ ਕਾਲਜ ਚੱਲ ਰਹੇ ਨੇ ਪ੍ਰਾਈਵੇਟ ਸੈਕਟਰ ਵਿੱਚ, ਉਹਦੇ ਵਿੱਚ 63% ਜਿਹੜੇ ਕਾਲਜ ਨੇ ਉਹ ਅਨਏਡਡ ਨੇ, ਪ੍ਰਾਈਵੇਟ ਅਨਏਡਡ ਕਾਲਜਸ, ਜਿਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਰਕਾਰੀ ਸਹਾਇਤਾ ਨਹੀਂ ਮਿਲ ਰਹੀ ਹੈ, ਜਿਹਨੂੰ ਅਸੀਂ ਪੋਪੂਲਰ ਪਾਰਲੈਂਸ ਵਿੱਚ ਸੈਲਫ ਫਾਈਨੈਂਸਡ ਕਾਲਜਸ ਵੀ ਕਹਿ ਦਿੰਦੇ ਹਾਂ। 20% ਨੇ ਤੇ 17% ਨੇ ਜਿਹੜੇ ਪ੍ਰਾਈਵੇਟ ਏਡਡ ਕਾਲਜਸ ਨੇ, ਤੇ ਬਾਕੀ 20% ਜਿਹੜੇ ਗਵਰਨਮੈਂਟ ਦੇ ਇੰਸਟੀਟਿਊਸ਼ਨਸ ਨੇ। ਮੈਂ ਇੱਥੇ ਇੱਕ ਗੱਲ ਇਹ ਜ਼ਰੂਰ ਕਰਨੀ ਹੈ ਕਿ ਸੈਲਫ ਫਾਈਨੈਂਸਡ ਇੰਸਟੀਟਿਊਸ਼ਨਸ ਦੇ ਵਿੱਚ ਉਹਨਾਂ ਕਾਲਜਸ ਨੂੰ ਫੀਸ ਤੈਅ ਕਰਨ ਦੀ ਆਜ਼ਾਦੀ ਹੈ। ਟੀਚਰ ਦੀ ਰਿਕਰੂਟਮੈਂਟ ਵੀ ਕਰਨ ਦੀ ਉਹ ਆਪਣੇ ਹਿਸਾਬ ਦੇ ਨਾਲ, ਭਾਵੇਂ ਕਿ ਸ਼ਰਤਾਂ ਬਣੀਆਂ ਹੋਈਆਂ ਨੇ ਕਿ ਇਹੋ ਜਿਹੇ ਇੰਨੇ ਕੋਰਸਿਸ ਲਈ, ਇਸ ਤਰ੍ਹਾਂ ਦੇ ਕੋਰਸ ਲਈ ਇੰਨੇ ਟੀਚਰ ਚਾਹੀਦੇ ਨੇ ਔਰ ਇੰਨਾ ਕੁ ਸੈਲਰੀ ਉਹਦਾ ਹੋਣਾ ਚਾਹੀਦਾ ਹੈ, ਲੇਕਿਨ ਉਹ ਜਿਹੜੇ ਲੋਕ ਨੇ ਉਹ ਆਪਣੀ ਆਜ਼ਾਦੀ ਨਾਲ ਹੀ ਵਿਚਰਦੇ ਨੇ। ਤੇ ਅੱਜ ਤੱਕ ਮੈਂ ਕੋਈ ਇਸ ਤਰ੍ਹਾਂ ਦੀ ਰਿਪੋਰਟ ਨਹੀਂ ਸੁਣੀ ਹੈ ਜਿਹਦੇ ਵਿੱਚ ਉਸ ਦੇ ਉੱਪਰ ਕੋਈ, ਉਹਨਾਂ ਦੇ ਉੱਪਰ ਕੋਈ ਕਿੰਤੂ ਕੀਤਾ ਗਿਆ ਹੋਵੇ ਕਿ ਜੇ ਉਹ ਨੋਰਮਸ ਨੂੰ ਪੂਰਾ ਨਹੀਂ ਕਰਦੇ ਹੈ ਤੇ ਉਹਨਾਂ ਨੂੰ ਕੁਝ ਕਿਹਾ ਗਿਆ ਹੋਵੇ।
ਜਿਹੜੇ ਗਵਰਨਮੈਂਟ ਇੰਸਟੀਟਿਊਸ਼ਨਸ ਨੇ, ਠੀਕ ਹੈ ਉੱਥੇ ਫੀਸ ਥੋੜੀ ਹੈ, ਉੱਥੇ ਜਿਹੜੇ ਮੈਂ ਆਰਟਸ ਔਰ ਦੂਜੇ ਕਾਲਜ ਦੀ ਗੱਲ ਕਰਾਂ, ਮੈਂ ਮੈਡੀਕਲ ਕਾਲਜਸ ਵਾਲੀ ਉਹਦੀ ਮੈਂ ਗੱਲ ਨਹੀਂ ਕਰ ਰਿਹਾ। ਉੱਥੇ ਤੇ ਖੈਰ ਬਹੁਤ ਫੀਸਾਂ ਵੱਧ ਚੁੱਕੀਆਂ ਹੋਈਆਂ ਨੇ। ਉਹਦੇ ਵਿੱਚ ਵੀ ਜਿਹੜੇ ਕੁਝ ਇੱਕ ਉਹ ਵੀ ਪਾਰਸ਼ਲੀ ਸੈਲਫ ਫਾਈਨੈਂਸਡ ਇੰਸਟੀਟਿਊਸ਼ਨ ਹੀ ਬਣ ਗਏ, ਕਿਉਂਕਿ ਉੱਥੇ ਕੁਝ ਕੋਰਸਿਸ ਨੇ। ਇਹ ਪ੍ਰਾਈਵੇਟ ਏਡਡ ਕਾਲਜ ਦਾ ਵੀ ਇਹ ਹਾਲ ਹੈ ਤੇ ਗਵਰਨਮੈਂਟ ਇੰਸਟੀਟਿਊਸ਼ਨਸ ਦਾ ਵੀ ਇਹ ਹਾਲ ਹੈ ਕਿ ਉੱਥੇ ਕੁਝ ਕੋਰਸਿਸ ਨੇ ਜਿਹੜੇ ਸੈਲਫ ਫਾਈਨੈਂਸਡ ਨੇ, ਔਰ ਉੱਥੇ ਵੀ ਫੀ ਤੈਅ ਕਰਨ ਦੀ ਖੁੱਲ੍ਹ ਹੈ ਕਿ ਉਹ ਜਿੰਨੀ ਵੀ ਮਰਜ਼ੀ ਫੀਸ ਤੈਅ ਕਰ ਸਕਦੇ ਨੇ। ਇਹਦਾ ਮਤਲਬ ਕਿ ਗਵਰਨਮੈਂਟ ਇੰਸਟੀਟਿਊਸ਼ਨਸ ਦੀ ਵੀ ਜਿਹੜੀ ਨੇਚਰ ਹੈ ਉਹ ਹੌਲੀ ਹੌਲੀ ਟਰਾਂਸਫਾਰਮ ਹੁੰਦੀ ਜਾ ਰਹੀ ਹੈ ਸੈਲਫ ਫਾਈਨੈਂਸਡ ਇੰਸਟੀਟਿਊਸ਼ਨਸ ਦੇ ਬਾਰੇ। ਪਿਛਲੇ 1 ਸਾਲ ਦੇ ਵਿੱਚ 2019 ਤੋਂ 2020 ਦੇ ਵਿੱਚ 7 ਨਵੇਂ ਕਾਲਜ ਖੁੱਲੇ, ਜਿਹਦੇ ਵਿੱਚ 6 ਪ੍ਰਾਈਵੇਟ ਅਨਏਡਡ ਕਾਲਜ ਸੀ ਤੇ ਸਿਰਫ 1 ਗਵਰਨਮੈਂਟ ਸੈਕਟਰ ਦੇ ਵਿੱਚ ਸੀ। ਮੈਂ ਅਗਲੀ ਜਿਹੜੀ ਗੱਲ ਜਿਹਦੇ ਵੱਲ ਜਸਕਰਨ ਨੇ ਇਹ ਫਿਕਰ ਜ਼ਾਹਰ ਕੀਤਾ ਸੀ ਆਪਣੀ ਟਿੱਪਣੀ ਦੇ ਵਿੱਚ ਕਿ ਹੁਣ ਐਸਕੇਪ ਦਾ ਰੂਟ ਲੱਭ ਲਿਆ ਵਿਦਿਆਰਥੀਆਂ ਨੇ, ਇਹ ਵਰਤਾਰਾ ਉਸ ਨੂੰ ਵੀ ਇੰਡੀਕੇਟ ਕਰਦਾ, ਤੇ ਕੋਈ ਹੋਰ ਵੀ ਕਈ ਰੀਜ਼ਨਸ ਨੇ, ਉਹ ਪਤਾ ਨਹੀਂ, ਉਹਨਾਂ ਦਾ ਵੀ ਆਪਾਂ ਨੂੰ ਖੁਲਾਸਾ ਕਰਨਾ ਪਏਗਾ ਕਿ ਸਾਡੀ ਜਿਹੜੀ GER ਹੈ ਉਹ ਇਸ ਵੇਲੇ 28% ਹਾਂ, ਇਸ ਵੇਲੇ ਜਿਹੜੀ ਸਾਡੀ सॉरी मैं 1 मिनट जरा कागज ऊपर नीचे हो गया। ਇਸ ਲਈ ਜਿਹੜੀ ਸਾਡੀ GER ਹੈ ਉਹ 28.2% ਹੈ। ਗ੍ਰੋਸ ਐਨਰੋਲਮੈਂਟ ਦਾ ਰੇਸ਼ੋ ਮਤਲਬ ਹੈ ਕਿ ਜਿੰਨੇ ਉਸ ਐਲੀਜੀਬਲ ਯੂਥ ਹੈ ਏਜ ਗਰੁੱਪ ਦਾ 18 ਤੋਂ 23 ਦੇ ਵਿੱਚ, ਉਹਦਾ 28.2% ਜਿਹੜਾ ਹੈਗਾ ਉਹ ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਹੈ। 2019 ਵਿੱਚ ਇਹ 29.5 ਸੀ, ਘਟ ਗਿਆ। ਆਲ ਇੰਡੀਆ ਲੈਵਲ ਦਾ GER ਵੱਧ ਰਿਹਾ ਤੇ ਪੰਜਾਬ ਦਾ ਘਟ ਰਿਹਾ। ਇਹ ਬਹੁਤ ਚਿੰਤਾ ਦਾ ਵਿਸ਼ਾ ਹੈ। ਜਿਹੜੇ ਓਵਰਆਲ ਪੂਰੀ ਜੇ ਆਪਾਂ GER ਦੇਖੀਏ ਤੇ ਉਹਦੇ ਵਿੱਚ 1.3% ਦਾ ਘਾਟਾ ਹੋਇਆ 19 ਤੋਂ 20 ਦੇ ਵਿੱਚ, ਔਰ ਅਜੇ ਇਹ ਕੋਵਿਡ ਦੇ ਵਿੱਚ ਕੀ ਵਾਪਰ ਗਿਆ ਉਹਦਾ ਅਜੇ ਅੰਦਾਜ਼ਾ ਲੱਗਾ ਨਹੀਂ। ਉਹ ਤਾਂ ਹੋਰ ਵੀ ਜ਼ਿਆਦਾ ਫਿਕਰਮੰਦੀ ਵਾਲਾ ਡਾਟਾ ਹੋਏਗਾ। ਜੇ ਇਸ GER ਦੇ ਵਿੱਚ ਜਦੋਂ ਜ਼ਿਆਦਾ ਜਿਹੜੀ ਕਮੀ ਆਈ ਉਹ ਲੜਕੀਆਂ ਦੀ ਪ੍ਰਤੀਸ਼ਤ ਵਿੱਚ ਆਈ ਹੈ। ਲੜਕੀਆਂ ਦੀ ਪ੍ਰਤੀਸ਼ਤ GER 34.3 ਸੀਗੀ 2019 ਵਿੱਚ, 2020 ਦੇ ਆંકੜੇ ਵਿੱਚ ਉਹ 2.2% ਘਟ ਗਈ ਹੈ ਤੇ 32.1 ਰਹਿ ਗਈ ਹੈ। ਲੜਕੀਆਂ ਦੀ GER ਦੇ ਵਿੱਚ ਬਹੁਤ ਜ਼ਿਆਦਾ ਫਰਕ ਨਹੀਂ ਹੋਇਆ, ਉਹ 0.4% ਡਾਊਨਗ੍ਰੇਡ ਹੋਈ ਹੈ। ਅੱਛਾ, ਜੇ ਇਹੀ ਆંકੜਾ ਜੇ ਅਸੀਂ ਸ਼ਡਿਊਲ ਕਾਸਟ ਜਿਹੜੇ ਸਾਡੇ ਬੱਚੇ ਨੇ ਉਸ ਵਰਗ ਨੂੰ ਬਿਲੋਂਗ ਕਰਦੇ, ਉਹਨਾਂ ਦੀ ਪਹਿਲੇ ਵੀ ਜਿਹੜੀ GER ਹੈ ਉਹ 21.1% ਸੀਗੀ ਪਿਛਲੇ 2019 ਵਿੱਚ। 2020 ਵਿੱਚ ਉਹ 2.3% ਘਟ ਕੇ 18.8% ਹੋ ਗਈ ਹੈ। ਔਰ ਲੜਕੀਆਂ ਦੀ ਪ੍ਰਤੀਸ਼ਤ 25.2% ਸੀ GER, ਜਿਹੜੀ ਹੁਣ ਘਟ ਕੇ 22.4, ਲਗਭਗ 3% ਡਿਕਲਾਈਨ ਆ ਗਿਆ। ਲੜਕਿਆਂ ਦੀ GER ਦੇ ਵਿੱਚ 2%, ਸ਼ਡਿਊਲ ਕਾਸਟ ਲੜਕਿਆਂ ਦੇ ਵਿੱਚ 2% ਡਿਕਲਾਈਨ ਆ ਗਿਆ। ਮਤਲਬ ਇਹ ਜਿਹੜਾ ਡਿਕਲਾਈਨ ਹੈ ਇਹ ਬਹੁਤ ਚਿੰਤਾਜਨਕ ਹੈ। ਇਹ
इदा हो क्यों गया? मतलब क्यों बच्चे बाहर कॉलेजां चों चले गए, जबकि बाहर ट्रेंड ਜਿਹੜਾ ਬਾਕੀ ਹਿੰਦੁਸਤਾਨ ਦੇ ਵਿੱਚ ਵੱਧ ਰਿਹਾ ਤੇ ਸਾਡੇ ਨੇੜਲੇ ਜਿਹੜੇ ਸੂਬੇ ਨੇ ਹਰਿਆਣਾ ਹਿਮਾਚਲ ਇਹਦੇ ਵਿੱਚ ਥੋੜਾ ਇਨਕਰੀਜ਼ ਹੋਇਆ ਤੇ ਜਾਂ ਜੇ ਇਨਕਰੀਜ਼ ਨਹੀਂ ਹੋਇਆ ਤੇ ਉੱਥੇ ਸਟੈਟਿਕ ਹੈ। ਪੰਜਾਬ ਦੀ ਸਥਿਤੀ ਕੁਝ ਇਸ ਤਰ੍ਹਾਂ ਦੀ ਹੈ। ਇਸ ਮਤਲਬ ਬੈਕਗ੍ਰਾਉਂਡ ਵਿੱਚ, ਇਸ ਪਿੱਠਭੂਮੀ ਵਿੱਚ ਮੈਂ ਹੁਣ ਜਿਹੜੀ ਇਹ ਨੀਤੀ ਹੈ, ਇਸ ਨਵੀਂ ਨੀਤੀ ਨੂੰ ਦੇਖਣਾ ਚਾਹੁੰਦਾ। ਰਾਈਟ, ਨਵੀਂ ਨੀਤੀ ਦੇ ਵਿੱਚ ਜਿਵੇਂ ਅਸੀਂ ਪਹਿਲੇ ਵੀ ਇੱਕ ਵਾਰ ਤੁਸੀਂ ਸਾਰਿਆਂ ਨੇ ਇਹਨੂੰ ਪੜ੍ਹ ਲਿਆ ਹੋਏਗਾ, ਨਵੀਂ ਨੀਤੀ ਵਿੱਚ ਇੰਸਟੀਟਿਊਸ਼ਨ ਦੀ ਰੀਸਟਰਕਚਰਿੰਗ ਦੀ ਗੱਲ ਕੀਤੀ ਗਈ ਹੈ ਕਿ ਉਹ ਇਹ ਕਹਿੰਦੇ ਨੇ ਕਿ ਅਸੀਂ ਬਿਲਕੁਲ ਬਹੁਤ ਮੈਂ ਸੰਖੇਪ ਵਿੱਚ ਗੱਲ ਕਰਾਂ ਤੇ ਉਹ ਇਹ ਚਾਹੁੰਦੇ ਨੇ ਕਿ ਅਸੀਂ ਹੁਣ ਵੱਡੇ ਇੰਸਟੀਟਿਊਸ਼ਨਸ ਚਾਹੁੰਦੇ ਹਾਂ, ਛੋਟੇ ਛੋਟੇ ਨਹੀਂ ਚਾਹੁੰਦੇ। ਤੇ ਹਰ ਇੱਕ ਇੰਸਟੀਟਿਊਸ਼ਨ ਜਿਹੜਾ ਅਗਲੇ 20 ਸਾਲ ਦੇ ਵਿੱਚ ਆਪਣੀ ਜਿਹੜੀ ਐਨਰੋਲਮੈਂਟ ਹੈ ਉਹ 2-3 ਹਜ਼ਾਰ ਤੱਕ ਤਾਂ ਲੈ ਕੇ ਜਾਵੇ ਤੇ ਸਾਡੀ ਤੇ 521 ਹੈ ਔਸਤ ਜਿਹੜੀ ਐਨਰੋਲਮੈਂਟ ਹੈ ਉਹ ਤਾਂ 521 ਹੈ। ਤੇ ਜੇ ਤੁਸੀਂ ਅਗਲੇ ਆਉਣ ਵਾਲੇ ਮਤਲਬ 20 ਸਾਲਾਂ ਵਿੱਚ ਜਾਂ 15 ਸਾਲਾਂ ਦੇ ਵਿੱਚ ਤੁਸੀਂ ਇਹ ਤਵੱਕੋ ਕਰਦੇ ਹੋ ਜਾਂ ਤੁਹਾਡਾ ਇਹ ਵਿਜ਼ਨ ਹੈ ਕਿ ਤੁਸੀਂ ਵੱਡੇ ਇੰਸਟੀਟਿਊਸ਼ਨਸ ਬਣਾਉਣਾ ਚਾਹੁੰਦੇ ਹੋ, ਕਿਉਂਕਿ ਉਹ ਕਹਿੰਦੇ ਨੇ ਛੋਟੇ ਇੰਸਟੀਟਿਊਸ਼ਨ ਜਿਹੜੇ ਨੇ ਵਾਇਬਲ ਨੇ ਤੇ ਵੱਡੇ ਦਾ ਮਤਲਬ ਹੈ ਕਿ 3000 ਤੱਕ ਉਹਨਾਂ ਦੀ ਗਿਣਤੀ ਹੋਵੇ ਤੇ 3000 ਤੱਕ ਤਾਂ ਗਿਣਤੀ ਫਿਰ ਪਿੰਡਾਂ ਥਾਵਾਂ ਤੇ ਹੋਣੀ ਨਹੀਂ, ਉੱਥੇ ਤਾਂ ਬੜਾ ਮੁਸ਼ਕਿਲ ਹੈ। ਤੇ ਉਹ ਜਿਹੜੇ ਇੰਸਟੀਟਿਊਸ਼ਨ ਪਿਛੜੇ ਇਲਾਕਿਆਂ ਵਿੱਚ ਜਿਹੜੇ 500 ਜਾਂ 300 ਜਾਂ 400 ਦੀ ਗਿਣਤੀ ਨਾਲ ਖੁੱਲੇ ਹੋਏ ਨੇ, ਜਿਹੜੇ ਕੁੜੀਆਂ ਨੂੰ ਐਜੂਕੇਟ ਕਰ ਰਹੇ ਨੇ, ਬੱਚਿਆਂ ਨੂੰ ਕਰ ਰਹੇ ਨੇ, ਰਿਮੋਟ ਏਰੀਆ ਵਿੱਚ ਕਰ ਰਹੇ ਨੇ, ਫਿਰ ਅਸੀਂ ਉਹਨਾਂ ਦਾ ਤਾਂ ਬੰਦ ਹੋ ਗਿਆ ਹੋਇਆ ਦੇਖਾਂਗੇ। ਤੇ ਜੇ ਇੱਕ ਅੰਦਾਜ਼ੇ ਦੇ ਮੁਤਾਬਿਕ ਜਿਹੜਾ ਕਸਤੂਰੀ ਰੰਗਨ, ਪ੍ਰੋਫੈਸਰ ਕਸਤੂਰੀ ਰੰਗਨ ਦੀ ਰਿਪੋਰਟ ਨੇ ਬਾਹਰ ਕੱਢਿਆ ਸੀ, ਉਹਦੇ ਵਿੱਚ ਇਹ ਸੀਗਾ ਕਿ ਉਹ ਆਲਮੋਸਟ 25% ਤੱਕ ਇੰਸਟੀਟਿਊਸ਼ਨ ਦੀ ਗਿਣਤੀ ਨੂੰ ਲੈਣਾ ਚਾਹੁੰਦੇ ਨੇ, ਮਤਲਬ 1/4 ਹੀ ਸਟਰੈਂਥ ਰਹਿ ਜਾਏਗੀ ਉਹਨਾਂ ਦੇ ਮੁਤਾਬਕ। ਤੇ ਜੇ ਇਹਦਾ ਮਤਲਬ ਸਾਡਾ 1000 ਕਾਲਜ ਚੱਲ ਰਿਹਾ ਹੈ ਤੇ ਫਿਰ ਤੇ 250 ਹੀ ਰਹਿ ਜਾਏਗਾ ਉਸ ਗਿਣਤੀ ਦੇ ਮੁਤਾਬਿਕ। ਤੇ ਜੇ ਓਨਾ ਹੀ ਰਹਿ ਜਾਣਾ ਤੇ ਫਿਰ ਤੇ ਅਸੀਂ ਫਿਰ ਐਨਰੋਲਮੈਂਟ ਕਿਵੇਂ ਉਹਨੂੰ ਵਧਾਉਣਾ ਹੈ? ਅਸੀਂ ਪਹਿਲੇ ਹੀ ਘਟ ਰਹੇ ਹਾਂ। ਹੁਣ ਇਹ ਜਿਹੜਾ ਘਟਣਾ ਹੈ ਇਹਦੇ ਕਈ ਕਾਰਨ ਨੇ। ਇਹਦਾ ਘਟਨਾ ਮੈਨੂੰ ਇੰਝ ਲੱਗਦਾ ਹੈ ਕਿ ਵੱਧ ਰਹੀਆਂ ਫੀਸਾਂ, ਘਟ ਰਹੀ ਐਮਪਲੋਇਮੈਂਟ, ਔਰ ਐਮਪਲੋਇਮੈਂਟ ਇਸ ਕਰਕੇ ਘਟਣਾ ਕਿ ਟੀਚਰਸ ਦਾ ਡਿਪਲੋਇਮੈਂਟ ਹੀ ਨਹੀਂ ਹੈ। ਮਤਲਬ ਕੋਈ ਅਸੀਂ ਇਸ ਤਰ੍ਹਾਂ ਇਮੇਜਿਨ ਕਰ ਸਕਦੇ ਹਾਂ ਕਿ ਜਿਵੇਂ ਠੀਕ ਜਸਕਰਨ ਤੁਸੀਂ ਗੱਲ ਕੀਤੀ ਕਿ 40% ਵੈਕੈਂਸੀਜ਼ ਤੇ ਸੈਂਟਰਲ ਯੂਨੀਵਰਸਿਟੀਆਂ 'ਚ ਨੇ ਔਰ ਉਹ ਹੁਣ ਜਿਹੜਾ ਉਹ 50% ਦੇ ਕਰੀਬ ਚਲਾ ਜਾਏਗਾ ਉਹ ਅੰਕੜਾ, ਔਰ ਅਸੀਂ ਨਵਾਂ ਰਿਕਰੂਟਮੈਂਟ ਕਰਨ ਦੇ ਬਾਰੇ ਤਾਂ ਸੋਚ ਹੀ ਨਹੀਂ ਰਹੇ। ਅਸੀਂ ਇਹ ਸੋਚ ਰਹੇ ਕਿ ਹਾਂ ਅਸੀਂ ਗੈਸਟ ਫੈਕਲਟੀ ਲੈ ਆਵਾਂਗੇ, ਅਸੀਂ ਕੰਟਰੈਕਟ ਤੇ ਲੈ ਆਵਾਂਗੇ, ਅਸੀਂ ਥੋੜੇ ਸਮੇਂ ਲਈ ਲੈ ਆਵਾਂਗੇ, ਅਸੀਂ ਥੋੜੇ ਪੈਸੇ ਦੇ ਕੇ ਲੈ ਆਵਾਂਗੇ। ਐਕਚੁਅਲੀ ਇਹ ਜਿਹੜਾ ਨਿਊ ਲਿਬਰਲ ਇਕਨੋਮਿਕ ਮਾਡਲ ਹੈ ਉਹਦਾ ਨਾ ਇੱਕ ਮਾਡਲ ਦਾ ਇੱਕ ਬੇਸਿਕ ਕੈਰੈਕਟਰ ਹੈ ਕਿ ਫੀ ਇਨਕਰੀਜ਼ ਕਰਾਂਗੇ ਤੇ ਟੀਚਰ ਦੀ ਸੈਲਰੀ ਫਰੀਜ਼ ਕਰਾਂਗੇ, ਖਰਚੇ ਘਟਾਵਾਂਗੇ, ਆਮਦਨ ਵਧਾਵਾਂਗੇ, ਪ੍ਰੋਫਿਟ ਤੇ ਤਾਂ ਹੀ ਹੋਏਗਾ। ਹੁਣ ਮੈਂ ਗਵਰਨਮੈਂਟ ਇੰਸਟੀਟਿਊਸ਼ਨਸ ਦੇ, ਗਵਰਨਮੈਂਟ ਕਾਲਜਸ ਦੇ ਬਾਰੇ ਤਾਂ ਮੈਂ ਇਦਾਂ ਨਹੀਂ ਸੋਚਦਾ ਸੀ ਕਿ ਉੱਥੇ ਵੀ ਇਦਾਂ ਹੋ ਜਾਏਗਾ, ਪਰ ਅਫਸੋਸ ਦੀ ਗੱਲ ਇਹ ਹੈ ਕਿ ਸੈਲਫ ਫਾਈਨੈਂਸਡ ਇੰਸਟੀਟਿਊਸ਼ਨ ਨੂੰ, ਪ੍ਰਾਈਵੇਟ ਅਨਐਡਡ ਨੂੰ, ਪ੍ਰਾਈਵੇਟ ਏਡਡ ਨੂੰ ਤੁਸੀਂ ਕਿੱਥੇ ਜਾ ਕੇ ਪੁੱਛੋਗੇ ਜਦੋਂ ਸਰਕਾਰ ਦੀ ਦੇਖਰੇਖ ਵਿੱਚ ਚੱਲ ਰਹੇ ਇੰਸਟੀਟਿਊਸ਼ਨਸ ਦੇ ਵਿੱਚ ਵੈਕੈਂਸੀਜ਼ ਦੀ ਹਾਲਤ ਇਹ ਹੋ ਜਾਏ ਕਿ ਤੁਹਾਨੂੰ ਟੀਚਰ ਹੀ ਨਾ ਮਿਲਣ।
मतलब मेरे लिए इमेजिन करना बड़ा दुखदाई है कि गवर्नमेंट कॉलेज होण और गवर्नमेंट कॉलेज ਦੇ ਵਿੱਚ ਤੁਸੀਂ ਟੀਚਰਸ ਹੀ ਨਹੀਂ ਲਗਾਓਗੇ। ਪਿਛਲੇ ਮਤਲਬ 96 ਜਾਂ 98 ਤੋਂ ਬਾਅਦ ਮੈਨੂੰ ਨਹੀਂ ਲੱਗਦਾ ਕੋਈ ਬਹੁਤ ਵੱਡਾ ਰਿਕਰੂਟਮੈਂਟ ਕਿਤੇ ਵੀ ਪ੍ਰਾਈਵੇਟ ਏਡਡ ਔਰ ਗਵਰਨਮੈਂਟ ਦੇ ਵਿੱਚ ਹੋ ਸਕਿਆ, ਹੋਇਆ ਹੀ ਨਹੀਂ। ਹੁਣ ਮੈਨੂੰ ਤੇ ਇੱਥੋਂ ਤੱਕ ਲੱਗਣਾ ਸ਼ੁਰੂ ਹੋ ਗਿਆ ਤੁਹਾਡੀ ਇਕਵਿਪਮੈਂਟ, ਤੁਹਾਡੀ ਲੈਬੋਰੇਟਰੀਜ਼, ਲਾਇਬ੍ਰੇਰੀਜ਼, ਉਹਦੀਆਂ ਕਿਤਾਬਾਂ। ਅਸੀਂ ਪਿੱਛੇ ਇੱਕ ਦੋ ਕਾਲਜਸ ਵਿੱਚ ਗਏ ਸੀਗੇ ਤਾਂ ਮੁੱਦਤਾਂ ਹੋ ਗਈਆਂ ਨੇ ਕਿਸੇ ਲਾਇਬ੍ਰੇਰੀ ਦੇ ਵਿੱਚ ਨਵੀਂ ਕਿਤਾਬ ਖਰੀਦਿਆਂ ਇਹਨਾਂ ਇੰਸਟੀਟਿਊਸ਼ਨਸ ਵਿੱਚ। ਹੋਰ ਤਾਂ ਹੋਰ ਮੈਨੂੰ ਤਾਂ ਕਦੀ ਇਹ ਵੀ ਲੱਗਦਾ ਹੈ ਕਿ ਇੰਸਟੀਟਿਊਸ਼ਨਸ ਨੇ ਉੱਥੇ ਗਰਾਊਂਡਸ ਸੀਗੀਆਂ, ਘਾਹ ਉਗਾਇਆ ਤੇ ਇੰਨੀ ਕੰਟੀਨਜੈਂਸੀ ਵੀ ਨਹੀਂ ਰਹੀ ਹੈ ਕਿ ਉਹ ਜਿਹੜਾ ਘਾਹ ਗੋਡੇ ਗੋਡੇ ਘਾਹ ਔਰ ਇੱਥੇ ਤੇ ਮੋਢੇ ਮੋਢੇ ਤੱਕ ਘਾਹ ਆ ਗਿਆ ਹੈ। ਕਈਆਂ ਕਾਲਜਾਂ ਕੋਲ ਤੇ ਇਹ ਵੀ ਨਹੀਂ ਹੈਗਾ ਕਿ ਉਸ ਨੂੰ ਹੀ ਸਾਫ਼ ਕਰਵਾ ਸਕਣ। ਸਾਡੀ ਇਹ ਹਾਲਤ ਹੋ ਜਾਏਗੀ। ਅਸੀਂ ਇਹ ਹਾਲਤ ਹੋ ਗਈ ਹੈ ਕਿ ਅਸੀਂ ਕੀਤੀ ਹੈ, ਇਹਦਾ ਇੱਕ ਬਹੁਤ ਵੱਡਾ ਸਵਾਲ ਹੈ। ਜਿੰਨੇ ਵੀ ਪੋਲੀਟੀਕਲ ਡਿਸਪੈਂਸੇਸ਼ਨਸ ਨੇ ਉਹ ਕਿਸੇ ਵੀ ਕਲਰ ਦੀਆਂ ਨੇ, ਉਹ ਐਜੂਕੇਸ਼ਨ ਦੇ ਵਿੱਚ ਇਨਵੈਸਟ ਕਰਨ ਤੋਂ ਕੰਨੀ ਕਤਰਾਉਂਦੀਆਂ ਨੇ। ਉਹਨਾਂ ਨੂੰ ਇਹ ਲੱਗਦਾ ਹੈ ਕਿ ਇਹ ਘਾਟੇ ਬੰਦਾ ਸੌਦਾ ਹੈ, ਇਹ ਲਾਭ ਵਾਲਾ ਸੌਦਾ ਨਹੀਂ। ਹਾਂ, ਤੇ ਤੁਹਾਨੂੰ ਕਿੰਨੇ ਕਿਹਾ ਸੀ ਕਿ ਐਜੂਕੇਸ਼ਨ ਲਾਭ ਵਾਲਾ ਸੌਦਾ ਹੈ? ਤੁਹਾਨੂੰ ਇਸ 'ਚ ਕੋਈ ਲਾਭ ਨਹੀਂ ਲੱਗਦਾ ਕਿ ਐਜੂਕੇਸ਼ਨ ਸਸਤੀ ਮਿਲ ਜਾਏਗੀ, ਸਾਰੇ ਪੜ੍ਹ ਜਾਣਗੇ ਔਰ ਉਹ ਅੱਛੇ ਸਿਟੀਜ਼ਨਸ ਬਣ ਜਾਣਗੇ ਔਰ ਉਸ ਤੋਂ ਬਾਅਦ ਉਹ ਇੰਪਲੋਏਬਲ ਵੀ ਹੋ ਜਾਣਗੇ। ਤੁਹਾਡੀ ਕੁਆਲਿਟੀ ਆਫ ਐਜੂਕੇਸ਼ਨ ਤੁਸੀਂ ਅੱਛੀ ਕਰੋਗੇ ਤੇ ਉਹ ਬਾਅਦ ਵਿੱਚ ਨੇਸ਼ਨ ਦਾ ਐਸੈਟ ਬਣਨਗੇ ਨਾ। ਹਾਂ, ਲੇਕਿਨ ਇਹ ਹੈ ਕਿ ਅੱਜ ਤੁਸੀਂ ਫਲਾਈਓਵਰ ਬਣਾਓ ਤੇ ਕੱਲ ਤੁਹਾਨੂੰ ਉਹਦੇ ਇਨਵੈਸਟਮੈਂਟ ਦੇ ਪੈਸੇ ਮਿਲਣੇ ਸ਼ੁਰੂ ਹੋ ਜਾਣਗੇ। ਅੱਜ ਤੁਸੀਂ ਕੋਈ ਹੋਰ ਕਿਸੇ ਖੇਤਰ ਦੇ ਵਿੱਚ ਪੈਸਾ ਲਗਾਓ, ਤੁਹਾਨੂੰ ਕੱਲ ਉਹਦੀ ਰਿਟਰਨ ਮਿਲਣੀ ਸ਼ੁਰੂ ਹੋ ਜਾਏਗੀ। ਹੈਲਥ ਵਿੱਚ ਪੈਸਾ ਲਗਾਓਗੇ ਤੇ ਉਹਦੀ ਰਿਟਰਨ ਤਾਂ 20 ਸਾਲ ਬਾਅਦ ਮਿਲੇਗੀ। ਐਜੂਕੇਸ਼ਨ 'ਚ ਲਗਾਓਗੇ ਉਹਦੀ ਰਿਟਰਨ ਤੇ 30 ਸਾਲ ਬਾਅਦ ਮਿਲੇਗੀ। ਤੇ ਬਿਜ਼ਨਸ ਮਾਈਂਡਡ ਜਿਹੜੇ ਲੋਕ ਨੇ ਜਾਂ ਜਿਹੜਾ ਇਸ ਨੂੰ ਬਿਲਕੁਲ ਵਪਾਰ ਦੇ ਕੰਟੈਕਸਟ ਵਿੱਚ ਦੇਖਦੇ ਨੇ ਤੇ ਉਹ ਇੰਨਾ ਲੰਬੇ ਦਾਅ ਵਾਲਾ ਸੌਦਾ ਸ਼ਾਇਦ ਨਹੀਂ ਕਰਨਾ ਚਾਹੁੰਦੇ। ਤਾਂ ਸ਼ਾਇਦ ਇਸ ਕਰਕੇ ਜਿਹੜੀ ਗਵਰਨਮੈਂਟ ਇਨਵੈਸਟਮੈਂਟ ਹੈ, ਹੁਣ ਇਸ ਨੀਤੀ ਨੇ ਕਿਹਾ ਕਿ ਅਸੀਂ 6% ਕਰਨ ਦੀ ਕੋਸ਼ਿਸ਼ ਕਰਾਂਗੇ। 1964-66 ਵਿੱਚ ਕੋਠਾਰੀ ਕਮਿਸ਼ਨ ਨੇ ਕਿਹਾ ਸੀਗਾ ਕਿ ਅਸੀਂ 6% GDP ਦਾ, ਉਹਨਾਂ ਦੇ GNP ਕਿਹਾ ਸੀਗਾ ਕਿ ਉਹਦਾ ਹੋਣਾ ਚਾਹੀਦਾ, ਤੇ ਅਸੀਂ 4 ਤੋਂ ਵਧੇ ਹੀ ਨਹੀਂ ਕਦੇ ਔਰ ਪਿੱਛੇ 2.7 ਸੀਗੇ। ਤੇ ਹੁਣ ਇਹ ਕਹਿ ਰਹੇ ਨੇ ਕਿ ਅਸੀਂ ਅਗਲੇ 20 ਸਾਲ ਵਿੱਚ 6% ਕਰ ਦਿਆਂਗੇ। ਅਸੀਂ ਉਹਨਾਂ ਦੀ ਜਿਹੜਾ ਵਿਜ਼ਨ ਔਰ ਉਹਨਾਂ ਦਾ ਜਿਹੜਾ ਬਿਆਨ ਹੈ ਇਸ ਨੂੰ ਮੰਨ ਸਕਦੇ ਹਾਂ, ਪਰ ਉਸ ਤੇ ਸ਼ੁਭਾ ਹੋ ਜਾਏ ਇਹ ਵੀ ਸਾਡੇ ਕੋਲ ਅਧਿਕਾਰ ਤਾਂ ਹੈਗਾ ਕਿ ਅਸੀਂ ਅੱਗੇ ਇਹ ਹੋਏਗਾ ਕਿਵੇਂ ਹੋ ਪਾਏਗਾ, ਇਸ ਦੀ ਗੱਲ ਵੀ ਤਾਂ ਆਪਾਂ ਕਰਾਂਗੇ, ਸ਼ੱਕ ਤਾਂ ਕਰਾਂਗੇ ਹੀ। ਲੇਕਿਨ ਜਿਹੜੇ ਆਸਾਰ ਨੇ ਉਹ ਇਹ ਲੱਗਦੇ ਨੇ ਕਿ ਇੰਨਾ ਇਨਵੈਸਟਮੈਂਟ ਐਜੂਕੇਸ਼ਨ 'ਚ ਨਹੀਂ ਹੋ ਪਾਏਗਾ। ਫੀਸਾਂ ਦਾ ਵੱਧ ਜਾਣਾ, ਖੁੱਲ੍ਹ ਦੇ ਦੇਣਾ, ਇਹ ਪਾਲਿਸੀ ਵੀ ਖੁੱਲ੍ਹ ਦਿੰਦੀ ਹੈ ਕਿ ਤੁਸੀਂ ਫੀਸਾਂ ਜਿੰਨੀਆਂ ਮਰਜ਼ੀ ਵਧਾ ਸਕਦੇ ਹੋ। ਇਹ ਬਹੁਤ ਅੱਛੀਆਂ ਗੱਲਾਂ ਕਰਦੀ ਹੈ, ਆਟੋਨਮੀ ਦੀ ਗੱਲ ਵੀ ਕਰਦੀ ਹੈ, ਲੇਕਿਨ ਗਵਰਨਮੈਂਟ ਇਨਵੈਸਟਮੈਂਟ ਦੀ ਵੀ ਗੱਲ ਕਰਦੀ ਹੈ ਤੇ ਨਾਲ ਦੀ ਨਾਲ ਫਿਲੈਂਥਰੋਪਿਸਟ, ਪਬਲਿਕ ਸਪਿਰਿਟਡ, ਪ੍ਰਾਈਵੇਟ ਇੰਸਟੀਟਿਊਸ਼ਨਸ, ਪ੍ਰਾਈਵੇਟ ਇਨਵੈਸਟਰਸ ਨੂੰ ਐਜੂਕੇਸ਼ਨ ਵਿੱਚ ਲਿਆਉਣ ਦੀ ਵੀ ਗੱਲ ਇਹ ਪੁਰਜ਼ੋਰ ਹਮਾਇਤ ਕਰਦੀ ਹੈ, ਬਲਕਿ ਇਹ ਵੀ ਕਹਿੰਦੀ ਹੈ ਕਿ ਉਹਨਾਂ ਦੇ ਨਾਲ ਕਿਸੇ ਤਰ੍ਹਾਂ ਦਾ ਵਿਤਕਰਾ ਨਹੀਂ ਹੋਣਾ ਚਾਹੀਦਾ। ਅਸਲ ਵਿੱਚ ਇਹ ਉਹਨਾਂ ਦੀਆਂ ਕੁਝ ਸਿਫਾਰਿਸ਼ਾਂ ਨੇ। ਮੈਂ ਬਹੁਤ ਵਿਸਤਾਰ ਵਿੱਚ ਉਹਨਾਂ ਸਿਫਾਰਿਸ਼ਾਂ ਬਾਰੇ ਨਹੀਂ ਮੈਂ ਗੱਲ ਕਰਨੀ, ਕਿਉਂਕਿ ਤੁਸੀਂ ਉਹਨਾਂ ਨੂੰ ਪੜ੍ਹ ਚੁੱਕੇ ਹੋ, ਸਮਝ ਚੁੱਕੇ ਹੋ, ਦੇਖ ਚੁੱਕੇ ਹੋ।
ਜਿਹੜੀ ਮੈਂ ਆਪਣੀ ਜਿਹੜੀ ਗੱਲ ਨੂੰ ਥੋੜਾ ਸਮੇਟਣਾ ਹੁਣ ਚਾਹੁੰਦਾ, ਔਰ ਉਸ में ਸਮੇਟਣ ਦੇ ਵਿੱਚ ਮੈਂ ਪੋਲਿਸੀ ਪਰ ਸੇ ਜਿਹੜੀ ਨੀਤੀ ਐਸ ਸੱਚ ਉਹਦੇ ਬਾਰੇ ਮੈਂ ਗੱਲ ਇਹ ਕਰਨੀ ਚਾਹੁੰਦਾ ਕਿ ਜਿਹੜੀ ਨੀਤੀ ਹੈ ਉਹ ਇੱਕ ਵੈਸੇ ਤਾਂ ਜ਼ਿਆਦਾ ਸਟੇਟ ਗਵਰਨਮੈਂਟਸ ਨੇ ਐਜੂਕੇਸ਼ਨ ਨੂੰ ਚਲਾਉਣਾ ਹੁੰਦਾ ਹੈ, ਤੇ ਨੈਸ਼ਨਲ ਪਾਲਿਸੀ ਜਿਹੜੀ ਹੈ ਉਹ ਇੱਕ ਸਟੇਟਮੈਂਟ ਆਫ ਇੰਟੈਂਟ ਹੁੰਦੀ ਹੈ। ਪਰ ਇਸ ਪਾਲਿਸੀ ਬਾਰੇ ਇੱਕ ਵਿਸ਼ੇਸ਼ ਜਿਹੜੀ ਗੱਲ ਹੈ ਉਹ ਇਹ ਹੈ ਕਿ ਇਹ ਪਾਰਲੀਮੈਂਟ 'ਚ ਡਿਬੇਟ ਨਹੀਂ ਹੋਇਆ। ਬਾਕੀ ਪਹਿਲੀਆਂ ਪਾਲਿਸੀਜ਼ ਪਾਰਲੀਮੈਂਟ 'ਚ ਵੀ ਡਿਬੇਟ ਉਹਨਾਂ ਦੀ ਹੋਈ, ਕਿਉਂ ਨਹੀਂ ਹੋਈ? ਇਹ ਬੜਾ ਕਨਫਿਊਜ਼ ਕਰਨ ਵਾਲਾ ਪੁਆਇੰਟ ਹੈ। ਦੋ ਗੱਲਾਂ ਹੁੰਦੀਆਂ ਨੇ, ਇੱਕ ਵਿਜ਼ਨ ਸਟੇਟਮੈਂਟ ਹੁੰਦਾ ਤੇ ਇੱਕ ਸਬਸਟੈਂਸ਼ੀਅਲ ਕੋਈ ਰეკਮੈਂਡੇਸ਼ਨਸ ਹੁੰਦੀਆਂ। ਇਹ 'ਚ ਪੋਲੀਟੀਕਲ ਮੈਸੇਜਿੰਗ ਵੀ ਹੁੰਦੀ ਹੈ ਦੋਸਤੋ। ਅਸਲ ਵਿੱਚ ਇਹ ਹੈ ਕਿ ਇਹ ਜਿਹੜੀ ਨੀਤੀ ਹੈ, ਜੋ ਹਾਲਾਤ ਬਣ ਚੁੱਕੇ ਨੇ, ਉਹ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਮਾਰਕੀਟ ਫੋਰਸਿਸ ਤੇ ਐਸਪੀਰੇਸ਼ਨਲ ਮਿਡਲ ਕਲਾਸ, ਇਹਨਾਂ ਦਾ ਇੱਕ ਆਪਸ ਦੇ ਵਿੱਚ ਇੱਕ ਮਤਲਬ ਸੰਬੰਧ, ਇੱਕ ਕਨੈਕਟ ਜੁੜ ਗਿਆ। ਇਹਨਾਂ ਦਾ ਕਾਮਨ ਕਾਜ਼ ਹੈ, ਇਹਨਾਂ ਦੇ ਕੌਨਫਲਿਕਟ ਵੀ ਹੈਗੇ ਨੇ, ਤੇ ਦੂਜਾ ਹੈਗਾ ਆਈਡੀਓਲੋਜੀਕਲੀ ਕਲਚਰਲ ਨੈਸ਼ਨਲਿਜ਼ਮ ਦੀ ਜਿਹੜੀ ਦੌਰ ਚੱਲ ਰਿਹਾ। ਇਹਨਾਂ ਦੋਵਾਂ ਦੇ ਵਿੱਚ ਇਹ ਪਾਲਿਸੀ ਜਿਹੜੀ ਹੈ ਨਾ, ਇਹ ਖੇਡਦੀ ਹੈ। ਔਰ ਪਾਲਿਸੀ ਸਟੇਟਮੈਂਟ ਹਮੇਸ਼ਾ, ਪਾਲਿਸੀ ਡਾਕੂਮੈਂਟ ਹਮੇਸ਼ਾ ਵੇਗ ਡਾਕੂਮੈਂਟ ਹੁੰਦਾ ਹੈ। ਉਹ ਥੋੜੀ ਨਾ ਜਗ੍ਹਾ ਦੇ ਦਿੰਦਾ ਵੀ ਏਦਾਂ ਵੀ ਯੂਜ਼ ਕਰ ਲਓ ਤੇ ਏਦਾਂ ਵੀ ਯੂਜ਼ ਕਰ ਲਓ। ਤੇ ਸੋ ਇਹ ਹੈ ਵੀ ਜਿੱਥੇ ਤੁਹਾਡਾ ਕਲਚਰਲ ਨੈਸ਼ਨਲਿਜ਼ਮ ਜੇ ਮਤਲਬ ਆਪਣਾ ਮਾਰਕੀਟ ਫੋਰਸਿਸ ਦਾ ਕਿਤੇ ਵਿਰੋਧ ਕਰਦਾ ਤੇ ਉੱਥੇ ਜਿਹੜਾ ਮਿਡਲ ਕਲਾਸ ਔਰ ਜਿਹੜਾ ਐਸਪੀਰੇਸ਼ਨਸ ਉਹਨਾਂ ਦੀਆਂ ਵੱਧ ਗਈਆਂ ਨੇ ਤੇ ਜਿਨ੍ਹਾਂ ਨੂੰ ਪਹਿਲੇ ਹੀ ਬੈਨੀਫਿਟ ਮਿਲਦੇ ਰਹੇ ਨੇ, ਤੇ ਉਹ ਮਾਰਕੀਟ ਦੀ ਫੋਰਸਿਸ ਦੇ ਨਾਲ ਉਹਨਾਂ ਦਾ ਇੱਕ ਸੰਬੰਧ ਉਹ ਚੱਲਦਾ ਹੈ। ਦੂਸਰਾ ਜਿਹੜਾ ਮੈਂ ਇਹ ਕਹਿਣਾ ਚਾਹ ਰਿਹਾ ਕਿ ਰੈਫਰੈਂਸ ਪੁਆਇੰਟ ਦੀ ਮੈਂ ਜਿਵੇਂ ਗੱਲ ਕੀਤੀ ਸੀਗੀ, ਮਤਲਬ ਇਹ ਨਹੀਂ ਹੈ ਕਿ ਪਹਿਲੀਆਂ ਪਾਲਿਸੀਆਂ ਦੇ ਵਿੱਚ ਏਦਾਂ ਨਹੀਂ ਸੀ, ਪਹਿਲਾਂ ਵੀ ਪਾਲਿਸੀ ਸੀ, ਪਰ ਕੁਝ ਕੰਟੀਨਿਊਟੀ ਵੀ ਹੈਗੀ ਹੈ ਤੇ ਫਰਕ ਵੀ ਹੈ। ਮੈਂ ਫਰਕ ਦੀ ਗੱਲ ਕਰਨੀ। ਪਹਿਲੀਆਂ ਜਿਹੜੀ ਇਹ ਪਾਲਿਸੀ ਹੈ ਸਿਟੀਜ਼ਨਸ਼ਿਪ, ਨਾਗਰਿਕਤਾ ਬਾਰੇ, ਇਹ ਕਹਿੰਦੀ ਹੈ ਕਿ ਅਸੀਂ ਏਦਾਂ ਦੇ ਨਾਗਰਿਕ ਬਣਾਉਣੇ ਆ ਜਿਹੜੇ ਐਂਗੇਜਡ ਹੋਣਗੇ, ਪ੍ਰੋਡਕਟਿਵ ਹੋਣਗੇ ਤੇ ਕੰਟਰੀਬਿਊਟ ਕਰਨ ਵਾਲੇ ਹੋਣਗੇ। ਜਿਹੜੀਆਂ ਪਹਿਲੀਆਂ ਪਾਲਿਸੀਜ਼ ਨੇ ਉਹ ਇਹ ਕਹਿੰਦੀਆਂ ਨੇ ਕਿ ਅਸੀਂ ਇੱਕ ਸੈਂਸ ਆਫ ਕਾਮਨ ਸਿਟੀਜ਼ਨਸ਼ਿਪ ਕ੍ਰੀਏਟ ਕਰਾਂਗੇ, ਜਿਹਦੇ ਵਿੱਚ ਕਲਚਰਲ ਤੇ ਨੈਸ਼ਨਲ ਜਿਹੜੀਆਂ ਕਲਚਰਲੀ ਉਹ ਸਟਰੈਂਥਨ ਕਰਨਗੀਆਂ, ਨੈਸ਼ਨਲ ਇੰਟੀਗ੍ਰੇਸ਼ਨ ਨੂੰ ਸਟਰੈਂਥਨ ਕਰਾਂਗੇ। 68 ਦੀ ਪਾਲਿਸੀ ਇਹ ਕਹਿੰਦੀ ਹੈ। ਜਿਹੜੀ 86 ਦੀ ਪਾਲਿਸੀ ਹੈ ਉਹ ਨੈਸ਼ਨਲ ਕੋਹੀਜ਼ਨ ਦੀ ਗੱਲ ਤਾਂ ਕਰਦੀ ਹੈ, ਪਰ ਉਹ ਇੰਡੀਪੈਂਡੈਂਸ ਆਫ ਮਾਈਂਡ ਐਂਡ ਸਪਿਰਿਟ ਦੀ ਗੱਲ ਕਰਦੀ ਹੈ। ਹੁਣ ਦੇਖੋ ਜਿਹੜੀ 86 ਦੀ ਪਾਲਿਸੀ ਹੈ ਉਹ ਡੈਮੋਕ੍ਰੇਸੀ, ਸੋਸ਼ਲਿਜ਼ਮ ਤੇ ਸੈਕੂਲਰਿਜ਼ਮ ਨੂੰ ਐਕਸਪਲਿਸਿਟਲੀ ਉਹਦੇ ਬਾਰੇ ਗੱਲ ਕਰਦੀ ਹੈ। 68 ਦੀ ਪਾਲਿਸੀ ਸੋਸ਼ਲਿਸਟ ਪੈਟਰਨ ਆਫ ਸੋਸਾਇਟੀ ਨੂੰ ਕ੍ਰੀਏਟ ਕਰਨ ਦੀ ਗੱਲ ਕਰਦੀ ਹੈ, ਪਰ ਇਸ ਪਾਲਿਸੀ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਐਬਸੈਂਟ ਨੇ, ਉਹ ਅੱਖਰ ਦੀਆਂ ਵੀ ਨਹੀਂ। ਹਾਂ, ਪਰ ਇਹਦਾ ਮਤਲਬ ਇਹ ਨਹੀਂ ਕਿ ਜੇ ਪਾਲਿਸੀ 'ਚ ਨਹੀਂ ਲਿਖਿਆ ਤੇ ਨਹੀਂ ਹੋਏਗਾ। 68 ਦੀ ਪਾਲਿਸੀ ਵਿੱਚ ਤੇ ਸੋਸ਼ਲਿਸਟ ਪੈਟਰਨ ਲਿਖਿਆ ਹੀ ਸੀ, ਪਰ ਬਣ ਤਾਂ ਗਿਆ ਨਹੀਂ ਨਾ। ਉਹ ਮਤਲਬ ਇਹ ਤਾਂ ਇੱਕ ਸਟੇਟਮੈਂਟ ਹੈ, ਜ਼ਿਆਦਾ ਤਾਂ ਪੋਲੀਟੀਕਲ ਡਿਸੀਜਨਸ ਹੁੰਦੇ ਨੇ, ਉਹਦੇ ਕਰਕੇ ਹੁੰਦਾ ਹੈ। ਹੁਣ ਜਿਵੇਂ ਜਿਹੜਾ ਵਰਗ ਜਿਹਦੀ ਮੈਂ ਗੱਲ ਹੁਣੇ ਕਰਕੇ ਹਟਿਆ ਕਿ ਸ਼ੈਡਿਊਲ ਕਾਸਟ, ਸ਼ੈਡਿਊਲ ਟ੍ਰਾਈਬ, OBC, ਉਹਨਾਂ ਦਾ ਡਿਕਲਾਈਨ ਹੋਇਆ ਉਹਦੇ ਵਿੱਚ ਐਨਰੋਲਮੈਂਟ ਵਿੱਚ। ਹੁਣ ਇਹ ਜਿਹੜੀ ਪਾਲਿਸੀ ਹੈ, ਵੈਸੇ ਕਿਸੇ ਵੀ ਪਾਲਿਸੀ ਦੇ ਵਿੱਚ ਇਸ ਤਰ੍ਹਾਂ ਜ਼ਿਕਰ ਨਹੀਂ ਕੀਤਾ ਗਿਆ ਕਿ ਵੀ ਅਸੀਂ ਰਿਜ਼ਰਵੇਸ਼ਨ ਕਰਨੀ ਹੈ ਜਾਂ ਉਹਨਾਂ ਦਾ ਇਹ ਕਰਨਾ ਉਹ ਕਰਨਾ, ਪਰ ਇਸ ਪਾਲਿਸੀ ਵਿੱਚ ਜਿਹੜੀ ਇੱਕ ਚੀਜ਼ ਮੈਂ ਅੰਡਰਲਾਈਨ ਕਰਨਾ ਚਾਹੁੰਦਾ ਜਾਂਦੇ ਜਾਂਦੇ, ਉਹ ਇਹ ਹੈ ਕਿ ਇਹ
सोशो इकोनॉमिकली डिसएडवांटेज्ड ग्रुप्स ते अंडर रिप्रजेंटेशन ਇਹਦੀ ਗੱਲ ਕਰਦੀ ਹੈ ਤੇ ਇਹਦੇ ਵਿੱਚ ਉਹ ਜਿਹੜਾ ਸਟਰਕਚਰਲ ਪ੍ਰੋਬਲਮਸ ਨੇ, ਜਿਹੜੀਆਂ ਸਟਰਕਚਰਲ ਡਾਇਮੈਂਸ਼ਨਸ ਨੇ ਉਸ ਵਿਤਕਰੇ ਦੀਆਂ, ਜਿਹੜੀ ਹਿਸਟੋਰੀਕਲ ਰੂਟਸ ਨੇ ਐਕਸਕਲੂਜਨ ਦੀਆਂ, ਮਾਰਜਨਲਾਈਜੇਸ਼ਨ ਦੀਆਂ, ਉਹਨੂੰ ਹਾਈਡ ਕਰ ਜਾਂਦੀ ਹੈ। ਮਤਲਬ ਇਹ ਨਹੀਂ ਮੈਨੂੰ ਮਤਲਬ ਥੋੜਾ ਐਕਸੈਪਟ ਹੁੰਦਾ ਕਿ ਤੁਸੀਂ ਵਿਮਨ ਦੇ ਨਾਲ ਜ਼ਿਆਦਤੀ ਹੋਈ, SC ST BC OBC ਵਰਗਾਂ ਨਾਲ ਜ਼ਿਆਦਤੀ ਹੋਈ, ਹਿਸਟੋਰੀਕਲ ਉਹਦੇ ਰੀਜ਼ਨਸ ਨੇ, ਤੇ ਤੁਸੀਂ ਇੱਕ SEDG ਜਾਂ ਅੰਡਰ ਰਿਪਰੈਜ਼ੈਂਟੇਸ਼ਨ ਦੇ ਕਵਰ ਦੇ ਵਿੱਚ ਸਾਰਾ ਕੁਝ ਕਿਵੇਂ ਕਵਰ ਕਰ ਦਿਓਗੇ। ਤੇ ਫਾਈਨਲੀ ਫਰੈਂਡਸ, ਇਹ ਜਿਹੜਾ ਫੈਕਲਟੀ ਨਾ ਭਰਨਾ, ਪੋਸਟਾਂ ਨਾ ਭਰਨਾ, ਕਾਲਜਾਂ ਵਿੱਚ ਹੁਣ ਸਟਰਗਲ ਚੱਲਣਾ, ਉਹ ਇੱਕ ਆਨਲਾਈਨ ਐਜੂਕੇਸ਼ਨ ਦਾ ਇੱਕ ਦੌਰ ਜਿਹੜਾ ਚੱਲ ਗਿਆ, ਇਹ ਆਨਲਾਈਨ ਐਜੂਕੇਸ਼ਨ ਨੂੰ ਕੋਵਿਡ ਨੇ ਬੂਸਟ ਤਾਂ ਕੀਤਾ, ਪਰ ਇਹ ਨੀਅਤ ਤਾਂ ਪਹਿਲੇ ਵੀ ਸੀ ਇਹ ਕਰਨ ਦੀ, ਇਹ ਪਹਿਲੇ ਵੀ ਸੀ ਕਿ ਇਹ ਕਰਨਾ ਹੈ। ਮਲਟੀ ਲੇਅਰਡ ਸਕੂਲ ਸਿਸਟਮ ਬਣਾਉਣਾ ਹੈ ਜਿਹੜਾ ਰੂਟਡ ਇਨ ਡਿਸਕ੍ਰਿਮੀਨੇਸ਼ਨ ਹੋਏਗਾ। ਹੁਣ ਆਨਲਾਈਨ ਐਜੂਕੇਸ਼ਨ, ਬਹੁਤ ਲੋਕ ਮੈਨੂੰ ਸਵਾਲ ਕਰਦੇ ਨੇ ਕਿ ਇਹ ਆਨਲਾਈਨ ਐਜੂਕੇਸ਼ਨ ਜਿਹੜੀ ਹੈ ਇਹ ਚੰਗੀ ਐਜੂਕੇਸ਼ਨ ਹੈ ਕਿ ਭੈੜੀ ਐਜੂਕੇਸ਼ਨ ਹੈ। ਮੇਰਾ ਜਵਾਬ ਦੋਸਤੋ ਇਹ ਹੈ ਕਿ ਆਨਲਾਈਨ ਐਜੂਕੇਸ਼ਨ ਦੇ ਇੰਪੈਰੇਟਿਵਸ ਦੇ ਕਰਕੇ ਨਹੀਂ ਲਿਆਂਦੀ ਗਈ, ਇਹ ਮਾਰਕੀਟ ਦੇ ਇੰਪੈਰੇਟਿਵਸ ਕਰਕੇ ਲਿਆਂਦੀ ਗਈ ਹੈ। ਇਹ ਜਿਹੜਾ ਆਨਲਾਈਨ ਬਿਜ਼ਨਸ ਹੈ, ਤੁਹਾਨੂੰ ਜੇ ਮੈਂ ਇਹ ਖਿਆਲ ਕਰਾਂ ਕਿ 2020 ਵਿੱਚ ਜਦੋਂ ਇਹ ਪ੍ਰਧਾਨ ਮੰਤਰੀ ਜੀ ਅਨਾਉਂਸ ਕਰਨ ਵਾਲੇ ਸੀਗੇ ਪਾਲਿਸੀ, ਤੇ ਉਦੋਂ ਹੀ ਉਹਨਾਂ ਨੇ ਪਹਿਲੇ ਇਹ ਕਿਹਾ ਸੀਗਾ ਕਿ ਅਸੀਂ ਇੱਕ ਵਰਲਡ ਕਲਾਸ ਇੰਸਟੀਟਿਊਸ਼ਨ ਜਾਂ ਆਨਲਾਈਨ ਟੈਕਨੋਲੋਜੀ ਦੀ ਗੱਲ ਕਰਨਾ ਚਾਹੁੰਦੇ ਹਾਂ। ਤੇ ਨਾਲ ਹੀ ਗੂਗਲ ਦੇ ਚੀਫ ਨੇ ਅੰਬਾਨੀ ਰਿਲਾਇੰਸ ਇੰਡਸਟਰੀ ਵਿੱਚ ਇੱਕ ਬਹੁਤ ਵੱਡਾ ਇਨਵੈਸਟਮੈਂਟ ਔਰ ਸਮਝੌਤੇ ਦਾ ਐਲਾਨ ਕਰ ਦਿੱਤਾ ਸੀਗਾ, ਔਰ ਇਹ ਇੱਕ $15 ਬਿਲੀਅਨ ਦੀ ਮਾਰਕੀਟ ਹੈ ਜਿਹੜੀ ਅਗਲੇ 4 ਸਾਲ ਦੇ ਵਿੱਚ ਫਲਰਿਸ਼ ਹੋਣ ਵਾਲੀ ਹੈ। ਤੇ $15 ਬਿਲੀਅਨ ਕੋਈ ਛੋਟਾ ਅਮਾਉਂਟ ਨਹੀਂ ਹੁੰਦਾ। ਸੋ ਆਨਲਾਈਨ ਦਾ ਟੈਕਨੋਲੋਜੀ ਦਾ ਪਸਾਰ ਐਜੂਕੇਸ਼ਨ ਕਰਕੇ ਨਹੀਂ, ਇਹ ਬਿਜ਼ਨਸ ਕਰਕੇ ਹੈ। ਖੈਰ, ਇਹ ਕੁਝ ਚੰਗੀਆਂ ਤੇ ਮਿੱਠੀਆਂ ਤੇ ਭੈੜੀਆਂ ਤੇ ਕੌੜੀਆਂ ਗੱਲਾਂ ਸੀਗੀਆਂ। ਜੇ ਮੈਨੂੰ ਫਿਰ ਗੁਰੂ ਸਾਹਿਬ ਦੇ ਦੌਰ ਵਿੱਚ ਜਾਵਾਂ ਤੇ ਮੈਨੂੰ ਪਤਾ ਨਹੀਂ ਇਹ ਕਿਉਂ ਲੱਗਦਾ ਹੈ ਕਿ ਉਸ ਤਰ੍ਹਾਂ ਦਾ ਗੁਰਬਾਣੀ ਵਿੱਚ ਜਿਸ ਬੇਗਮਪੁਰੇ ਦੀ ਗੱਲ ਹੋਈ ਹੈ, ਉਸ ਤਰ੍ਹਾਂ ਦਾ ਨਿਜ਼ਾਮ ਤੇ ਬਣ ਤਾਂ ਸਕਦਾ ਹੈ। ਕਿਸਾਨ ਮੂਵਮੈਂਟ ਨੇ ਇਸ ਗੱਲ ਦਾ ਹੁਣ ਸਾਡੇ ਸਾਹਮਣੇ ਇਹ ਇੱਕ ਨਕਸ਼ਾ ਸਾਹਮਣੇ ਕਲੀਅਰ ਕਰ ਦਿੱਤਾ ਕਿ ਵੱਡੀ ਤੋਂ ਵੱਡੀ ਜਿਹੜੀ ਗੱਲ ਹੈ ਉਸ ਨੂੰ ਚੈਲੰਜ ਤਾਂ ਕੀਤਾ ਜਾ ਸਕਦਾ। ਤੇ ਐਜੂਕੇਸ਼ਨ ਹੋ ਸਕਦਾ ਕਿ ਅਸੀਂ ਪਬਲਿਕ ਸਪਿਰਿਟਡ ਪਬਲਿਕ ਐਜੂਕੇਸ਼ਨ ਸਿਸਟਮ ਦੇ ਵੱਲ ਇੱਕ ਮੋੜਾ ਕੱਟੀਏ, ਜਿਹਦੇ ਵਿੱਚ ਟੀਚਰਸ ਹੋਣ, ਸਟੂਡੈਂਟਸ ਨੂੰ ਸੌਖੀ ਤੇ ਆਸਾਨ ਫੀਸ ਦੇ ਕੇ ਉਹਨੂੰ ਪੜ੍ਹ ਸਕੇ ਤੇ ਸ਼ਾਇਦ ਇੱਕ ਚੰਗਾ ਸਮਾਜ ਬਣ ਸਕੇ। ਆਪਾਂ ਉਮੀਦ ਤੇ ਉਸ ਦੀ ਕਰ ਸਕਦੇ ਹਾਂ। ਧੰਨਵਾਦ। ਉਹਨਾਂ ਨੂੰ ਇੰਟਰੋਡਿਊਸ ਕਰ ਰਿਹਾ ਸੀ ਤੇ ਮੈਂ ਕਿਹਾ ਸੀ ਕਿ ਪ੍ਰੋਫੈਸਰ ਕੁਲਦੀਪ ਪੁਰੀ ਇਜ਼ ਐਕਸਪਰਟ ਇਨ ਪੋਲੀਟੀਕਲ ਇਕੋਨਮੀ ਆਫ ਐਜੂਕੇਸ਼ਨ। ਤੇ ਮੈਨੂੰ ਲੱਗਦਾ ਕਿ ਲੈਕਚਰ ਦੇ ਦੌਰਾਨ ਉਹਨੇ ਸਾਨੂੰ ਬੜਾ ਬਖੂਬੀ ਇਹ ਦੱਸ ਦਿੱਤਾ ਕਿ ਜਿਵੇਂ ਜੇ ਐਜੂਕੇਸ਼ਨ ਦੇ ਵਿੱਚ ਨਿਘਾਰ ਆਇਆ ਸਾਡੀ ਇੰਡੀਆ ਦੇ ਵਿੱਚ ਤੇ ਪੰਜਾਬ ਦੇ ਵਿੱਚ, ਉਹਦੀਆਂ ਤੰਦਾਂ ਕਿਵੇਂ ਪੋਲੀਟਿਕਸ ਤੇ ਇਕਨੋਮਿਕਸ ਜਿਹੜੇ ਮਾਡਲ ਹੈਗੇ ਉਹਦੇ ਨਾਲ ਜੁੜੀਆਂ ਹੋਈਆਂ ਨੇ। ਪ੍ਰੋਫੈਸਰ ਸਾਹਿਬ ਨੇ ਸਾਨੂੰ ਇਹ ਦੱਸਿਆ ਕਿ ਪੰਜਾਬ ਦੀ ਜਿਹੜੀ
ਹਾਇਰ ਐਜੂਕੇਸ਼ਨ ਆ ਉਹ ਜੇ ਅਸੀਂ ਰਣਜੀਤ ਸਿੰਘ ਦੇ ਰਾਜਕਾਲ ਤੋਂ ਦੇਖੀਏ, ਉਹ ਤੋਂ ਬਾਅਦ ਅਸੀਂ ਜੇ ਦੇਖੀਏ ਅੰਗਰੇਜ਼ਾਂ ਦੇ ਆਉਣ ਤੋਂ ਬਾਅਦ ਲੋਕਾਂ ਨੇ ਕਿਵੇਂ ਉਹਦੇ ਵਿੱਚ ਕੰਟਰੀਬਿਊਟ ਕੀਤਾ। ਇਹ ਮੈਨੂੰ ਲੱਗਾ ਕਿ ਜਿਵੇਂ ਜੋ ਨਹੀਂ ਪੰਜਾਬ ਯੂਨੀਵਰਸਿਟੀ ਦੇ ਉਥਾਨ ਬਾਰੇ ਸਾਨੂੰ ਦੱਸਿਆ, ਤੇ ਇਹ ਬੜਾ ਇੱਕ ਅਣਛੋਇਆ ਪਹਿਲੂ ਸੀ। ਮੈਨੂੰ ਲੱਗਦਾ ਕਿ ਕਦੀ ਵੀ ਮੈਂ ਤੇ ਪਹਿਲੀ ਵਾਰ ਹੀ ਇਹਨੂੰ ਮੈਂ ਪ੍ਰੋਫੈਸਰ ਹੋਣਾ ਤੋਂ ਸੁਣਿਆ ਅੱਜ, ਤੇ ਬੜਾ ਚੰਗਾ ਵੀ ਲੱਗਾ ਕਿ ਲੋਕ ਕਿਵੇਂ ਕੰਟਰੀਬਿਊਟ ਕਰ ਸਕਦੇ ਨੇ ਐਜੂਕੇਸ਼ਨ ਦੇ ਲਈ। ਜੇ ਸਰਕਾਰਾਂ ਮੂੰਹ ਮੋੜ ਲੈਣੀਆਂ ਨੇ ਅੱਜ ਵੀ, ਜੇ ਉਹਨੀ ਇਸ ਤੋਂ ਉਹਨੀ ਕਿਨਾਰਾ ਕੀਤਾ ਹੋਇਆ, ਤੇ ਲੋਕ ਕਿਵੇਂ ਅੱਗੇ ਆ ਸਕਦੇ ਆ, ਜਿਹੜੇ ਸਾਡੇ ਪਬਲਿਕ ਫੰਡਡ ਇੰਸਟੀਟਿਊਸ਼ਨਸ ਹੈਗੇ ਉਹਨਾਂ ਨੂੰ ਸੰਭਾਲ ਸਕਦੇ ਆ। ਉਹ ਤੋਂ ਬਾਅਦ ਜੋ ਅਸੀਂ ਜੇ ਇੰਡੀਪੈਂਡੈਂਟ ਇੰਡੀਆ ਦੀ ਗੱਲ ਕਰੀਏ, ਤੇ ਉਹਦੇ ਵਿੱਚ ਜਿਵੇਂ ਸਾਡੇ ਸਮਾਜਿਕ ਅਦਾਰੇ ਕਹਿ ਲਈਏ ਜਾਂ ਕੁਛ ਜਿਹੜੀਆਂ ਸਭਾਵਾਂ ਸੀ, ਜਿਵੇਂ ਆਰੀਆ ਸਭਾ ਦੀ ਗੱਲ ਕੀਤੀ, ਤੇ ਉਹ ਤੋਂ ਬਾਅਦ ਸਿੰਘ ਸਭਾ ਦੀ ਗੱਲ ਕੀਤੀ, ਆਰੀਆ ਸਮਾਜ ਦੀ ਗੱਲ ਕੀਤੀ, ਤੇ ਕਿਵੇਂ ਉਹਨੇ ਐਜੂਕੇਸ਼ਨਲ ਜਿਹੜੀ ਇੰਸਟੀਟਿਊਸ਼ਨਸ ਨੂੰ ਇਸਟੈਬਲਿਸ਼ ਕਰਨ ਦੇ ਵਿੱਚ ਉਹਨੇ ਕੰਟਰੀਬਿਊਟ ਕੀਤਾ। ਉਹ ਬੜਾ ਸੁਣ ਕੇ ਚੰਗਾ ਲੱਗ ਰਿਹਾ ਸੀ ਕਿ ਸਾਡਾ ਸਮਾਜ ਜੁੜਿਆ ਹੋਇਆ ਸੀ, ਸਮਾਜ ਸੰਭਾਲ ਰਿਹਾ ਸੀ ਐਜੂਕੇਸ਼ਨ ਅਦਾਰਿਆਂ ਨੂੰ। ਤੇ ਹੁਣ ਉਹਨੇ ਇੱਕ ਟਰਨਿੰਗ ਪੁਆਇੰਟ ਦੀ ਗੱਲ ਕੀਤੀ 1991, ਜਿਹੜੇ ਨਿਊ ਲਿਬਰਲ ਰਿਫੋਰਮਸ ਇੰਡੀਅਨ ਇਕੋਨਮੀ ਦੇ ਵਿੱਚ ਹੋਏ, ਤੇ ਉਹਨੇ ਮੈਨੂੰ ਲੱਗਾ ਕਿ ਸਰ ਨੇ ਬੇਸ ਮੰਨਿਆ ਉਸ ਚੀਜ਼ ਨੂੰ। ਸਰ ਨੇ ਦੱਸਿਆ ਕਿ ਉਹ ਤੋਂ ਬਾਅਦ ਬਿਲਕੁਲ ਹੀ ਨਿਗਾਰ ਵੱਲ ਨੂੰ ਸਾਡੀ ਜਿਹੜੀ ਐਜੂਕੇਸ਼ਨ ਪਾਲਿਸੀ ਆ ਉਹ ਆ ਰਹੀ ਆ, ਚਾਹੇ ਉਹ ਗੌਰਮੈਂਟ ਕਾਲਜਸ ਦੇ ਵਿੱਚ ਰਿਕਰੂਟਮੈਂਟ ਦੀ ਗੱਲ ਹੋਵੇ, ਜਾਂ ਆਪਾਂ ਕਹਿ ਲਈਏ ਕਿ ਜਿਹੜੇ ਏਡਡ ਕਾਲਜਸ ਆ ਉਹਨਾਂ ਦੀ ਗ੍ਰਾਂਟ ਘਟਾਉਣ ਦੀ ਗੱਲ ਹੋਵੇ, ਯੂਨੀਵਰਸਿਟੀਜ਼ ਦੇ ਵਿੱਚ ਪ੍ਰੋਫੈਸਰ ਨਹੀਂ ਆ ਉਹਨਾਂ ਦੀ ਗੱਲ ਹੋਵੇ। ਤੇ ਕਿ ਇੱਥੋਂ ਤੱਕ ਕਿ ਇਹਨੀ ਜਿਵੇਂ ਪ੍ਰੋਫੈਸਰ ਹੋਣੀ ਗੱਲ ਨੂੰ ਮੁਕਾਇਆ ਕਿ ਸਿੱਖਿਆ ਦਾ ਵਪਾਰੀਕਰਨ ਬੜੇ ਚੰਗੇ ਤਰੀਕੇ ਦੇ ਨਾਲ ਹੋ ਰਿਹਾ। ਉਹਦੇ ਵਿੱਚ ਗਲੋਬਲ ਕੈਪੀਟਲ ਜਿਹੜੀ ਆ ਉਹਦਾ ਇੱਕ ਵੱਡਾ ਰੋਲ ਆ, ਚਾਹੇ ਉਹ ਆਰਟੀਫਿਸ਼ੀਅਲ ਇੰਟੈਲੀਜੈਂਸ ਜਾਂ ਆਪਾਂ ਕਿ ਜਿਹੜੀ ਆਨਲਾਈਨ ਐਜੂਕੇਸ਼ਨ ਦਾ ਉਥਾਨ ਹੋ ਰਿਹਾ ਹੁਣ ਰੀਸੈਂਟਲੀ, ਉਹ ਵੀ ਉਹਦਾ ਇੱਕ ਪਾਰਟ ਆ, ਉਸੇ ਮਿਸ਼ਨ ਦਾ ਇੱਕ ਪਾਰਟ ਆ। ਜਿਹੜੀ ਉਹਨਾਂ ਦੀ ਗਲੋਬਲ ਕੈਪੀਟਲ ਆ, ਉਹ ਫਾਈਨਾਂਸ ਕੈਪੀਟਲ ਆ, ਉਹਦਾ ਇੱਕ ਹਿੱਸਾ ਆ ਉਸ ਪ੍ਰੋਜੈਕਟ ਦਾ, ਜਿਹੜੀ ਆਨਲਾਈਨ ਐਜੂਕੇਸ਼ਨ ਦਾ ਇਮਰਜੈਂਸ ਜਿਹੜੀ ਇਹ ਹੋ ਰਹੀ ਆ। ਮੈਨੂੰ ਲੱਗਦਾ ਕਿ ਜਿਹੜੀ ਸਰ ਨੇ ਹਿਸਟੋਰੀਕਲੀ ਦੱਸਿਆ ਪੰਜਾਬ ਦੇ ਵਿੱਚ ਉਹ ਸਿੱਖਿਆ ਦੇ ਉਥਾਨ ਦੀ ਗੱਲ ਕੀਤੀ ਆ, ਮੈਨੂੰ ਲੱਗਦਾ ਕਿ ਪੰਜਾਬੀ ਇਸ ਉੱਤੇ ਮਾਣ ਮਹਿਸੂਸ ਵੀ ਕਰ ਸਕਦੇ ਆ। ਸ਼ਾਇਦ ਇੱਕ ਫੈਕਟ ਸੀ ਕਿ ਪੰਜਾਬ ਦੇ ਵਿੱਚ ਗੌਰਮੈਂਟ ਕਾਲਜਸ ਘੱਟ ਨੇ ਕੰਪੈਰੇਟਿਵਲੀ ਹਰਿਆਣੇ ਦੇ, ਜਾਂ ਆਪਾਂ ਕਹਿ ਲਈਏ ਹਿਮਾਚਲ, ਜਾਂ ਹੋਰ ਜਿਹੜੇ ਆਪਣੇ ਭਾਰਤ ਦੇ ਸੂਬੇ ਨੇ ਉਹਨਾਂ ਨਾਲੋਂ ਘੱਟ ਨੇ। ਅਤੇ ਇਹ ਬੜਾ ਇੱਕ ਇਫੈਕਟ ਸਾਨੂੰ ਦੱਸਿਆ ਕਿ ਕਿਉਂ ਘੱਟ ਸੀ, ਕਿਉਂਕਿ ਸਾਡੀਆਂ ਸਮਾਜਿਕ ਸੰਭਾਵਾਂ ਜਿਹੜੀਆਂ ਸੀਗੀਆਂ ਉਹ ਅੱਗੇ ਆਈਆਂ ਕਿਤੇ ਨਾ ਕਿਤੇ ਜਿਹੜੇ ਹਾਇਰ ਐਜੂਕੇਸ਼ਨ ਨੂੰ ਸੰਭਾਲਣ ਦੇ ਲਈ। ਸਰ ਸਾਡੇ ਲੈਕਚਰ ਦੇ ਦੌਰਾਨ ਸਵਾਲ ਸਾਡੇ ਮਨ ਦੇ ਵਿੱਚ ਕੁਝ ਪੈਦਾ ਹੋ ਰਹੇ ਸੀ, ਬਟ ਜਿਵੇਂ ਹੀ ਕੋਈ ਸਵਾਲ ਉੱਠਦਾ ਸੀ ਕਿ ਤੁਹਾਡੀ ਗੱਲਬਾਤ ਦੇ ਵਿੱਚੋਂ ਹੀ ਤੁਸੀਂ ਉਹਦਾ ਜਵਾਬ ਸਾਨੂੰ ਮਿਲ ਜਾਂਦਾ ਸੀ, ਕੁਛ ਟਾਈਮ ਦੇ ਬਾਅਦ ਉਹਦਾ ਜਵਾਬ ਮਿਲ ਜਾਂਦਾ। ਕੁਝ ਸਾਨੂੰ ਮੈਸੇਜ ਵੀ ਆਏ ਵਟਸਐਪ ਦੇ ਉੱਤੇ ਆਨਲਾਈਨ ਸਿੱਖਿਆ ਨੂੰ ਲੈ ਕੇ ਜਿਹੜੀ ਹੁਣ ਚੱਲ ਰਿਹਾ ਟਰੈਂਡ, ਉਹਦਾ ਵੀ ਤੁਸੀਂ ਬੜਾ ਬਖੂਬੀ ਸਰ ਤੁਸੀਂ ਉਹਦਾ ਸਾਨੂੰ ਦੱਸਿਆ ਵੀ ਉਹਦੇ ਕੀ ਹੋ ਸਕਦੇ ਆ। ਸਰ ਇੱਕ ਜਿਹੜੀ ਗੱਲ ਮੇਰੇ ਮਨ ਦੇ ਵਿੱਚ ਲਗਾਤਾਰ ਇਹ ਆ ਰਹੀ ਸੀ ਕਿ ਕੀ ਹੁਣ ਦੁਬਾਰਾ ਪਬਲਿਕ ਸੈਕਟਰ ਇੰਸਟੀਟਿਊਸ਼ਨ ਦਾ ਰਿਵਾਈਵਲ ਹੋ ਸਕਦਾ ਹੈ। ਜਿਵੇਂ ਕਿ ਇਹ ਦੇਖਣ ਨੂੰ ਆਇਆ ਕਿ ਜਿਨ੍ਹਾਂ ਨੂੰ ਅਸੀਂ ਇੱਕ ਬੇਸ ਮੰਨਦੇ ਹਾਂ ਜਾਂ ਕੰਪੈਰੀਜ਼ਨ ਦੇ ਲਈ ਮੰਨਦੇ ਹਾਂ ਫਾਰਨ ਦੀਆਂ ਯੂਨੀਵਰਸਿਟੀਜ਼, ਕਿਹਾ ਇਹ ਜਾਂਦਾ ਇੱਕ ਆਰਗੂਮੈਂਟ ਇਹ ਦਿੱਤਾ ਜਾਂਦਾ ਕਿ ਉਹ ਵੀ ਪ੍ਰਾਈਵੇਟ ਨੇ। ਜਿਹੜੀਆਂ ਵੱਡੀਆਂ ਯੂਨੀਵਰਸਿਟੀਜ਼ ਹੈ, ਜਿਹੜੀਆਂ ਕਿ ਪਹਿਲੀਆਂ ਕਹਿੰਦੇ ਕਿ 100 ਯੂਨੀਵਰਸਿਟੀਜ਼ ਵਿੱਚ ਆਉਂਦੀ, ਅਸੀਂ ਵੀ ਰੈਂਕਿੰਗ ਦੇ ਵਿੱਚ ਫਸਦੇ ਹਾਂ ਕਿ ਇੰਡੀਆ ਦੀਆਂ ਕੋਈ ਵੀ ਯੂਨੀਵਰਸਿਟੀ ਪਹਿਲੀਆਂ 200 ਯੂਨੀਵਰਸਿਟੀਜ਼ ਵਿੱਚ ਨਹੀਂ ਆਈ, ਪਹਿਲੀਆਂ 400 ਯੂਨੀਵਰਸਿਟੀ ਵਿੱਚ ਨਹੀਂ ਆਈ ਕੋਈ ਇੰਡੀਆ ਦੀ ਯੂਨੀਵਰਸਿਟੀਜ਼। ਬਟ ਜਿਹੜੀਆਂ ਆ ਰਹੀਆਂ ਨੇ ਉਹਨਾਂ ਨੂੰ ਵੀ ਕਿਹਾ ਜਾਂਦਾ ਕਿ ਉਹ ਵੀ ਪ੍ਰਾਈਵੇਟ ਯੂਨੀਵਰਸਿਟੀਜ਼ ਨੇ। ਇੱਕ ਆਰਗੂਮੈਂਟ ਇਹ ਦਿੱਤਾ ਜਾਂਦਾ ਕਿ ਜਿਵੇਂ ਹੁਣ ਇੰਡੀਆ ਦੇ ਵਿੱਚ ਤੇ ਸ਼ਾਇਦ ਉਹ ਪ੍ਰਾਈਵੇਟ ਯੂਨੀਵਰਸਿਟੀਜ਼ ਵੀ ਨਹੀਂ, ਅਜੇ ਉਹਨਾਂ ਦਾ ਉਥਾਨ ਵੀ ਨਹੀਂ ਹੋਇਆ ਅਜੇ ਤੱਕ। 2-4 ਕੁ ਹੋਣਗੀਆਂ, ਅਸ਼ੋਕਾ ਵਗੈਰਾ ਕੋਈ ਯੂਨੀਵਰਸਿਟੀ ਇੱਦਾਂ ਦੀਆਂ ਆਈਆਂ ਵੀ ਜਿਹੜੀਆਂ ਕੋਈ ਕੰਟਰੀਬਿਊਟ ਸ਼ਾਇਦ ਸਿਗਨੀਫਿਕੈਂਟਲੀ ਉਹ ਕੰਟਰੀਬਿਊਟ ਕਰ ਰਹੀਆਂ ਹੋਣਗੀਆਂ। ਬਟ ਕੀ ਹੁਣ ਲੱਗਦਾ ਕਿ ਇਹ ਆਪਾਂ ਮਤਲਬ ਦੁਬਾਰਾ ਆਪਾਂ ਉਹਨਾਂ ਨੂੰ ਪੈਰਾਂ ਭਾਰ ਕਰ ਸਕਾਂਗੇ ਮਤਲਬ ਇੰਸਟੀਟਿਊਸ਼ਨਸ ਨੂੰ, ਜਾਂ ਉਹ ਗਲੋਬਲ ਟਰੈਂਡ ਜਿਹੜਾ ਚੱਲ ਰਿਹਾ ਕਿ ਹੁਣ ਉਸੇ ਹੀ ਵਹਿਣ ਵਿੱਚ ਅਸੀਂ ਬਹਿ ਜਾਵਾਂਗੇ? ਇਹ ਇੱਕ ਸਾਡੀ ਪੰਜਾਬ ਦਰਸ਼ਨ ਦੀ ਟੀਮ ਦਾ ਇੱਕ ਸੀ, ਤੁਸੀਂ ਦਿੱਤਾ ਵੀ ਇਸ਼ਾਰਾ, ਵੈਸੇ ਕੀਤਾ ਵੀ ਸੀ ਥੋੜ੍ਹਾ ਜਿਹਾ, ਜੇ ਤੁਸੀਂ ਥੋੜ੍ਹਾ ਜਿਹਾ ਇਹਦੇ ਬਾਰੇ ਐਲੈਬੋਰੇਟ ਸਰ ਹੋਰ ਕਰ ਸਕੋ। ਹਾਂਜੀ ਹਾਂਜੀ, ਨਹੀਂ ਇਹ ਤੁਹਾਡਾ ਬਿਲਕੁਲ ਬਹੁਤ ਹੀ ਵਾਜਬ ਸਵਾਲ ਹੈ। ਮੈਂ ਨਾ ਕੋਸ਼ਿਸ਼ ਕਰਾਂਗਾ ਇਹਦਾ ਮੈਂ ਆਪਣੀ ਸਮਰੱਥਾ ਦੇ ਮੁਤਾਬਕ ਕੀ ਜਵਾਬ, ਮੇਰੀਆਂ ਸੀਮਾਵਾਂ ਨੇ, ਮੈਂ ਉਹ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗਾ।
ਦੇਖੋ ਪਹਿਲੀ ਗੱਲ ਤਾਂ ਇਹ ਹੈਗੀ ਹੈ ਕਿ ਕੁਆਲਿਟੀ ਪ੍ਰਾਈਵੇਟ ਨਾਲ ਹੀ ਹੋ ਸਕਦੀ ਹੈ ਤੇ ਪਬਲਿਕ ਨਾਲ ਨਹੀਂ ਹੋ ਸਕਦੀ। ਇਹਦਾ ਕੋਈ ਐਵੀਡੈਂਸ, ਰਿਸਰਚ ਐਵੀਡੈਂਸ ਅਜੇ ਤੱਕ ਨਹੀਂ ਹੈਗਾ। ਕੁਆਲਿਟੀ ਦਾ ਸੰਬੰਧ ਜਿਹੜਾ ਹੈਗਾ ਉਹ ਮੈਨੇ ਇਸ ਤਰ੍ਹਾਂ ਦੇ ਨਾਲ ਤਾਂ ਕੋਈ ਨਹੀਂ ਹੈਗਾ। ਦੂਜਾ ਇਹ ਕਿ ਮੈਂ ਰੈਂਕਿੰਗ ਵਾਲਾ ਜਿਹੜਾ ਮਸਲਾ ਹੈਗਾ ਮੈਂ ਉਹਨੂੰ ਪਹਿਲੇ ਨਿਬੇੜ ਲਵਾਂ। ਰੈਂਕਿੰਗ ਜਿਹੜੀ ਹੈ ਇਹ ਇਸ ਨੂੰ ਜਿਹੜੇ ਸੀਰੀਅਸ ਐਕੈਡਮਿਸ਼ੀਅਨਸ ਨੇ ਉਹਨਾਂ ਨੂੰ ਇਗਨੋਰ ਕਰ ਦੇਣਾ ਚਾਹੀਦਾ। ਰੈਂਕਿੰਗ ਜਿਹੜੀ ਹੈ ਇਹ ਬਹੁਤ ਭੁਲੇਖਾ ਪਾਊ ਚੀਜ਼ ਹੈ। ਤੁਸੀਂ ਸਿਰਫ ਉਹਦੇ ਵਾਸਤੇ ਤੁਹਾਡੇ ਕਾਲਜਾਂ ਦੇ ਵਿੱਚ ਵੀ ਤੁਹਾਡੇ ਕੋਲ ਆਉਂਦੇ ਹੋਣਗੇ ਪ੍ਰੋਫਾਰਮੇ ਕਿ ਤੁਸੀਂ NIRF ਦਾ ਤੇ ਦੂਜਾ ਉਹ ਭਰ ਕੇ ਭੇਜੋ, ਨੈਕ ਦੀ ਤੁਸੀਂ ਭਰਦੇ ਹੋਵੋਗੇ। ਉਹਦੇ ਵਿੱਚ ਤੁਸੀਂ ਨਾ ਐਲੀਮੈਂਟਸ ਦੇਖਣਾ ਕਿ ਉਹ ਕਿਹੜੀਆਂ ਮਦਾਂ ਨੇ ਜਿਹੜੀਆਂ ਤੁਹਾਨੂੰ ਪੁੱਛਦੇ ਨੇ ਕਿ ਤੁਸੀਂ ਜੀ ਮਾਰਕੀਟ ਦੇ ਨਾਲ ਕਿੰਨਾ ਕੁ ਕੀਤਾ, ਕਮਿਊਨਿਟੀ 'ਚ ਕੀ ਕੀਤਾ, ਫਲਾਣੇ ਕੀ ਕੀਤਾ, ਕਿੰਨੇ ਪ੍ਰੋਗਰਾਮ ਕੀਤੇ, ਕਿੰਨਾ ਇਹ ਕੀਤਾ, ਤੁਹਾਡੇ ਕੋਲ ਫੋਰਨ ਸਟੂਡੈਂਟ ਕਿੰਨੇ ਨੇ, ਤੁਹਾਡੇ ਕੋਲ ਫੋਰਨ ਟੀਚਰ ਜਿਹੜੇ ਨੇ ਬਾਹਰਲੇ ਕੰਟਰੀਆਂ 'ਚੋਂ ਕਿੰਨੇ ਨੇ, ਵਗੈਰਾ 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 ਵਗੈਰਾ, ਰਾਈਟ। ਤੇ ਇਹੋ ਜਿਹੇ ਜਿਹੜੇ ਤੁਹਾਡੇ ਐਲੀਮੈਂਟਸ ਨੇ ਉਹਨਾਂ ਦੇ ਨਾਲ ਤੁਹਾਡੀ ਰੈਂਕਿੰਗ ਤੈਅ ਹੁੰਦੀ ਹੈ। ਔਰ ਰੈਂਕਿੰਗ ਕਰਨ ਵਾਲੀਆਂ ਵੀ ਬਿਜ਼ਨਸ ਆਰਗੇਨਾਈਜੇਸ਼ਨਸ ਨੇ, ਔਰ ਉਹ ਬਿਜ਼ਨਸ ਆਰਗੇਨਾਈਜੇਸ਼ਨਸ ਦਾ ਵੀ ਆਪਣਾ ਇੱਕ ਪੋਲਿਟਿਕਸ ਹੈ, ਠੀਕ ਹੈ। ਤੇ ਰੈਂਕਿੰਗ ਜਿਹੜੀ ਹੈ ਉਹ ਸੀਰੀਅਸ ਕੁਆਲਿਟੀ ਬਿਜ਼ਨਸ ਤੋਂ ਇੱਕ ਬਹੁਤ ਦੂਰ ਦੀ ਚੀਜ਼ ਹੈ। ਪਹਿਲੀ ਤਾਂ ਇਸ ਗੱਲ ਨੂੰ ਆਪਾਂ ਕਰੀਏ। ਹਾਂ ਇਹ ਠੀਕ ਹੈ, ਚਲਨ ਹੈਗਾ, ਟ੍ਰੈਂਡ ਹੈ, ਤੇ ਇੱਕ ਕਈ ਵਾਰੀ ਇੱਕ ਮੁਹਾਵਰਾ ਮਿਲ ਜਾਂਦਾ ਨਾ ਕਿਸੇ ਨੂੰ ਡਾਊਨ ਕਰਨ ਦਾ, ਉਹ ਜੀ ਇਸ ਦੇ ਪਹਿਲੀਆਂ 'ਚ ਨਹੀਂ ਆਏ, ਜੀ ਇਸ ਦੀ ਪੁਰਾਣੀਆਂ 'ਚ ਨਹੀਂ ਆਏ। ਵੈਸੇ ਇਹ ਦੇਖਿਆ ਜਾਏ ਕਿ ਗਲੋਬਲ ਸਟੈਂਡਰਡ ਹੈ ਜੀ, ਅਸੀਂ ਉਹਦੇ 'ਚ ਨਹੀਂ ਆਏ। ਵੈਸੇ ਬਾਈ ਦੇ ਵਿੱਚ ਇੱਕ ਸਵਾਲ ਪੈਦਾ ਹੁੰਦਾ, ਇਹ ਗਲੋਬਲ ਸਟੈਂਡਰਡ ਸੈੱਟ ਕਿਹਨੇ ਕੀਤਾ? ਮਤਲਬ ਉਹ ਕਿਹੜਾ ਸਟੈਂਡਰਡ ਹੈ ਜੀ ਗਲੋਬਲ ਸਟੈਂਡਰਡ? ਵਾਟ ਇਜ਼ ਦੈਟ, ਰਾਈਟ? ਹੁਣ ਸਵਾਲ ਪੈਦਾ ਇਹ ਹੁੰਦਾ, ਮੇਰਾ ਕੇਸ ਇਹ ਨਹੀਂ ਹੈ ਕਿ ਅਸੀਂ ਬੜੇ ਵਧੀਆ ਹੋ ਗਏ ਜਾਂ ਅਸੀਂ ਬਹੁਤ ਚੰਗੇ ਹੋ ਗਏ ਹਾਂ। ਜੇ ਅਸੀਂ ਉਸ ਰੈਂਕਿੰਗ 'ਚ ਨਹੀਂ ਆਏ ਤੇ ਕੋਈ ਪ੍ਰੋਬਲਮ ਨਹੀਂ, ਮੇਰਾ ਇਹ ਕੇਸ ਨਹੀਂ ਹੈ। ਮੈਂ ਇਹ ਕਹਿ ਰਿਹਾ ਕਿ ਜਿਹੜੀ ਸਾਡੀਆਂ ਕਮਜ਼ੋਰੀਆਂ ਨੇ, ਸਾਡੀਆਂ ਕਮਜ਼ੋਰੀਆਂ ਦੀਆਂ ਵਜ੍ਹਾ ਤੇ ਕਾਰਨ ਤੇ ਉਹ ਜਿਹੜੇ ਹੋਰ ਆਯਾਮ ਨੇ ਉਹ ਸੋਚਣ ਦੀ ਲੋੜ ਹੈ। ਪਰ ਕਿਉਂਕਿ ਰੈਂਕਿੰਗ 'ਚ ਨਹੀਂ ਆਏ ਆ ਇਸ ਕਰਕੇ ਅਸੀਂ ਕਮਜ਼ੋਰ ਹਾਂ, ਇਹ ਗੱਲ ਨਹੀਂ ਹੈ। ਹੁਣ ਮੈਂ ਆਪਣਾ ਤੁਹਾਨੂੰ ਐਗਜ਼ਾਮਪਲ ਦਿੰਦਾ। ਮੈਂ ਕੱਲ ਹੀ ਕੁਝ ਇੱਕ ਡਾਕੂਮੈਂਟਸ ਜਿਹੜੇ ਨੇ ਉਹ ਸਾਡਾ ਨੈਕ ਨੇ ਆਉਣਾ ਜੀ, ਤੇ ਉਹ ਮੈਂ ਦੇਖ ਰਿਹਾ ਸੀਗਾ ਤੇ ਮੈਨੂੰ ਇਦਾਂ ਲੱਗ ਰਿਹਾ ਸੀਗਾ ਕਿ ਵੀ ਫਿਰ ਇਸ ਹਿਸਾਬ ਨਾਲ ਤੇ ਆਪਾਂ ਕੁਝ ਕੀਤਾ ਹੀ ਨਹੀਂ, ਫਿਰ ਇਸ ਹਿਸਾਬ ਨਾਲ ਤੇ ਕੁਝ ਵੀ ਨਹੀਂ ਕੀਤਾ। ਮੈਂ ਤੇ ਕਲਾਸਰੂਮ 'ਚ ਗਿਆ ਤੇ ਆਪਣੇ ਬੱਚਿਆਂ ਨਾਲ ਗੱਲ ਕੀਤੀ, ਪੜ੍ਹਾਇਆ, ਤੇ ਉਹਨਾਂ ਦਾ ਇਹ ਰਿਸਪੌਂਸ ਆਇਆ ਤੇ ਉਹ ਆਇਆ, ਉਹ ਤੇ ਹੈ ਹੀ ਨਹੀਂ ਕਿਤੇ। ਉਹ ਤੇ ਇਹ ਹੈ ਕਿ ਵੀ ਤੁਸੀਂ ਮਤਲਬ ਇੱਕ ਫਾਰਮਲ ਤਰੀਕੇ ਨਾਲ ਫੀਡਬੈਕ ਦਿਵਾਓ ਜੀ, ਉਹ ਇਹ ਕਰੋ ਜੀ, ਮਤਲਬ ਇਹ ਬਹੁਤ ਮਕੈਨੀਕਲ ਹੈ। ਇਹ ਜਦੋਂ ਹਸਪਤਾਲ ਜਾਂ ਇੰਸਟੀਟਿਊਸ਼ਨ, ਮੈਂ ਹਸਪਤਾਲ ਦੀ ਗੱਲ ਕਰਾਂ ਕਿ ਜਦੋਂ ਉਹ ਫਟੇਹਾਲ ਹੋਵੇ ਤੇ ਉਹਨੂੰ ਟੀਪ ਟਾਪ ਕਰਕੇ ਇੰਸਪੈਕਸ਼ਨ ਵਾਲੇ ਨੇ ਆਉਣਾ ਹੋਵੇ ਤੇ ਉਦੋਂ ਥੋੜਾ ਸਜਰਾ ਸੋਹਣਾ ਜਿਹਾ ਵਿਖਾ ਦਿਓ, ਤੇ ਇਹ ਰੈਂਕਿੰਗ ਜਿਹੜੀਆਂ ਨੇ ਉਸ ਤਰ੍ਹਾਂ ਦਾ ਮਸਲਾ ਹੈ। ਇਹਨੂੰ ਤਾਂ ਆਪਾਂ ਬਿਲਕੁਲ ਦਰਕਿਨਾਰ ਕਰਦੇ ਹਾਂ। ਹੁਣ ਇੰਸਟੀਟਿਊਸ਼ਨਸ ਵਧੀਆ ਕਿਵੇਂ ਬਣਦੇ? ਉਹ ਪ੍ਰਾਈਵੇਟ ਨੇ ਇਸ ਕਰਕੇ ਵਧੀਆ ਨਹੀਂ ਬਣੇ, ਉਹ ਇਸ ਕਰਕੇ ਵਧੀਆ ਬਣੇ ਨੇ ਕਿ ਉਹਨਾਂ ਨੇ ਕੁਝ ਐਕੈਡੈਮਿਕ ਸਟੈਂਡਰਡਸ, ਰਿਗਰਸ ਨੂੰ ਫੋਲੋ ਕੀਤਾ। ਉਹਨਾਂ ਨੇ ਕੰਪਰੋਮਾਈਜ਼ ਨਹੀਂ ਕੀਤਾ ਟੀਚਰਸ ਦੀ ਅਪਾਇੰਟਮੈਂਟ ਦੇ ਨਾਲ, ਉਹਨਾਂ ਨੇ ਕੰਪਰੋਮਾਈਜ਼ ਨਹੀਂ ਕੀਤਾ ਲਾਇਬ੍ਰੇਰੀਜ਼ ਦੇ ਨਾਲ, ਉਹਨਾਂ ਨੇ ਕੰਪਰੋਮਾਈਜ਼ ਨਹੀਂ ਕੀਤਾ ਡਾਇਲੌਗ ਦੇ ਨਾਲ, ਉਹਨਾਂ ਨੇ ਕੰਪਰੋਮਾਈਜ਼ ਆਟੋਨੋਮੀ ਨਾਲ ਨਹੀਂ ਕੀਤਾ। ਉਹਨਾਂ ਨੇ ਕਿਸੇ ਇੰਸਟੀਟਿਊਸ਼ਨ ਦੇ ਵਾਈਸ ਚਾਂਸਲਰ ਨੂੰ ਇਸ ਕਰਕੇ ਨਹੀਂ ਹਾਊਂਡ ਕੀਤਾ ਕਿ ਤੂੰ ਸਾਡੀ ਮਰਜ਼ੀ ਵਾਲੀ ਗੱਲ ਕਿਉਂ ਨਹੀਂ ਕਰਵਾਈ। ਉਹਨਾਂ ਨੇ ਕਿਸੇ ਟੀਚਰ ਨੂੰ ਇਸ ਕਰਕੇ ਪ੍ਰਤਾੜਿਤ ਨਹੀਂ ਕੀਤਾ ਕਿ ਵੀ ਤੂੰ ਸਾਡੀ ਆਈਡੀਓਲੋਜੀ ਦੇ ਮੁਤਾਬਕ ਆਪਣੀ ਕਲਾਸਰੂਮ 'ਚ ਗੱਲ ਕਿਉਂ ਨਹੀਂ ਕੀਤੀ। ਉਹ ਇਸ ਕਰਕੇ ਅੱਗੇ ਵਧੇ ਨੇ ਕਿ ਉਹਨਾਂ ਨੇ ਦਿੱਲੀ ਯੂਨੀਵਰਸਿਟੀ ਦੇ
ਸੁਕੀਰਤੀ ਔਰ ਮਹਾਸ਼ਵੇਤਾ ਦੇਵੀ ਤੇ ਬਾਮਾ ਵਰਗੇ ਜਿਹੜੇ ਕੋਰਸਿਸ ਲੱਗੀਆਂ ਹੋਈਆਂ ਕਿਤਾਬਾਂ ਨੇ, ਉਹਨਾਂ ਨੂੰ ਕੱਢਣ ਲਈ ਕਿਸੇ ਨੂੰ ਮਜਬੂਰ ਨਹੀਂ ਕੀਤਾ। ਉਹ ਤਾਂ ਵਧੀਆ ਬਣੇ। ਉਹ ਇਸ ਕਰਕੇ ਵਧੀਆ ਨਹੀਂ ਬਣੇ ਹੈ ਕਿ ਜੀ ਉਹ ਪ੍ਰਾਈਵੇਟ ਨੇ, ਉਹ ਇਸ ਕਰਕੇ ਵਧੀਆ ਬਣੇ। ਸਾਡੇ ਕਿਰਦਾਰ ਦੇ ਵਿੱਚ ਕਮੀ ਹੈ, ਅਸੀਂ ਕੰਪਰੋਮਾਈਜ਼ ਕਰਦੇ ਹਾਂ। ਅਸੀਂ ਮਾਫ ਕਰਨਾ, ਇੱਕ ਮੈਂ ਸ਼ਬਦ ਯੂਜ਼ ਕਰਾਂ ਤੇ ਮੈਂ ਆਪਣੇ ਲਈ ਵੀ ਕਰਨੇ ਤੇ ਸਾਰਿਆਂ ਲਈ ਕਰ ਲਿਆ, ਅਸੀਂ ਬੇਈਮਾਨ ਹੋ ਜਾਂਦੇ ਹਾਂ। ਅਸੀਂ ਐਕੈਡੈਮਿਕ ਓਨੈਸਟੀ ਨਹੀਂ ਕਰਦੇ ਹਾਂ, ਅਸੀਂ ਡਰ ਜਾਂਦੇ ਹਾਂ। ਮੈਨੂੰ ਗੁਰੂ ਤੇਗ ਬਹਾਦਰ ਜੀ ਦੀਆਂ ਮੈਂ ਲਾਈਨਾਂ ਜਦੋਂ ਪਹਿਲੇ ਕਹੀਆਂ ਸੀ, ਉਹ ਇਸ ਕੰਟੈਕਸਟ ਵਿੱਚ ਮੈਨੂੰ ਕਰਨਾ ਚਾਹੁੰਦਾ ਮੈਂ। ਉਹਨਾਂ ਨੇ ਕਿਹਾ ਸੀ ਕਿ ਪੈ ਕਾਹੂ ਕੋ ਦੇਤ ਨਹੀਂ, ਨਹੀਂ ਪੈ ਮਾਨਤ ਆਨ। ਅਸੀਂ ਡਰਦੇ ਹਾਂ, ਅਸੀਂ ਆਪਣੀ ਗੱਲ ਕਹਿਣੋਂ ਡਰਦੇ ਹਾਂ। ਸੋ ਫਰੈਂਡ, ਦੋਸਤੋ, ਗੱਲ ਇਹ ਹੈਗੀ ਹੈ ਕਿ ਅਸੀਂ, ਪ੍ਰੋਫੈਸਰ ਯਸ਼ਪਾਲ ਨੇ ਆਪਣੀ ਇੱਕ ਰਿਪੋਰਟ ਵਿੱਚ ਕਿਹਾ ਸੀਗਾ 2009 ਵਿੱਚ ਕਿ ਸਾਡੇ ਇੰਸਟੀਟਿਊਸ਼ਨ ਦੇ ਵਿੱਚ ਡੈਮੋਕ੍ਰੈਟਿਕ ਡਿਬੇਟ ਦੀਆਂ ਸਪੇਸਿਸ ਸਿੰਗੜਦੀਆਂ ਜਾ ਰਹੀਆਂ, ਸਵਾਲ ਉਠਾਉਣ ਦੀ ਪਰੰਪਰਾ ਖਤਮ ਹੁੰਦੀ ਜਾ ਰਹੀ। ਅਸੀਂ ਮਰੇ ਹਾਂ ਤੇ ਇਸ ਕਰਕੇ ਮਰੇ। ਜਿੱਦਣ ਅਸੀਂ ਆਪਣੇ ਸਟੂਡੈਂਟ ਨੂੰ ਇਹ ਕਿਤਾਬਾਂ ਦੀ ਵੀ ਖੁੱਲ੍ਹ ਹੁੰਦੀ, ਲਾਇਬ੍ਰੇਰੀ ਵਿੱਚ ਭਰਪੂਰ ਕਿਤਾਬਾਂ ਹੁੰਦੀਆਂ, ਉਹ ਪੜ੍ਹਦਾ, ਤੁਹਾਡੇ ਨਾਲ ਆ ਕੇ ਬਹਿਸ ਕਰਦਾ, ਤੁਹਾਨੂੰ ਸਵਾਲ ਕਰਦਾ, ਤੁਸੀਂ ਉਹਨੂੰ ਆਪਣੇ ਬਰਾਬਰ ਖੜੇ ਕਰਕੇ ਉਹਦੇ ਸਵਾਲਾਂ ਨੂੰ ਸੁਣਦੇ, ਉਹਦਾ ਜਵਾਬ ਦਿੰਦੇ, ਤੇ ਉਹ ਰਿਸਰਚ ਨਾ ਕਰਦਾ, ਉਹ ਕੁਝ ਵੀ ਚੰਗਾ ਨਾ ਪੈਦਾ ਕਰਦਾ। ਅਸਲ ਵਿੱਚ ਸਾਡੀਆਂ ਮੁਸ਼ਕਲਾਂ, ਸਾਡੀਆਂ ਕਮਜ਼ੋਰੀਆਂ ਸਾਡੀ ਇਸ ਮਿਹਨਤ ਵਿੱਚ ਕਮੀ ਕਰਕੇ ਨੇ, ਸਾਡੇ ਇਸ ਡਰ ਕਰਕੇ ਨੇ। ਇਸ ਕਰਕੇ ਨਹੀਂ ਹੈ ਕਿ ਅਸੀਂ ਪਬਲਿਕ ਸਿਸਟਮ ਹੋ ਗਏ। ਪ੍ਰਾਈਵੇਟ ਦੀ ਵੀ ਗੱਲ ਸੁਣ ਲੈਂਦੇ ਹਾਂ। ਹਿੰਦੁਸਤਾਨ ਦੀਆਂ ਪ੍ਰਾਈਵੇਟ ਇੰਸਟੀਟਿਊਸ਼ਨਸ ਵੀ ਫਿਰ ਕਿਉਂ ਨਹੀਂ ਵਧੀਆ ਹੋ ਗਈਆਂ? ਤੇ ਜਿਸ ਇੱਕ ਯੂਨੀਵਰਸਿਟੀ ਜਾਂ ਦੋ ਯੂਨੀਵਰਸਿਟੀਆਂ ਦੀ ਗੱਲ ਕਰ ਰਹੇ ਹਾਂ, ਇੱਕ ਸਿੰਪਲ BA ਦਾ ਕੋਰਸ ਲੱਖਾਂ ਰੁਪਏ ਦੀ ਫੀਸ ਹੈ, ਕੌਣ ਜਾਊਗਾ ਉੱਥੇ? ਮਤਲਬ ਅਸੀਂ ਮਤਲਬ ਮੈਂ ਕਈ ਵਾਰੀ ਨਾ ਬਹੁਤ ਪਰੇਸ਼ਾਨ ਹੋ ਜਾਂਦਾ ਕਿ ਅਸੀਂ ਕਿਹਨੂੰ ਦੋਸ਼ ਦੇ ਰਹੇ ਹਾਂ, ਅਸੀਂ ਕਿਹਦੇ ਮਗਰ ਪੈ ਰਹੇ ਹਾਂ। ਅਸਲ ਵਿੱਚ ਅਸੀਂ ਉਹ ਸਾਰੀਆਂ ਸੰਭਾਵਨਾਵਾਂ ਆਪ ਖਤਮ ਕੀਤੀਆਂ ਨੇ ਜਿਹਦੇ ਵਿੱਚ ਸਟੂਡੈਂਟਸ ਫਲਰਿਸ਼ ਕਰ ਸਕਣ, ਜਿਸ ਵਿੱਚ ਟੀਚਰ ਬੇਖੌਫ ਹੋ ਕੇ ਕਲਾਸਰੂਮ 'ਚ ਜਾ ਕੇ ਆਪਣੀ ਗੱਲ ਕਰ ਸਕੇ। ਹੁਣ ਅਸੀਂ ਇਸ ਪਾਲਿਸੀ ਨੇ ਇਹ ਕਿਹਾ ਕਿ ਆਟੋਨਮੀ ਇੱਕ ਸਭ ਤੋਂ ਵੱਡੀ ਗਾਰੰਟੀ ਹੈ ਕੁਆਲਿਟੀ ਦੀ, ਠੀਕ ਹੈ? ਤੇ ਅਸੀਂ ਫੈਕਲਟੀ ਨੂੰ ਫਰੀडम ਦੇ ਰਹੇ ਹਾਂ, ਆਟੋਨਮੀ ਦੇ ਰਹੇ ਹਾਂ। ਪਿਛਲੇ 10 ਸਾਲ ਤੋਂ UGC ਨੇ ਹਰ ਤਰ੍ਹਾਂ ਦੀ ਆਟੋਨਮੀ ਦੇ ਪਰਖ ਉਤਰਨੇ ਸ਼ੁਰੂ ਕਰ ਦਿੱਤੇ। ਉਹ ਹੁਣ ਕੋਰਸ ਵੀ ਉਹ ਬਣਾਉਂਦੀ ਹੈ, ਉਹ ਕਰਿਕੂਲਮ ਫਰੇਮਵਰਕ ਬਣਾਉਂਦੀ ਹੈ ਕਲਾਸਾਂ ਦਾ, ਤੇ ਕਹਿੰਦੀ ਹੈ ਵੀ ਇਹ ਲਓ ਲਾਗੂ ਕਰੋ, ਤੇ ਤੁਸੀਂ ਸਿਰਫ 20% ਹੇਰ-ਫੇਰ ਕਰ ਸਕਦੇ ਹੋ। ਮੈਨੂੰ ਇਹ ਦੱਸੋ ਕਿ ਯੂਨੀਵਰਸਿਟੀਆਂ ਦੀਆਂ ਜਿਹੜੀਆਂ ਐਕੈਡੈਮਿਕ ਕਾਉਂਸਲ ਔਰ ਫੈਕਲਟੀ ਦੀਆਂ ਬਾਡੀਜ਼ ਨੇ, ਉਹਨਾਂ ਦਾ ਰੋਲ ਕਿੱਥੇ ਰਹਿ ਗਿਆ? ਅਸੀਂ ਆਪਣੇ ਇੰਸਟੀਟਿਊਸ਼ਨਸ ਨੂੰ ਕਮਜ਼ੋਰ ਕੀਤਾ। ਅਸੀਂ ਆਪਣੇ ਇੰਸਟੀਟਿਊਸ਼ਨਸ ਦੇ ਐਕੈਡੈਮੀਸ਼ੀਅਨਸ ਨੂੰ ਇਹ ਸਮਝਾਇਆ ਹੈ ਜਾਂ ਇਹ ਜਚਾਇਆ ਹੈ ਕਿ ਤੁਹਾਡੇ ਕੋਲ ਇੰਨੀ ਸਮਰੱਥਾ ਔਰ ਅਕਲ ਹੀ ਨਹੀਂ ਹੈ ਕਿ ਤੁਸੀਂ ਕੋਈ ਚੰਗਾ ਔਰ ਨਵਾਂ ਸੋਚ ਸਕੋ। ਤੁਹਾਨੂੰ ਅਸੀਂ ਦੱਸਾਂਗੇ। ਜਦੋਂ ਦੋਸਤ ਪੂਰਨੇ ਪਾ ਦਿੱਤੇ ਜਾਣ ਤੇ ਉਹਦੇ ਤੇ ਲਿਖਣ ਦਾ ਅਭਿਆਸ ਕਰਨ ਨੂੰ ਕਿਹਾ ਜਾਵੇ, ਤੇ ਯੂਨੀਵਰਸਿਟੀ ਐਜੂਕੇਸ਼ਨ ਵੀ ਪੂਰਨਿਆਂ ਤੇ ਚੱਲਣ ਲੱਗ ਪਵੇ, ਤੇ ਪੂਰਨੇ ਦਿੱਲੀ 'ਚ ਬੈਠਾ ਕੋਈ ਪਾਵੇ, ਤੇ ਫਿਰ ਇੰਸਟੀਟਿਊਸ਼ਨਸ ਫਲਰਿਸ਼ ਨਹੀਂ ਕਰ ਸਕਦੇ। ਤੁਸੀਂ ਪ੍ਰਾਈਵੇਟ ਦਾ ਵੀ ਡਬਲ ਪ੍ਰਾਈਵੇਟ ਕਰ ਦਿਓ। ਪੰਜਾਬ ਔਰ ਹਿੰਦੁਸਤਾਨ ਦੇ ਪ੍ਰਾਈਵੇਟ ਇੰਸਟੀਟਿਊਸ਼ਨਸ ਦੀ ਜਿਹੜੀ ਸਥਿਤੀ ਹੈ ਉਹ ਕੋਈ ਬਹੁਤ ਜ਼ਿਆਦਾ ਮਤਲਬ ਆਸ਼ਾਜਨਕ ਨਹੀਂ ਹੈ। ਤੇ ਜਿਨ੍ਹਾਂ ਦੀ ਅਸੀਂ ਮੁਕਾਬਲਾ ਕਰ ਰਹੇ ਹਾਂ, ਉਹਨਾਂ ਨੇ, ਹਾਂ, ਦੂਜੀ ਗੱਲ ਫਾਈਨੈਂਸਿਸ ਦੀ, ਕਿ ਪ੍ਰਾਈਵੇਟ, ਉਹ ਅਸੀਂ ਉਹਨਾਂ ਦਾ ਇਹ ਤੇ ਸਿੱਖ ਲਿਆ ਕਿ ਜੀ
ਹਾਇਰ ਐਜੂਕੇਸ਼ਨ ਇੰਸਟੀਟਿਊਸ਼ਨ ਪ੍ਰਾਈਵੇਟ ਹੈ, ਪਰ ਅਸੀਂ ਇਹ ਨਹੀਂ ਸਿੱਖਿਆ ਕਿ ਉਹਨਾਂ ਹੀ ਕੰਟਰੀਜ਼ ਦਾ ਜਿਹੜਾ ਸਕੂਲ ਸਿਸਟਮ ਹੈ ਉਹ ਟੋਟਲੀ ਪਬਲਿਕਲੀ ਫੰਡਡ ਹੈ। ਸਾਨੂੰ ਇਹ ਨਹੀਂ ਕੋਈ ਆ ਕੇ ਦੱਸਦਾ। ਸਾਨੂੰ ਇਹ ਤੇ ਆ ਕੇ ਕਹਿੰਦੇ ਨੇ ਕਿ ਕੈਨੇਡਾ ਵਿੱਚ, ਅਮਰੀਕਾ ਵਿੱਚ, ਯੂਰਪ ਦੇ ਵਿੱਚ ਹਾਇਰ ਐਜੂਕੇਸ਼ਨ ਬੜੀ ਮਹਿੰਗੀ ਹੈ ਜੀ, ਪਰ ਕਿਸੇ ਨੇ ਆ ਕੇ ਇਹ ਨਹੀਂ ਦੱਸਿਆ ਕਿ ਉੱਥੋਂ ਦਾ ਸਕੂਲ ਸਿਸਟਮ ਪਬਲਿਕ ਫੰਡਡ ਹੈ, ਬੈਸਟ ਹੈ, ਤੇ ਪ੍ਰਾਈਵੇਟ ਹੈਗੇ ਨੇ ਪਰ ਗਿਣਤੀ ਥੋੜੀ ਹੈ। ਜਿੰਨੇ ਜਾਣਾ ਹੈ ਉਹ ਅਫੋਰਡ ਨਹੀਂ ਕਰ ਸਕਦਾ, ਉਹ ਜਿੰਨੇ ਜਾਣਾ ਜਾਵੇ, ਪਰ ਮੈਜੋਰਿਟੀ ਪਰਸੈਂਟੇਜ ਦਿਸ ਫ੍ਰੀ ਪਬਲਿਕ ਐਜੂਕੇਸ਼ਨ ਹੈ। ਇਹ ਨਹੀਂ ਕਿਸੇ ਨੇ ਦੱਸਿਆ। ਮੈਂ ਆਪਣੇ ਬੱਚੇ ਦੀ ਜੇ ਸਕੂਲ ਐਜੂਕੇਸ਼ਨ ਤੱਕ ਮੈਨੂੰ ਕੋਈ ਫਿਕਰ ਨਹੀਂ, ਤੇ ਮੈਂ ਜਿੰਨੇ ਫੰਡ ਜਮ੍ਹਾਂ ਕੀਤੇ ਨੇ ਮੈਂ ਹਾਇਰ ਐਜੂਕੇਸ਼ਨ ਲਗਾ ਦਿਆਂਗਾ ਨਾ। ਸੋ ਮਤਲਬ ਏਦਾਂ ਹੈ ਕਿ ਕੰਪੈਰੀਜ਼ਨ ਜਿਹੜੇ ਨੇ ਅਸੀਂ ਕਰਨ ਲੱਗਿਆਂ ਕੁਝ ਚੀਜ਼ਾਂ ਹਾਈਡ ਕਰ ਜਾਂਦੇ ਹਾਂ, ਤੇ ਕੁਝ ਚੀਜ਼ਾਂ ਦੇ ਉੱਪਰ ਜਦੋਂ ਕਰਨ ਲੱਗਦੇ ਹਾਂ ਤੇ ਉਹ ਜਿਹਨੂੰ ਕਿ ਸਕਿਊਡ ਕੰਪੈਰੀਜ਼ਨ ਹੁੰਦਾ ਹੈ, ਉਹ ਲੰਗੜਾ ਕੰਪੈਰੀਜ਼ਨ। ਸਰ ਬਿਲਕੁਲ ਤੁਹਾਡੀ ਗੱਲ ਤੋਂ ਇਹ ਜ਼ਾਹਰ ਹੁੰਦਾ ਕਿ ਪ੍ਰਾਈਵੇਟ ਐਜੂਕੇਸ਼ਨ ਦਾ ਵਿੱਚ ਸਟੈਂਡਰਡ ਡਿੱਗਣਾ ਉਹ ਬਹੁਤ ਖਤਰਨਾਕ ਆ। ਵੀ ਅਸੀਂ ਕੰਪੈਰੀਜ਼ਨ ਸਿਰਫ ਇਹੀ ਕਰ ਰਹੇ ਹਾਂ ਕਿ ਉੱਥੇ ਪ੍ਰਾਈਵੇਟ ਐਜੂਕੇਸ਼ਨ ਹੈਗੀ, ਬਟ ਸਾਡੇ ਦੇ ਵਿੱਚ ਸਟੈਂਡਰਡ ਦਾ ਹੀ ਤਾਂ ਅਸੀਂ ਕੋਈ ਹੈ ਹੀ ਨਹੀਂ ਕੋਈ ਉਹਦਾ ਕੋਈ। ਸਰ ਇੱਕ ਹੋਰ ਸਰ ਸਵਾਲ ਕੋਈ ਦੋਸਤ ਪੁੱਛ ਰਿਹਾ ਕਿ ਜਦੋਂ ਅਸੀਂ ਪੰਜਾਬ ਦੀ ਸਰ ਐਜੂਕੇਸ਼ਨ, ਹਾਇਰ ਐਜੂਕੇਸ਼ਨ ਨੂੰ ਅਸੀਂ ਸੇਮ ਹੀ ਜਿਹੜੇ ਹੈਗੇ ਆ ਸੈੱਟ ਆਫ ਰੂਲਸ ਜੇ ਆਪਾਂ ਕਿ ਪਾਲਿਸੀ ਦੇ ਸੰਦਰਭ ਵਿੱਚੋਂ ਦੇਖੀਏ ਕਿ ਲਾਗੂ ਹੁੰਦੇ ਸਾਰੀਆਂ ਸਟੇਟਸ ਦੇ ਉੱਤੇ, ਜੇ ਪੰਜਾਬ ਦੇ ਨਾਲੋਂ ਇੰਡੀਆ ਦੇ ਵਿੱਚ ਕੋਈ ਇਹੋ ਜਿਹੀ ਕੋਈ ਐਗਜ਼ੈਂਪਲਰੀ ਕੋਈ ਹੈ ਸਟੇਟ ਜਿਹਨੂੰ ਅਸੀਂ ਕਹਿ ਸਕਦੇ ਹਾਂ ਕਿ ਇੱਦਾਂ ਦਾ ਨਿਊ ਲਿਬਰਲ ਰਜੀਮ ਹੋਣ ਦੇ ਬਾਵਜੂਦ ਵੀ ਉਹਨੇ ਇਹਨੂੰ ਕਾਇਮ ਰੱਖਿਆ ਹੋਇਆ? ਕੁਝ ਇੰਡੀਆ ਦੇ ਵਿੱਚ ਹੈ, ਕੋਈ ਪੋਜ਼ਿਟਿਵ ਵੀ ਹੈ, ਜਾਂ ਆਪਾਂ ਕਹੀਏ ਕਿ ਨਹੀਂ? ਦੇਖੋ, ਜਿਵੇਂ ਹਾਇਰ ਐਜੂਕੇਸ਼ਨ ਦੇ ਕੰਟੈਕਸਟ ਵਿੱਚ ਤੇ ਮੈਂ ਨਹੀਂ ਇਹ ਗੱਲ ਕਹਿ ਸਕਦਾ, ਲੇਕਿਨ ਤਮਿਲਨਾਡੂ ਨੇ ਜਿਹੜੀਆਂ ਨਿਊ ਲਿਬਰਲ ਇਕਨੋਮਿਕ ਪਾਲਿਸੀਜ਼ ਨੇ ਸਕੂਲ ਲੈਵਲ ਤੇ, ਉਹਨਾਂ ਨੂੰ ਕਾਫੀ ਹੱਦ ਤੱਕ ਰੈਜ਼ਿਸਟ ਕੀਤਾ। ਕੁਝ ਹੱਦ ਤੱਕ ਕੇਰਲ ਨੇ ਵੀ ਕੀਤਾ, ਲੇਕਿਨ ਤਮਿਲਨਾਡੂ ਇੱਕ ਇਮੀਡੀਏਟਲੀ ਮੇਰੇ ਦਿਮਾਗ 'ਚ ਇੱਕ ਸਟੇਟ ਆ ਰਹੀ ਹੈ ਵੀ ਜਿਨ੍ਹਾਂ ਨੇ ਨਿਊ ਲਿਬਰਲ ਜਿਹੜੇ ਹੈਗੇ ਨੇ ਪ੍ਰੈਸ਼ਰਸ ਸਕੂਲ ਲੈਵਲ ਤੇ, ਉਹਨਾਂ ਨੂੰ ਕਾਫੀ ਰੈਜ਼ਿਸਟ ਕੀਤਾ, ਤੇ ਉਹ ਬਹੁਤ ਚੰਗੀ ਐਜੂਕੇਸ਼ਨ ਉਹ ਸਕੂਲ ਐਜੂਕੇਸ਼ਨ ਦੇ ਰਹੇ ਨੇ। ਕੁਝ ਮਤਲਬ ਇਸ ਤਰ੍ਹਾਂ ਦੀਆਂ ਇੱਕ ਦੋ ਉਦਾਹਰਨਾਂ ਨੇ ਇੱਕਦਮ ਮੇਰੇ ਦਿਮਾਗ 'ਚ ਇਹ ਆ ਰਹੀ ਹੈ। ਲੇਕਿਨ ਮੈਂ ਇਹਨਾਂ ਨੂੰ ਇੱਕ ਗੱਲ ਦੱਸਾਂ ਕਿ ਮੈਂ ਫਿਰ ਇੱਕ ਨਾ ਮਤਲਬ ਜਿਹੜੀ ਇਹ ਮੂਵਮੈਂਟ ਹੈ ਆਪਣਾ ਫਾਰਮ ਬਿੱਲ ਨੂੰ ਲੈ ਕੇ, ਉਹਦਾ ਮੈਂ ਰੈਫਰ ਜ਼ਰੂਰ ਇੱਕ ਵਾਰ ਫਿਰ ਮੈਂ ਕਰਨਾ ਚਾਹੁੰਦਾ। ਮੈਂ ਤੁਹਾਨੂੰ ਇਹ ਦੱਸਦਾ ਕਿ ਜਿਸ ਤਰ੍ਹਾਂ ਦਾ ਧੁੰਦਲਕਾ ਪਾਲਿਸੀ ਲੈਵਲ ਤੇ, ਐਗਰੀਕਲਚਰ ਦੇ ਲੈਵਲ ਤੇ, ਆਈਡੀਓਲੋਜੀਕਲ ਲੈਵਲ ਤੇ ਜਿਹੜਾ ਧੁੰਦਲਕਾ ਪੈ ਚੁੱਕਾ ਸੀਗਾ, ਤੇ ਸਾਨੂੰ ਇੱਕ ਤੋਂ ਬਾਅਦ ਇੱਕ ਇਕੋਨੋਮਿਸਟ ਔਰ ਇੱਕ ਤੋਂ ਇੱਕ ਬਾਅਦ ਆਈਡੀਓਲੋਜਿਸਟ ਔਰ ਇੱਕ ਤੋਂ ਇੱਕ ਬਾਅਦ ਪੋਲੀਟੀਕਲ ਲੀਡਰ ਇਹ ਕਹਿੰਦੇ ਸੀਗੇ ਕਿ ਖੇਤੀ ਜਿਹੜੀ ਆ ਉਹ ਇੰਝ ਹੀ ਹੋਣੀ ਆ, ਇਹ ਇਦਾਂ ਹੀ ਹੋਣਾ, ਇਹ ਇਦਾਂ ਹੀ ਨਹੀਂ, ਇਹ ਇਸ ਤਰ੍ਹਾਂ ਨਹੀਂ ਹੋਣਾ, ਜਾਂ ਇਹ ਨਹੀਂ ਹੋਣਾ, ਉਹ ਨਹੀਂ ਹੋਣਾ, ਰਾਈਟ? ਉਹ ਸਾਰੇ ਲੋਕ ਇਹ ਕਹਿੰਦੇ ਸੀਗੇ ਨਾ ਕਿ ਵੀ ਯੂਰਪੀਅਨ ਮਾਡਲ ਹੈ ਕਿ ਤੁਸੀਂ ਇੱਥੋਂ ਜਿਹੜਾ ਐਗਰੀਕਲਚਰ ਤੋਂ ਤੁਸੀਂ ਇੰਡਸਟਰੀਲਾਈਜੇਸ਼ਨ ਵੱਲ ਜਾਓਗੇ, ਫਿਰ ਉਸ ਤੋਂ ਬਾਅਦ ਸਮਾਜ ਅੱਗੇ ਤਰੱਕੀ ਕਰੇਗਾ, ਇਹ ਬਾਹਰ ਨਿਕਲਣੇ ਹੀ ਨਿਕਲਣੇ ਆ, ਤੇ ਐਜ਼ ਅ ਮੈਟਰ ਆਫ ਪਾਲਿਸੀ ਫਾਰਮਰਸ ਨੂੰ ਐਗਰੀਕਲਚਰ ਚੋਂ ਕੱਢਣਾ ਹੀ ਕੱਢਣਾ ਤੁਸੀਂ, ਤੇ ਇਹ ਇੱਕ ਮਾਡਲ ਸੀਗਾ, ਰਾਈਟ? ਹੁਣ ਇਹ ਲੋਕ ਭੁੱਲ ਗਏ ਸੀਗੇ ਕਿ ਉਹ ਜਿਹੜੇ ਯੂਰਪੀਅਨ ਨੇ ਜਦੋਂ ਉਹਨਾਂ ਨੂੰ ਕੱਢਿਆ, ਉਹਨਾਂ ਕੋਲ ਤੇ ਬਸਤੀਆਂ ਹੀ ਬਣੀਆਂ ਸੀਗੀਆਂ ਨਾ, ਉੱਥੇ ਇੰਡਸਟਰੀਲਾਈਜੇਸ਼ਨ ਵਿੱਚ ਖਪਾ ਲਏ, ਤੇ ਤੁਹਾਡੇ ਕੋਲ ਇਹ ਤੇ ਸਮਝ ਲੱਗ ਗਈ ਕਿ ਵੀ ਉਹਨਾਂ ਨੂੰ ਕੱਢਿਆ ਸੀ ਤੇ ਉੱਥੇ ਹੋ ਗਿਆ। ਉਹਨਾਂ ਨੇ ਤੇ ਉਹਨਾਂ ਨੂੰ ਆਲਟਰਨੇਟ ਐਮਪਲੋਇਮੈਂਟ ਦੇ ਦਿੱਤਾ ਸੀਗਾ। ਤੁਹਾਡੇ ਕੋਲ ਉਹਨਾਂ ਨੂੰ ਆਲਟਰਨੇਟ ਐਮਪਲੋਇਮੈਂਟ ਦੇਣ ਦਾ ਕੀ ਸਕੋਪ ਹੈ, ਕੀ ਸਾਧਨ ਹੈ? ਨਹੀਂ ਹੈਗਾ ਕੋਈ, ਹੈ ਨਾ? ਤੇ ਇਹਨਾਂ ਨੇ ਨਹੀਂ, ਤੇ ਤੁਸੀਂ ਜੋ ਮਰਜ਼ੀ ਕਰੋ ਜੀ, ਆਪਾਂ ਤੇ ਜੀ ਇਹ ਤੇ ਕਰਨਾ ਹੀ ਕਰਨਾ। ਅਸੀਂ ਮਤਲਬ ਕਈ ਵਾਰ ਇੰਨੇ ਫੋਸਿਲਾਈਜ਼ਡ ਔਰ ਰਿਜਿਡ ਤਰੀਕੇ ਨਾਲ ਸੋਚਦੇ ਹਾਂ, ਫਿਰ ਇਹ ਸਾਰੇ ਧੁੰਦਲਕੇ ਦੇ ਬਾਵਜੂਦ, ਇਹ ਸਾਰੇ ਆਈਡੀਓਲੋਜੀਕਲ
ਔਨਸਲੌਟ ਦੇ ਬਾਵਜੂਦ, ਇਸ ਗੱਲ ਦੇ ਬਾਵਜੂਦ ਕਿ ਇੱਕ ਵੀ ਬੰਦਾ ਯਾਰ ਉਹਨਾਂ ਬਾਰੇ ਗੱਲ ਹੀ ਨਹੀਂ ਕਰਦਾ, ਕਹਿੰਦੇ ਵੀ ਇਹ ਹੋਣਾ ਹੀ ਹੋਣਾ ਹੈ। ਇਹ ਜਿਹੜੀ ਟੈਕਨੋਲੋਜੀ ਹੈ ਨਾ, ਜਿਹੜੀ ਨਿਊ ਲਿਬਰਲ ਇਕਨੋਮੀ ਹੈ ਤੇ ਟੈਕਨੋਲੋਜੀ ਹੈ, ਉਹਦਾ ਇੱਕ ਨਾਰਾ ਹੈ, ਉਹ ਇਹ ਦੇਰ ਇਜ਼ ਨੋ ਅਲਟਰਨੇਟਿਵ, ਟੀਨਾ ਫੈਕਟਰ, ਬਸ ਇਹ ਅਲਟੀਮੇਟ ਹੈ। ਜਿਵੇਂ ਆਪਾਂ ਮਤਲਬ ਫੰਡਾਮੈਂਟਲਿਸਟ ਕਹਿੰਦੇ ਨਾ ਵੀ ਜੋ ਅਸੀਂ ਕਹਿਤਾ ਇਹ ਅਲਟੀਮੇਟ ਹੈ, ਉਵੇਂ ਇਹ ਵੀ ਇਹ ਟੈਕਨੋਲੋਜੀਕਲ ਫੰਡਾਮੈਂਟਲਿਸਟ ਨੇ, ਇਹ ਯੂਟੋਪੀਅਨਸ ਨੇ। ਉਵੇਂ ਸੀਗਾ ਕਿ ਜੀ ਇਹਦਾ ਕੋਈ ਬਦਲ ਨਹੀਂ। ਫਿਰ ਵੀ ਇੰਨੇ ਹਨੇਰੇ ਦੇ ਬਾਵਜੂਦ ਉਹ ਲੋਕ ਤੇ ਉੱਠੇ ਨਾ, ਉਹਨਾਂ ਲੋਕਾਂ ਨੇ ਆਵਾਜ਼ ਤੇ ਉਠਾਈ ਨਾ। ਕੱਲ ਨੂੰ ਚੇਂਜ ਦਾ ਸਕੋਪ ਤਾਂ ਬਣਦਾ ਹੈ। ਮੈਨੂੰ ਇਹ ਲੱਗਦਾ ਹੈ ਕਿ ਸਾਨੂੰ ਸ਼ਾਇਦ ਕੌਨਸ਼ੀਅਸ ਲੈਵਲ ਤੇ ਇੱਕ ਕਰੇਜ ਤਾਂ ਬਣਾਉਣਾ ਪਏਗਾ, ਔਰ ਉਹਦੇ ਵਾਸਤੇ ਜਿਵੇਂ ਉਹਨਾਂ ਨੇ ਨਿਯਮ ਪੜ੍ਹੇ, ਲਾਅ ਪੜ੍ਹੇ, ਥਿਊਰੀਜ਼ ਪੜ੍ਹੀਆਂ, ਸਾਰਾ ਕੁਝ ਪੜ੍ਹਿਆ। ਮੈਂ ਸੋਚਦਾ ਜਦੋਂ ਇਹ ਫਾਰਮਰਸ ਗੱਲ ਕਰਦੇ ਨੇ, ਆਈ ਮੀਨ ਐਗਰੀਕਲਚਰਲ ਇਕੋਨਮੀ ਦੇ ਬਾਰੇ, they are so well read, they are so well informed, ਔਰ ਜਿਹੜੇ ਸੋ ਕਾਲਡ ਇਕੋਨੋਮਿਸਟਸ ਨੇ ਉਹਨਾਂ ਨੂੰ ਵੀ ਉਹਨਾਂ ਦੇ ਜਵਾਬ ਲੱਭਣੇ ਮੁਸ਼ਕਿਲ ਹੋ ਗਏ। ਮੈਨੂੰ ਇਹ ਲੱਗਦਾ ਹੈ ਕਿ ਜੇ ਅਸੀਂ ਐਜੂਕੇਸ਼ਨ ਦੇ ਵਿੱਚ ਵੀ ਇੱਕ ਪਬਲਿਕ ਐਜੂਕੇਸ਼ਨ ਦਾ ਇੱਕ ਜੇ ਮੁਹਿੰਮ ਸ਼ੁਰੂ ਕਰਦੇ ਹਾਂ, ਉਹਦੇ ਵਾਸਤੇ ਬਹੁਤ ਮਿਹਨਤ ਦੀ ਲੋੜ ਹੋਏਗੀ, ਤਾਂ ਇਹ ਚੀਜ਼ਾਂ ਹੋ ਤਾਂ ਸਕਦੀਆਂ ਨੇ। ਸਾਡੀ ਜ਼ਿੰਦਗੀ 'ਚ ਹੋਣਗੀਆਂ ਕਿ ਨਹੀਂ ਹੋਣਗੀਆਂ, ਕਦੋਂ ਹੋਣਗੀਆਂ ਕਦੋਂ ਨਾ ਹੋਣਗੀਆਂ ਇਹ ਨਹੀਂ ਪਤਾ, ਲੇਕਿਨ ਉਸ ਵੱਲ ਕਦਮ ਤਾਂ ਚੁੱਕਿਆ ਜਾ ਸਕਦਾ। ਪਰ ਇਹਦਾ ਹੋਰ ਕੋਈ ਹੱਲ ਹੈ ਨਹੀਂ, ਕਿਉਂਕਿ ਇਹ ਜਿਹੜਾ ਦੌਰ ਜਿੱਧਰ ਆਪਾਂ ਚੱਲ ਪਏ ਹਾਂ ਉਹਦੇ ਵਿੱਚ ਇਹ ਇਲੀਟਿਸਟ ਐਜੂਕੇਸ਼ਨ ਹੈ। ਉਹ ਜਿਹੜਾ ਗੁਰੂ ਸਾਹਿਬਾਨ ਨੇ ਡੈਮੋਕ੍ਰੇਟਾਈਜੇਸ਼ਨ ਆਫ ਐਜੂਕੇਸ਼ਨ ਦਾ ਇੱਕ ਪਰੰਪਰਾ ਚਲਾਈ ਸੀਗੀ, ਔਰ ਇੱਕ ਮੈਸੇਜ ਸੀਗਾ ਕਿ ਸਾਰੇ ਹੀ ਪੜ੍ਹਨਗੇ, ਇਹ ਉਧਰ ਤਾਂ ਨਹੀਂ ਜਾਏਗਾ। ਇਹ ਤੇ ਫਿਰ ਕੁਝ ਲੋਕਾਂ ਦੇ ਕਬਜ਼ੇ 'ਚ ਐਜੂਕੇਸ਼ਨ ਆ ਜਾਏਗੀ, ਜਿਹੜੇ ਮਹਿਲਾਂ ਵਿੱਚੋਂ ਕੱਢ ਕੇ ਐਜੂਕੇਸ਼ਨ ਜਿਹੜੀ ਬਾਹਰ ਵਿਹੜਿਆਂ 'ਚ ਆਈ ਸੀ, ਹੁਣ ਉੱਥੋਂ ਫਿਰ ਖਿੱਚ ਕੇ ਦੁਬਾਰਾ ਮਹਿਲਾਂ ਵਿੱਚ ਜਾ ਰਹੀ ਹੈ। ਤੇ ਇਹ ਉਲਟਾ ਪ੍ਰੋਸੈਸ ਸ਼ੁਰੂ ਹੋ ਗਿਆ ਹੈ। ਰੋਕਣਾ ਤਾਂ ਹਿੰਮਤ ਨਾਲ ਹੀ ਪਏਗਾ। ਬਿਲਕੁਲ ਸਰ, ਮੈਨੂੰ ਵੀ ਤੁਹਾਡੀ ਗੱਲ ਤੋਂ ਇਹੀ ਲੱਗਾ ਕਿ ਲੋਕਾਂ ਨੂੰ ਹੀ ਅੱਗੇ ਆਉਣਾ ਪੈਣਾ। ਜਿਵੇਂ ਫਾਰਮਰਸ ਅੱਗੇ ਆਏ ਆ ਅਤੇ ਲੋਕਾਂ ਨੂੰ ਹੀ ਅੱਗੇ ਆਉਣਾ ਪੈਣਾ, ਸਮਾਜ ਨੂੰ ਹੀ ਅੱਗੇ ਆਉਣਾ ਪੈਣਾ। ਸਰ ਤੁਸੀਂ ਆਪਣੀ ਗੱਲਬਾਤ ਦੇ ਵਿੱਚ ਸਾਊਥ ਇੰਡੀਆ ਦਾ ਜ਼ਿਕਰ ਕੀਤਾ, ਅਤੇ ਮੈਨੂੰ ਵੀ ਇੱਕ ਛੋਟੀ ਜਿਹੀ ਗੱਲ ਮੈਨੂੰ ਲੱਗਦਾ ਕਿ ਮੈਂ ਦਰਸ਼ਕਾਂ ਦੇ ਨਾਲ ਸਾਂਝੀ ਕਰਾਂ। 4 ਸਾਲ ਪਹਿਲਾਂ ਮੈਨੂੰ ਸਾਊਥ ਇੰਡੀਆ ਜਾਣ ਦਾ ਮੌਕਾ ਮਿਲਿਆ, ਕੇਰਲਾ ਦੇ ਵਿੱਚ। ਉੱਥੇ ਕੋਈ ਕਾਨਫਰੰਸ ਸੀ ਅਤੇ ਉੱਥੇ ਕੇਰਲਾ ਦੇ ਪਿੰਡਾਂ ਦੇ ਵਿੱਚ ਵੀ ਸਾਨੂੰ ਘੁੰਮਣ ਦਾ ਮੌਕਾ ਮਿਲਿਆ। ਜਿਹੜੀ ਉੱਥੇ ਨਵੀਂ ਗੱਲ ਪਤਾ ਲੱਗੀ ਕਿ ਜਿਹੜੇ ਪਿੰਡਾਂ ਦੇ ਵਿੱਚ ਏਲਡਰਸ ਨੇ ਜਾਂ ਓਲਡ ਪੀਪਲ ਆ, ਉਹ ਸ਼ਾਮ ਨੂੰ ਜਦੋਂ ਬੱਚੇ ਸਕੂਲਾਂ ਤੋਂ ਚਲੇ ਜਾਂਦੇ ਆ, ਉਹ ਸਕੂਲਾਂ ਦੇ ਵਿੱਚ ਆ ਜਾਂਦੇ ਆ, ਉਹ ਉੱਥੇ ਡਿਸਕਸ਼ਨਸ ਕਰਦੇ ਆ। ਉੱਥੇ ਜਿਹੜੇ ਕੋਈ ਘੱਟ ਪੜ੍ਹੇ ਲਿਖੇ ਆ, ਉਹ ਉੱਥੇ ਈਵਨ ਟੀਚਰਸ ਵੀ ਉਹਨਾਂ ਦੀ ਹੈਲਪ ਕਰਦੇ ਆ ਸਟੱਡੀ ਦੇ ਵਿੱਚ ਵੀ। ਅਤੇ ਜਿਵੇਂ ਸਾਡੇ ਪੰਜਾਬ ਦੇ ਵਿੱਚ, ਜਾਂ ਮੈਂ ਕਹਾਂ ਕਿ ਆਪਣੇ ਨਾਰਥ ਇੰਡੀਆ ਦੇ ਵਿੱਚ, ਸ਼ਾਮ ਦੇ ਵਕਤ ਗੁਰਦੁਆਰਿਆਂ ਦੇ ਵਿੱਚ, ਮੰਦਰਾਂ ਦੇ ਵਿੱਚ ਸਾਡੇ ਲੋਕ ਜਾਂਦੇ ਆ, ਅਤੇ ਉੱਥੇ ਲੋਕ ਜਿਹੜੇ ਨੇ ਉਹ ਸਕੂਲਾਂ ਦੇ ਵਿੱਚ ਸਕੂਲਾਂ ਨੂੰ ਸੰਭਾਲਦੇ ਨੇ। ਮੈਨੂੰ ਲੱਗਦਾ ਕਿ ਜਿਵੇਂ ਪ੍ਰੋਫੈਸਰ ਸਾਹਿਬ ਵੀ ਉਹ ਇਸ਼ਾਰਾ ਕਰ ਰਹੇ ਸੀ ਕਿ ਹੁਣ ਜੇ ਉੱਚ ਸਿੱਖਿਆ ਦੀ ਗਵਰਨਮੈਂਟ ਨੇ ਨਹੀਂ ਸੰਭਾਲਣਾ ਉਹਨੂੰ, ਅਤੇ ਸਮਾਜ 'ਤੇ ਹੈ ਨਾ। ਸਮਾਜ ਨੂੰ ਜ਼ਿੰਮੇਵਾਰੀ, ਜੇ ਆਪਾਂ ਕਹਿ ਲਈਏ ਕਿ ਪ੍ਰੀ ਇੰਡੀਪੈਂਡੈਂਸ ਪੀਰੀਅਡ ਦੇ ਵਿੱਚ ਜੇ ਲੋਕ ਉਹਦੀ ਜ਼ਿੰਮੇਵਾਰੀ ਸੰਭਾਲ ਸਕਦੇ ਸੀ, ਅਤੇ ਹੁਣ ਕਿਉਂ ਨਹੀਂ? ਜੇ ਇੰਨੀ ਨਿਘਾਰ ਵੱਲ ਨੂੰ ਸਾਡੀ ਐਜੂਕੇਸ਼ਨ ਜਾ ਰਹੀ ਆ, ਕਿਉਂ ਨਹੀਂ ਕੋਈ ਲੋਕ ਲਹਿਰ ਬਣ ਜਾਂਦੀ ਇਸ ਨੂੰ ਸੰਭਾਲਣ ਦੇ ਲਈ? ਤਾਂ ਕਿ ਜਿਹੜੀ ਸਾਡੀ ਉੱਚ ਸਿੱਖਿਆ ਆ, ਉਹਨੂੰ ਜੇ ਗੌਰਮੈਂਟ ਉਹਨੂੰ ਬਿਲਕੁਲ ਹੀ ਉਹਨੂੰ ਠੇਡਾ ਲਾਉਣ ਦੀ ਕੋਸ਼ਿਸ਼ ਕਰ ਰਹੀ ਆ, ਅਤੇ ਅਸੀਂ ਕਿਉਂ ਅਸੀਂ ਸੰਭਾਲ ਨਹੀਂ ਲੈਂਦਾ, ਸਾਡਾ ਸਮਾਜ ਕਿਉਂ ਨਹੀਂ ਸੰਭਾਲ ਲੈਂਦਾ? ਅਤੇ ਸਰ ਅਸੀਂ ਆਪਣੇ ਲੈਕਚਰ ਦੇ ਦੌਰਾਨ ਜਿਹੜੇ ਦਰਸ਼ਕ ਸ਼ਮੂਲੀਅਤ ਕਰਦੇ ਆ, ਅਸੀਂ ਸਰ ਉਹਨਾਂ ਦੇ ਨਾਮ ਅਨਾਊਂਸ ਕਰਦੇ ਹੁੰਦੇ ਆ ਜਿਹੜੇ ਜੁੜੇ ਹੋਏ ਸੀ ਇਸ ਲੈਕਚਰ ਦੇ ਦੌਰਾਨ। ਸਰ ਮੈਂ ਚਾਹਾਂਗਾ ਕਿ ਮੈਂ ਉਹਨਾਂ ਦੇ ਨਾਮ ਸਰ ਪੜ੍ਹਾਂ। ਹਾਂਜੀ ਸਰ, ਇਹਨਾਂ ਦੇ ਵਿੱਚ ਸੀ ਪ੍ਰੋਫੈਸਰ ਹਰਗੁਣ ਸਿੰਘ, ਅਤੇ ਇੱਕ ਮੰਚ ਆ ਸਰਕਾਰੀ ਕਾਲਜ ਬਚਾਓ ਮੰਚ, ਉਹ ਦੇਖ ਰਹੇ ਸੀ ਦਰਸ਼ਕ ਜਿਹੜਾ ਔਨਲਾਈਨ ਲੈਕਚਰ। ਗੁਰਦਾਸ ਟੰਡਵਾਲ ਜੀ, ਰਣਜੀਤ ਬਾਜਵਾ ਜੀ, ਜੋਗਿੰਦਰ ਸਿੰਘ ਬੇਦੀ ਜੀ, ਪ੍ਰੋਫੈਸਰ ਹਰਪਾਲ ਸਿੰਘ ਜੀ, ਪ੍ਰੋਫੈਸਰ ਲਖਵੀਰ ਸਿੰਘ ਜੀ, ਗੁਰਬਚਨ ਸਿੰਘ,
ਅੰਡੇਮਾਨ ਨਿਕੋਬਾਰ ਤੋਂ ਉਹ ਦੇਖ ਰਹੇ ਸੀ ਲੈਕਚਰ। ਗੁਰਪ੍ਰੀਤ ਸਿੰਘ ਜੀ ਤਰਲੋਚਨ ਸਿੰਘ ਦੁਪਾਲਪੁਰ, ਉਹ USA ਤੋਂ ਦੇਖ ਰਹੇ ਸੀ ਇਹ ਲੈਕਚਰ ਸਿੱਧਾ ਪ੍ਰਸਾਰਣ ਇਸ ਲੈਕਚਰ ਦਾ। ਪ੍ਰੋਫੈਸਰ ਰਾਜ ਕੁਮਾਰ ਮਹਿੰਦੀ ਰੱਤਾ ਰਾਮਗੜੀਆ ਕਾਲਜ ਫਗਵਾੜਾ ਤੋਂ, ਉਹ ਵੀ ਉਹਨੇ ਟਿੱਪਣੀ ਵੀ ਕੀਤੀ ਤੇ ਉਹ ਦੇਖ ਰਹੇ ਸੀ ਇਹ ਲੈਕਚਰ। ਤੇ ਪ੍ਰੋਫੈਸਰ ਵਿਸ਼ਾਲ ਕੁਮਾਰ ਜੀ, ਅਮਰਜੀਤ ਸਿੰਘ, ਰਮਨ ਰਤਨ, ਪ੍ਰੋਫੈਸਰ ਪਰਮਜੀਤ ਸਿੱਧੂ ਜੀ, ਉਹ ਵੀ ਇਹ ਲੈਕਚਰ ਦੇਖ ਰਹੇ ਸੀ। ਹੋਰ ਵੀ ਬਹੁਤ ਸਾਰੇ ਲੈਕਚਰ ਜਿਨ੍ਹਾਂ ਦੇ ਨਾਮ ਅਸੀਂ ਨਹੀਂ ਅਨਾਊਂਸ ਕਰ ਪਾਏ, ਤੇ ਉਹ ਸਿੱਧਾ ਪ੍ਰਸਾਰਣ ਜਿਹੜਾ ਹੈਗਾ ਹੈ ਉਹ ਇਸ ਲੈਕਚਰ ਦਾ ਜਿਹੜਾ ਉਹ ਦੇਖ ਰਹੇ ਸੀ। ਉਹਨੇ ਕਮੈਂਟ ਵੀ ਕੀਤੇ ਆ ਇਸ ਲੈਕਚਰ ਦੇ ਦੌਰਾਨ। ਤੇ ਅੰਤ ਦੇ ਵਿੱਚ ਮੈਂ ਸਰ ਆਪਣੀ ਟੀਮ ਜਿਹੜੀ ਸਾਡੀ ਸਿਰਜਕ ਟੀਮ ਆ ਉਹਨਾਂ ਦੇ ਨਾਮ ਜਿਹੜਾ ਹੈਗੇ ਆ ਉਹਨਾਂ ਦੇ ਨਾਮ ਮੈਂ ਅਨਾਊਂਸ ਕਰਨੇ ਚਾਹੂੰਗਾ। ਉਹਨਾਂ ਦੇ ਵਿੱਚ ਸਹਿਜ ਤੇ ਸੋਹਜ ਦੇ ਵਿੱਚ ਪ੍ਰੋਫੈਸਰ ਪਰਮਿੰਦਰ ਸਿੰਘ, ਪ੍ਰੋਫੈਸਰ ਹਰਪ੍ਰੀਤ ਸਿੰਘ, ਉਹਨਾਂ ਤੋਂ ਬਾਅਦ ਡਾਕਟਰ ਕਮਲੇਸ਼ ਗੋਇਲ ਜੀ UNDP ਦਾ ਪ੍ਰੋਜੈਕਟ ਕਰ ਰਹੇ ਨੇ ਪਟਿਆਲੇ ਦੇ ਵਿੱਚ। ਹੋਰ ਪ੍ਰੋਫੈਸਰ ਅਵਤਾਰ ਸਿੰਘ ਜੀ ਰਾਮਗੜੀਆ ਕਾਲਜ ਫਗਵਾੜਾ ਤੋਂ, ਤੇ ਪ੍ਰੋਫੈਸਰ ਹਰਮੀਤ ਕੌਰ ਜੀ, ਦਿਲਦਾਰ ਸਿੰਘ ਜਿਹੜੇ ਕਿ ਪੰਜਾਬ ਯੂਨੀਵਰਸਿਟੀ ਤੋਂ ਰਿਸਰਚ ਸਕਾਲਰ ਨੇ, ਤੇ ਮਹਿਤਾਬ ਸਿੰਘ ਜਿਹੜੇ ਕਿ ਦਿੱਲੀ ਯੂਨੀਵਰਸਿਟੀ ਦੇ ਵਿੱਚ ਸਟੂਡੈਂਟ ਨੇ ਅੰਗਰੇਜ਼ੀ ਵਿਭਾਗ ਦੇ। ਤੇ ਇਹ ਸਰ ਸਾਡੀ ਟੀਮ ਹੈ ਜਿਹੜੀ ਸਾਰਾ ਲੈਕਚਰ ਇਹ ਅਰੇਂਜ ਕਰਦੀ ਆ। ਤੇ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਤੇ ਸਾਡਾ ਇਹ ਅੱਜ ਇੱਕ ਹਿਸਟੋਰਿਕ ਸਰ ਲੈਕਚਰ ਹੋ ਗਿਆ। ਅਸੀਂ ਇਹਨੂੰ ਸੰਭਾਲਾਂਗੇ, ਇਹਨੂੰ ਸ਼ੇਅਰ ਕਰਾਂਗੇ ਵੱਧ ਤੋਂ ਵੱਧ ਸਰ। ਤੇ ਬੜਾ ਕੁਝ ਸਿੱਖਣ ਨੂੰ ਮਿਲਿਆ। ਮੈਨੂੰ ਲੱਗਦਾ ਕਿ ਦਰਸ਼ਕਾਂ ਨੂੰ ਵੀ ਜ਼ਰੂਰ ਉਹਨੀ ਨਵੀਆਂ ਚੀਜ਼ਾਂ ਸਿੱਖੀਆਂ ਹੋਣਗੀਆਂ। ਸਰ ਅੰਤ ਦੇ ਵਿੱਚ ਜੇ ਤੁਸੀਂ ਕੋਈ ਗੱਲ ਕਹਿਣੀ ਚਾਹੋ। ਬਸ ਥੈਂਕ ਯੂ ਵੈਰੀ ਮਚ। ਮੈਂ ਤਾਂ ਇਹ ਕਹਿ ਸਕਦਾ ਕਿ ਮੈਂ ਤੁਹਾਡੀ ਜਿਹੜੀਆਂ ਸੀਰੀਜ਼ ਨੇ ਉਹ ਮੈਂ ਵੇਖਦਾ, ਤੁਸੀਂ ਮੈਨੂੰ ਲੱਗਦਾ ਕਿ ਉਸੇ ਪਰੰਪਰਾ ਨੂੰ ਅੱਗੇ ਚਲਾ ਰਹੇ ਹੋ। ਇਹਦੇ ਨਾਲ ਮਤਲਬ ਉਹ ਜਿਹੜਾ ਸਾਡਾ ਇੱਕ ਮਤਲਬ ਗੁਆਚਦਾ ਜਾ ਰਿਹਾ ਜਾਂ ਕਮਜ਼ੋਰ ਪੈਂਦਾ ਜਾ ਰਿਹਾ ਜਿਹੜਾ ਕਲਚਰ ਹੈਗਾ ਸੰਵਾਦ ਦਾ, ਪੜ੍ਹਨ ਦਾ, ਵਿਚਾਰ ਦਾ, ਉਹ ਇਹਦੇ ਨਾਲ ਤਾਂ ਬਹੁਤ ਹੀ ਉਹਨੂੰ ਉਤਸ਼ਾਹ ਮਿਲੂਗਾ। ਤੇ ਮਤਲਬ ਇੱਕ ਉਮੀਦ ਬਣਦੀ ਹੈ, ਇੱਕ ਉਮੀਦ ਜਾਗਦੀ ਹੈ। ਤੇ ਇਸ ਉਮੀਦ 'ਚ ਤਾਂ ਮੈਨੂੰ ਬਹੁਤ ਖੁਸ਼ੀ ਹੈ। ਤੇ ਮੈਂ ਤੁਹਾਡਾ ਤੇ ਧੰਨਵਾਦ ਵੀ ਕਰਨਾ ਚਾਹੁੰਦਾ ਕਿ ਤੁਸੀਂ ਮੈਨੂੰ ਮੌਕਾ ਦਿੱਤਾ। ਤੇ ਮੈਂ ਵੀ ਤੁਹਾਡੇ ਸਵਾਲਾਂ ਤੋਂ ਮੈਨੂੰ ਬਹੁਤ ਇਨਸਾਈਟਸ ਮਿਲੀਆਂ ਨੇ। ਤੇ ਥੈਂਕ ਯੂ ਵੈਰੀ ਮਚ। ਧੰਨਵਾਦ ਸਰ। रब्बा मेरे हाल दा मेरे मतू रब्बा मेरे हाल दा मेरे मतू रब्बा मेरे हाल दा